जी का खालसा। ਮੂੰਹ ਵੀ ਨਹੀਂ ਹਿੱਲੇ ਕਈਆਂ ਦੇ, ਤੁਹਾਨੂੰ ਪਤਾ ਹੈ who you are। ਪਰ ਫਿਰ ਕੋਸ਼ਿਸ਼ ਕਰਾਂਗੇ, ਪਰ ਕੋਈ ਗੱਲ ਨਹੀਂ, ਘੰਟਾ ਫਤਿਹ ਵੀ ਬੁਲਾ ਲਿਓ ਵੀ ਠੀਕ ਹੀ ਹੈ, ਨਾਲੇ ਜਾਗਦੇ ਰਹੋਗੇ, ਨਾਲੇ ਵੀਰ ਜੀ ਕਹਿੰਦੇ ਸੀ ਬੋਰ ਹੋ ਜਾਂਦੇ, ਫਿਰ ਬੋਰ ਨਹੀਂ ਹੋਵੋਗੇ। ਚਲੋ ਦੱਸ ਦਿਓ ਮੈਨੂੰ ਜੇ ਤੁਸੀਂ ਰੈਡੀ ਹੋ, ਫਿਰ ਆਪਾਂ ਉਦੋਂ ਹੀ ਕਰਾਂਗੇ। ਤੁਹਾਡੀ ਰੈਡੀਨੈਸ ਚਾਹੀਦੀ ਹੈ, ਪੱਕੀ ਗੱਲ। ਰੈਡੀਨੈਸ ਆਪਾਂ ਤਿਆਰ ਬਰ ਤਿਆਰ ਕਹਿੰਦੇ ਆ ਨਾ, ਤਿਆਰ ਬਰ ਤਿਆਰ। ਤਿਆਰ ਬਰ ਤਿਆਰ ਕੀ ਹੁੰਦਾ ਹੈ? ਸਾਡੇ ਨਾਲ ਉੱਥੇ ਮਿਲਟਰੀ 'ਚ ਇੱਕ ਗੱਲ ਹੁੰਦੀ ਹੈ ਐਵਰ ਰੈਡੀਨੈਸ। ਉਹ ਯੂਨਿਟ ਡਿਫਰੈਂਟ ਹੁੰਦੀ ਹੈ ਬਾਕੀਆਂ ਨਾਲੋਂ, ਤੁਸੀਂ ਸਮਝਦੇ ਹੋ ਨਾ, ਮਤਲਬ ਡਿਫਰੈਂਟ ਸੈਕਸ਼ਨ। ਜਿੱਦਾਂ ਹੁਣ ਤੁਹਾਡੇ ਵੀ ਗਰੁੱਪਸ ਬਣੇ ਨੇ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਉਹ ਕੀ ਨੇ? ਡਿਫਰੈਂਟ ਗਰੁੱਪਸ ਨੇ, ਉਹਨਾਂ ਦੇ ਡਿਫਰੈਂਟ ਕੁਆਲਿਟੀਜ਼ ਨੇ, ਸਕਿੱਲਸ ਨੇ। ਤਾਂ ਕੁਛ ਇੱਦਾਂ ਦੇ ਯੂਨਿਟਸ ਹੁੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਇਹ ਐਵਰ ਰੈਡੀਨੈਸ 'ਤੇ ਨੇ। ਉਹ ਕਿਵੇਂ ਹੁੰਦੇ ਨੇ ਬਈ? ਤਿਆਰ ਬਰ ਤਿਆਰ ਨੇ। ਉਹਨਾਂ ਨੂੰ ਜਦੋਂ ਮਰਜ਼ੀ ਆਵਾਜ਼ ਪੈ ਜਾਵੇ 2-3 ਮਿੰਟਾਂ ਦੇ ਵਿੱਚ, ਉਸ ਤੋਂ ਵੀ ਕਈ ਵਾਰ ਘੱਟ, ਜਿਹੜਾ ਪਾਇਲਟ ਹੁੰਦਾ ਤਕਰੀਬਨ ਉਹਦੇ ਕੋਲ 90 ਸੈਕਿੰਡ ਹੁੰਦੇ ਨੇ ਫਰੋਮ ਦ ਆਰਡਰ ਤੋਂ ਲੈ ਕੇ ਇਨ ਦ ਸਕਾਈ। 90 ਸੈਕਿੰਡ ਕਿੰਨੇ ਹੁੰਦੇ ਨੇ? ਸਾਡੀਆਂ ਲਾਈਨਾਂ ਨਹੀਂ ਬਣਦੀਆਂ 10-10 ਮਿੰਟ। ਤੁਸੀਂ ਕੱਲ੍ਹ ਦੇਖਿਆ ਸੀ ਨਾ ਡਿਸਿਪਲਿਨ, ਮੈਂ ਤਾਂ ਲੰਘਦੇ ਹੀ ਦੇਖਿਆ ਸੀ। ਇਹ ਡਿਸਿਪਲਿਨ ਹੋਣਾ ਲਾਈਫ 'ਚ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਇੱਕ ਗੁਰਸਿੱਖ ਡਿਸਿਪਲਿਨ ਤੋਂ ਬਿਨਾਂ ਰਹਿਤ ਕੀ ਹੈ? ਡਿਸਿਪਲਿਨ ਹੈ, ਕਿਵੇਂ ਹੋਏਗਾ ਨਾ ਲਾਈਫ। ਸੋ ਕੀ ਹੋ ਗਿਆ? ਐਵਰ ਰੈਡੀਨੈਸ, ਤਿਆਰ ਬਰ ਤਿਆਰ, ਕੇ ਉੱਧਰੋਂ ਹੁਕਮ ਆਇਆ ਤਾਂ ਕੋਈ ਕੁਐਸਚਨ ਨਹੀਂ, ਇੰਨਾ ਭਰੋਸਾ ਹੈਗਾ ਕਮਾਂਡ 'ਤੇ, ਤਿਆਰੀ ਇੰਨੀ, ਟ੍ਰੇਨਿੰਗ ਇੰਨੀ ਕੀਤੀ ਹੋਈ ਹੈ ਕਿ ਆਊਟ। ਇਹਨੂੰ ਕਹਿੰਦੇ ਐਵਰ ਰੈਡੀਨੈਸ। ਜਦੋਂ ਅਸੀਂ ਉੱਥੇ ਜੋੜੇ ਲਾ ਰਹੇ ਹਾਂ ਨਾ, ਵੈਸੇ ਤਾਂ ਜੋੜਿਆਂ ਤੋਂ ਵੀ ਪਹਿਲਾਂ ਜਦੋਂ ਅਸੀਂ ਤੁਰਨ ਲੱਗ ਗਏ ਕਿ ਹੁਣ ਅਸੀਂ ਕਿਸੇ ਪਾਸੇ ਚੱਲ ਰਹੇ ਹਾਂ, ਅਸੀਂ ਦਰਬਾਰ ਸਾਹਿਬ ਆ ਰਹੇ ਹਾਂ, ਜਾਂ ਅਸੀਂ ਥੱਲੇ ਵੀ ਬੈਠਦੇ, ਜਾਂ ਨਦੀ ਕਿਨਾਰੇ ਵੀ ਬੈਠਦੇ, ਕਿਤੇ ਵੀ ਬੈਠਦੇ, ਉਹ ਤੁਰਨ ਤੋਂ ਪਹਿਲਾਂ ਅਸੀਂ ਆਪਣੀ ਇੰਟੈਂਸ਼ਨ ਸੈੱਟ ਕਰ ਲੈਣੀ ਹੈ। ਇੰਟੈਂਸ਼ਨ ਸਮਝਦੇ ਹਾਂ? ਹੁਣ ਤਾਂ ਤੁਸੀਂ ਸਾਰੇ ਅੰਗਰੇਜ਼ ਹੋ, ਇੱਥੋਂ ਸਾਰੇ ਸਮਝਦੇ। ਅਸੀਂ ਤੁਹਾਡੀ, ਮੈਂ ਦੇਖਿਆ ਇੱਥੇ ਮਤਲਬ ਇੱਕ ਭਾਵਨਾ ਦੇ ਪਿੱਛੇ ਪਰਸਪੈਕਟਿਵ ਵੀ ਕੀ ਹੈਗੀ ਹੈ ਕਿ ਮੈਂ ਇੱਥੋਂ ਹੁਣ ਸਟੈਪ ਕਿਉਂ ਚੱਕਿਆ, ਕਿੱਧਰ ਨੂੰ ਜਾ ਰਿਹਾ। ਉਹਦੇ ਨਾਲ ਤੁਹਾਡਾ ਅਗਲਾ ਜਿਹੜਾ ਐਕਸਪੀਰੀਅੰਸ ਹੈ ਉਹ ਸਾਰਾ ਚੇਂਜ ਹੋ ਜਾਏਗਾ। ਇਹ ਵੀ ਕਰਕੇ ਦੇਖੋ। ਸਾਡਾ ਐਕਸਪੀਰੀਅੰਸ, ਤੁਸੀਂ ਸਕੂਲ ਜਾ ਰਹੇ ਹੋ, ਕਾਲਜ ਜਾ ਰਹੇ ਹੋ, ਕੰਮ 'ਤੇ ਜਾ ਰਹੇ ਹੋ, ਇੱਕ ਬੰਦਾ ਕੰਮ 'ਤੇ ਜਾ ਰਿਹਾ, ਹਾਲੇ ਅਸੀਂ ਫਤਿਹ ਸਾਂਝੀ ਕਰਨੀ ਹੈ ਬਾਏ ਦ ਵੇ, ਹਾਲੇ ਇੰਟੈਂਸ਼ਨ ਸੈੱਟ ਕਰ ਰਹੇ ਹਾਂ। ਇੱਕ ਬੰਦਾ ਉੱਠ ਰਿਹਾ ਅਤੇ ਉਹਦੀ ਪਹਿਲੀ ਕੀ ਚੀਜ਼ ਹੈ? ਹਾਂਜੀ, ਇਹ ਮੈਂ ਹਾਲੇ ਸ਼ੋਅ ਕਰਨਾ ਹੀ ਨਹੀਂ, ਓਕੇ, ਪਲਾਨ ਚੇਂਜ ਹੋ ਗਿਆ ਸੀ ਨਾ, ਸੋ ਹਾਲੇ ਲੀਵ ਇਟ ਫॉर ਨਾਓ। ਇੱਕ ਬੰਦੇ ਦਾ ਕੀ ਪਰਸਪੈਕਟਿਵ ਹੈ? ਘਰੋਂ ਉੱਠਿਆ, ਪਹਿਲਾਂ ਨੀਂਦ ਤੋਂ ਜਾਗ ਰਿਹਾ, ਆਹੇ ਕੰਮ 'ਤੇ ਜਾਣਾ ਪੈਣਾ। ਤੁਹਾਡੇ 'ਚੋਂ ਕਿੰਨੇ ਜਣੇ ਜੋਬ ਕਰਦੇ ਨੇ? ਅੱਛਾ, ਬਾਕੀ ਕੀ ਕਰਦੇ ਨੇ? ਅੱਛਾ, ਸਟੱਡੀ ਕਿੰਨੇ ਜਣੇ ਕਰਦੇ ਨੇ ਉਹ ਵੀ ਦੇਖ ਲੈਂਦੇ ਹਾਂ। ਅੱਛਾ, ਸਟੂਡੈਂਟ ਹੋ ਤੁਸੀਂ, ਠੀਕ ਹੈ। ਅਤੇ ਕਿੰਨੇ ਜਾਣੇ ਮਤਲਬ ਯੂਨੀਵਰਸਿਟੀ ਲੈਵਲ ਦੇ ਸਟੂਡੈਂਟ ਨੇ? ਓਕੇ, ਬਾਕੀ ਕਾਲਜ, ਸਕੂਲ ਮਤਲਬ +2 ਹੋਏਗਾ, +1 +2? ਹਾਂ, +1 ਤੋਂ ਵੀ, +2 ਤੋਂ ਪਹਿਲਾਂ, ਠੀਕ ਹੈ। ਅੱਛਾ, ਤੁਸੀਂ ਸਕੂਲ ਜਾਂਦੇ ਹੋ, ਕਿੱਦਾਂ ਉੱਠਦੇ ਹੁੰਦੇ ਹੋ ਸਵੇਰੇ? ਜਦੋਂ ਉੱਠਦੇ ਹੋ ਕਿ ਫਸਟ ਹਾਏ ਰੱਬਾ? ਅੱਛਾ, ਹਾਏ ਰੱਬਾ, ਹਾਏ ਰੱਬਾ, ਅਤੇ ਕੀ ਮਤਲਬ ਹਾਏ ਰੱਬਾ ਵਾਟ? ਜਾਣਾ ਪੈਣਾ। ਹੋਰ 2 ਮਿੰਟ, ਠੀਕ ਹੈ। ਮੇਰੇ ਕੋਲੋਂ ਤਾਂ 5 ਮਿੰਟ ਮੰਗੇ ਜਾਂਦੇ ਰੋਜ਼, ਫਿਰ 15 ਮੰਗੇ ਜਾਂਦੇ। 2 ਮਿੰਟ ਕਰ ਕਰਕੇ 10 ਵਾਰੀ। ਉਠਾਉਂਦਾ ਕੌਣ? ਤੁਹਾਡੇ ਪੇਰੈਂਟਸ ਉਠਾਉਂਦੇ ਆ? ਹਾਂਜੀ, ਅੱਛਾ, ਤੁਹਾਡੇ ਲਈ ਤੁਸੀਂ ਕਾਨਪੁਰ? ਅੱਛਾ, ਠੀਕ ਹੈ। ਜਗਪਾਲ ਸਿੰਘ ਦੀ ਚੰਗੀ ਡਿਊਟੀ ਲੱਗੀ ਆ। ਅੱਛਾ, ਹੋਰ ਕੀ ਭਾਵਨਾ ਹੈ? ਹੋਰ ਕਿਸੇ ਦਾ ਕੋਈ ਡਿਫਰੈਂਟ ਭਾਵਨਾ ਵੀ ਹੈ? ਹਾਂਜੀ, ਕੋਈ ਚਾਅ ਹੁੰਦਾ ਕਿਸੇ ਨੂੰ? ਹਾਂ, ਅੱਛਾ, ਜਦੋਂ ਇੱਥੇ ਬੋਲਣਾ ਇੱਕ ਜਣਾ ਬੋਲੇਗਾ ਇੱਕ ਟਾਈਮ 'ਤੇ, ਕਿਉਂਕਿ ਉਹਦਾ ਇੱਕ ਤਾਂ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਸਤਿਕਾਰ ਬਣਾ ਕੇ ਰੱਖਣਾ। ਦੂਸਰਾ, ਕਿਸੇ ਨੂੰ ਵੀ ਕਿਸੇ ਦੀ ਗੱਲ ਨਹੀਂ ਸੁਣੇਗੀ, ਉਹ ਫਿਰ ਰਸ ਨਹੀਂ ਰਹਿੰਦਾ। ਇਹ ਠੀਕ ਹੈ? ਇੱਦਾਂ ਕਰ ਸਕਦੇ ਆਪਾਂ? ਇਹ ਪਹਿਲਾ ਡਿਸਿਪਲਿਨ ਹੈ ਅੱਜ ਦਾ ਫॉर ਨੈਕਸਟ ਆਵਰ। ਤੁਸੀਂ ਬੋਲਣਾ, ਤੁਸੀਂ ਐਵੇਂ ਕਰ ਲਓ, ਜਾਂ ਜੇ ਨਹੀਂ ਕੋਈ ਬੋਲ ਰਿਹਾ ਤੁਸੀਂ ਬੋਲ ਵੀ ਸਕਦੇ ਹੋ। ਕੋਈ ਯਾਹੂ ਕਰਕੇ ਵੀ ਉੱਠਦਾ? ਤੁਸੀਂ ਉੱਠਦੇ ਹੋ ਕਿੱਦਾਂ? ਅੱਛਾ, ਫਿਰ ਫੇਲ ਆਲਰੇਡੀ
मैं क्या सी एक जना एक टाइम तो बोलेगा। ठीक है ठीक है okay। अच्छा भैन जी तुसी किद्दां उठदे हो? एक मिनट चुप कर जाओ, नहीं चुप कर जाओ, चुप कर जाओ, बाकियां नूं बोल लैन दो पहला। बोलो सारे जिन्ना बोलना है, फिर वो बोलणगे, क्योंकि तुहाडी गल तो कोई सुन ही नहीं रहा। कभी भी उत्थे नहीं बोलना चाहिए जिथे कोई सुनता नहीं अगे। ये भी याद रखो, क्योंकि तुहाडा बोलना की है, उसकी वैल्यू है कोई? तुसी सारे ही जो तुसी बोल रहे हो अगला सुन नहीं रहा, तुहाडी वैल्यू है कोई बोलन दी? फिर क्यों बोलीए? जे सुनने वाला तैयार ही नहीं है, असी बोलांगे नहीं। सो जदों भी मैं चुप कर गई मतलब कि कुछ हो रहा है दरबार सच। एक जो बुलारा होंगे ना, वो बहुत छेती इस चीज़ को कैच कर लेंदा, क्योंकि डिस्टर्बेंस होंदी है ना। तुसी भी इत्थे खड़े होकर देखो, क्योंकि हुण तुसी सारे बुलारे बनना है। असी राती वीर जी गल कर रहे थे कि इन्हां दी सेवा बहुत कह लो कालना वाली है। जिहड़े सेवादार जिन्ने भी ने इत्थे सेवा कर रहे, किसी किस्म की सेवा भी है। हुण अगला बुलारा कौन है? अगली जनरेशन, अगले सेवादार कौन ने तुहाडे चों, जिन्हां ने कैंप साइट भी लभनी है, लंगर का भी अरेंजमेंट करना है, आ मीडिया का भी करना है, इत्थे खड़ के लैक्चर भी देने, कीर्तन की संभाल भी करनी है। हर एक कोई बच्चा बीमार हो गया, उसकी संभाल, मतलब A to Z। तुसी ये नहीं एक्सपैक्ट कर सकते कि यही करी जान। ये कर रहे हैं। हुण पिता जी बैठे ने, वो पिता जी आ रहे हैं ना लगातार इत्थे आ रहे हैं। क्यों आ रहे हैं? उन्होंने सपोर्ट करन सारिਆਂ ਨੂੰ ਜਿਹੜੇ सेवादार सेवा कर रहे हैं। हुण ਜਦੋਂ उम्र हो रही है या किवें तुसी हुण अगली जनरेशन ने हुण तैयारी करनी है अपनी कि असी किहड़ी सेवा संभालनी है, ਉਹਦੇ ਨਾਲ ਤੁਹਾਨੂੰ पर्पस भी मिल जाएगा। हुण दसो, मैनूं लगदा थोड़ी तैयारी है, पूरी नहीं हुई हाले। हाँ जी, तुसी किदां उठदे हो? लाइक वॉट? किदां? अच्छा, बाकी तुहाड़ियां एक्टिविटीज़ होर होंदियां न। ठीक है। अच्छा, इन्हां दी गल सुनी सी तुहानूं भैन जी दी? नहीं सुनी? हुण फिर बोलणगे, क्योंकि उदों हले भी आवाज़ सी दरबार च। हाँ जी, ये कह रहे भी मैं एक्साइटमेंट नाल उठदी हाँ। तो मैं पुछया सी कि कादी एक्साइटमेंट होंदी है? कहंदे पढ़ना तो असीं घੱਟ ही हुंदा, पर होर चीज़ां काफ़ी दिहाड़ी च हुंदियां ने जिहदी मतलब तुहानूं एक्साइटमेंट हुंदी है। अच्छा, होर कोई उठदा इस एक्साइटमेंट नाल? हाँ जी, तुसीं की कहना सी? अच्छा, रजाई की गल भी करांगे हुण, कोई गल नहीं, ठीक है, ओके। कुछ नवा किसी नूं ऐ नहीं हुंदा कि बई मैं हाले भी आई एम अलाइव, मैं जिंदा वां, ऐ नहीं हुंदा तुहानूं? किसी नूं हुंदा है? शायद हाले टू अर्ली। हाँ जी, इदां हुंदा? हो सकदा सी ना हुंदे ना, हो सकदा सी गुड बाय कम हो जाता। एक कोई पता थोड़ी गुड बाय का कदों हो जाना। तो जे तुहानूं वो मिल गया, मतलब उन्होंने असी बोनस लैके चलीए, तो नैचुरली अंदरों हुर्रा ही आएगा, याहू ही आएगा, एक शुकराना ही आएगा। पहला मूँह चों तुहानूं उसदी याद आएगी जिन्हें तुहानूं इस इन्ने स्वास देते। अगला भी तुहाडीआं अखां खुल्लियां ने, तुसीं होश चों, और उस तो अगे तुसीं उठ के तुर फिर सकते हो। असीं देखते हैं दुनिया 'च की हो रहा सारा कुछ ना, इस करके बड़ी वड्डी एक्साइटमेंट होनी चाहिए है, जिन्नी इस माइक में हो रही है हुणे। अच्छा, हम रेडी आप फतेह बुलाने ली? होगी तैयारी? ठीक है। तो इन्होंने करों अपना काम आप फतेह बुलाइए, ठीक है। सावधान होके हम सारे ने ये हाज़री भरनी है।
ਵਾਹਿਗੁਰੂ ਜੀ ਕਾ ਖਾਲਸਾ ਥੈਂਕ ਯੂ। ਇਹ ਹੁਣ ਤੁਹਾਨੂੰ ਨੋਟਿਸ ਨਹੀਂ ਮਿਲਿਆ ਸੀ, ਮਿਲਿਆ ਤਾਂ ਨਹੀਂ ਸੀ ਨੋਟਿਸ ਫਤਿਹ ਦਾ। ਇਹਨੂੰ ਕਹਿੰਦੇ ਤਿਆਰੀ ਰੱਖਣੀ ਕਦੀ ਵੀ ਹਰ ਪੱਖੋਂ। ਇਹਨੂੰ ਕਹਿੰਦੇ ਤਿਆਰ ਬਰ ਤਿਆਰ। ਸਿਰਫ ਤਿਆਰ ਬਰ ਤਿਆਰ ਇਕੱਲਾ ਬਾਣਾ ਪਾ ਕੇ ਨਹੀਂ ਹੁੰਦਾ, ਮਾਫ਼ ਕਰਨਾ, ਕਿ ਤਿਆਰ ਬਰ ਤਿਆਰ ਸਿੰਘ ਹੈ, ਅੰਦਰੋਂ ਢਿੱਲੇ ਹੈ, ਅਤੇ ਉਹ ਇਕੱਲੇ ਚੋੜਿਆਂ ਨੂੰ ਕੀ ਕਰਨਾ ਸੀ। ਹੋਰ ਸਾਰਾ ਤੁਹਾਨੂੰ ਮੇਰੀ ਗੱਲ ਮਾੜੀ ਲੱਗੇ, ਪਰ ਮੈਂ ਤਾਂ ਉਹੀ ਕਹਿਣਾ ਚਾਹੁੰਦੀ ਜਿੰਨੀ ਕੁ ਮੈਨੂੰ ਗੁਰੂ ਸਾਹਿਬ ਨੇ ਸੋਝੀ ਦਿੱਤੀ ਹੈ। ਉਹਦਾ ਇੱਕ ਨਿਸ਼ਾਨੀ ਹੈ, ਨਿਸ਼ਾਨੀ ਇਹ ਹੈ ਕਿ ਮੈਂ ਤਿਆਰ ਹਾਂ, ਇਹ ਮੈਂ ਯੂਨੀਫਾਰਮ ਪਾਈ ਹੈ ਵੀ ਮੇਰੀ ਤਿਆਰੀ ਹੋਣੀ ਚਾਹੀਦੀ ਹੈ। ਅੰਦਰੋਂ ਢਿੱਲਾ ਸੌਂ ਜਾਵੇ, ਉਹ ਤਿਆਰ ਬਰ ਤਿਆਰ ਨਹੀਂ ਹੈ, ਬਿਲਕੁਲ ਤਿਆਰ ਬਰ ਤਿਆਰ ਨਹੀਂ ਹੈ। ਆਪਣੇ ਅੰਦਰ ਉਸ ਚੀਜ਼ ਦੀ ਝਾਤੀ ਮਾਰੀ ਹੈ ਕਿ ਮੇਰੀ ਤਿਆਰੀ ਕਿੰਨੀ ਕੁ ਹੈਗੀ ਹੈ। ਅਤੇ ਅੱਜ ਜਿਹੜਾ ਤੁਸੀਂ ਰਾਤੀ ਕੱਲ੍ਹ ਜਦੋਂ ਉੱਥੇ ਰਾਤੀ ਗੇਮ ਖੇਡੀ ਸੀਗੀ, ਉਹਦਾ ਮਕਸਦ ਕੀ ਸੀ? ਤੁਹਾਨੂੰ ਪ੍ਰਪੇਅਰ ਕਰਨਾ। ਪ੍ਰਪੇਅਰ ਕਰਨਾ ਕਿਸ ਚੀਜ਼ ਲਈ? ਜਿਹੜਾ ਸਾਡਾ ਅੱਜ ਦਾ ਥੀਮ ਹੈਗਾ, ਅੱਜ ਦਾ ਦਿਨ ਦਾ ਕਿਸੇ ਨੂੰ ਪਤਾ ਥੀਮ ਕੀ ਹੈ ਸਾਡੀ ਦਿਹਾੜੀ ਦਾ? ਜਾਂ ਕੈਸੀ ਕਰ ਲਓ। ਹਾਂਜੀ, ਹਾਂ, ਪੜ੍ਹ ਲਿਆ ਨਹੀਂ? ਅੱਛਾ, ਉਹਨੂੰ ਨਾ ਹੀ ਦੇਖੋ ਹਾਲੇ, ਇਟਸ ਫਾਈਨ। ਤਾਂ ਕੀ ਹੈਗਾ ਅਰਾਊਂਡ ਸ਼ਹੀਦ ਸਾਡੇ ਉਸ ਬਿਰਤੀ 'ਚ ਅਸੀਂ ਆਉਣਾ ਅੱਜ, ਤਾਂ ਕਿ ਅਸੀਂ ਹੋਰ ਸ਼ੁਕਰਾਨੇ ਦੇ ਵਿੱਚ ਆ ਸਕੀਏ। ਹੁਣ ਪਹਿਲਾਂ ਅਸੀਂ ਕੁਇਕਲੀ ਚੈੱਕ ਇਨ ਕਰਾਂਗੇ। ਚੈੱਕ ਇਨ ਸਮਝਦੇ ਹੋ? ਏਅਰਪੋਰਟ 'ਤੇ ਜਾਂਦੇ ਚੈੱਕ ਇਨ ਹੁੰਦਾ, ਜਾਂ ਹੋਰ ਤੁਸੀਂ ਕਿਤੇ ਜਾਂਦੇ ਹੋ ਚੈੱਕ ਇਨ ਹੁੰਦਾ, ਪੁੱਛਦੇ ਹਾਂ ਠੀਕ ਠਾਕ ਹੈ, ਤੁਹਾਡਾ ਕਿਵੇਂ ਚੱਲ ਰਿਹਾ? ਤੁਹਾਡਾ ਚੈੱਕ ਇਨ ਤੁਸੀਂ ਰਾਤੀ ਹੋਮਵਰਕ ਕੀਤਾ ਸੀ? ਜਿਹੜਾ ਹੋਮਵਰਕ ਦਿੱਤਾ ਸੀ ਤੁਹਾਨੂੰ ਕੱਲ੍ਹ? ਅੱਛਾ, ਕਿੰਨੇ ਕੀਤਾ ਸੀ? ਗਿਣੇ 1 2 3 4 5 6 7। ਸੋ 150 ਬੱਚਾ ਵੀਰ ਜੀ? 200? ਹਾਂ, 170 ਚੋਂ 6 ਜਾਣੇ ਹੱਥ ਖੜਾ ਕਰ ਰਹੇ ਨੇ। ਸ਼ਾਬਾਸ਼ ਤੁਹਾਨੂੰ ਸ਼ਾਬਾਸ਼ ਦੇ ਦਿੰਦੇ ਹਾਂ। ਅੱਛਾ ਜੀ, ਅੱਛਾ ਠੀਕ ਹੈ। ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਕੋਈ ਕਾਰਨ ਹੋਏਗਾ, ਅਸੀਂ ਪੁੱਛਣਾ ਨਹੀਂ ਕਿਉਂ ਨਹੀਂ ਕੀਤਾ, ਤੁਸੀਂ ਆਪਣੇ ਕਾਰਨ ਜਾਣਦੇ ਹੋ। ਜਿਨ੍ਹਾਂ ਨੇ ਕੀਤਾ ਉਹਨਾਂ 'ਚ ਕੋਈ 1 2 ਜਣੇ ਕੁਇਕਲੀ ਸ਼ੇਅਰ ਕਰਨ, ਕਿੰਨੇ ਕੀਤਾ ਹੱਥ ਖੜਾ ਕੀਤਾ ਸੀਗਾ? ਜੇ ਕੋਈ ਸ਼ੇਅਰ ਕਰ ਸਕਦਾ ਹੋਏ ਕਿ ਤੁਸੀਂ ਕੀਤਾ ਅਤੇ ਕਿਵੇਂ ਲੱਗਿਆ ਤੁਹਾਨੂੰ? ਬਾਕੀਆਂ ਨੂੰ ਕਿਸੇ ਨੂੰ ਯਾਦ ਵੀ ਹੈ ਜਿਨ੍ਹਾਂ ਨੇ ਹੋਮਵਰਕ ਨਹੀਂ ਕੀਤਾ ਵੀ ਕੀ ਹੋਮਵਰਕ ਸੀ? ਅੱਛਾ, ਉਹ ਯਾਦ ਹੈ, ਠੀਕ ਹੈ। ਅੱਛਾ, ਭੁੱਲ ਗਏ? ਇਹ ਹੁਣ ਯਾਦ ਆਇਆ ਕਿ ਹੁਣ ਵੀ ਨਹੀਂ ਆਇਆ? ਹੁਣ ਵੀ ਨਹੀਂ ਆਇਆ, ਠੀਕ ਹੈ, ਵਿਸਰ ਗਿਆ। ਹਾਂ ਹਾਂਜੀ, ਕਿੰਨੇ ਕੀਤਾ ਸੀ? ਹਾਂਜੀ ਭੈਣ ਜੀ, ਤੁਸੀਂ ਸ਼ੇਅਰ ਕਰੋਗੇ? ਹਾਂਜੀ ਦੱਸੋ, ਖੜੇ ਹੋ ਕੇ ਦੱਸੋ। ਮਾਈਕ ਫੜਾ ਦੇਣਾ, ਲਾਗੇ ਕਰ ਲਓ। ਨਹੀਂ ਚੱਲ ਰਿਹਾ? ਚਲੋ ਠੀਕ ਹੈ, ਉੱਚੀ ਬੋਲੋ ਇੱਦਾਂ ਹੀ। ਓਕੇ, ਸੁਣ ਰਹੇ ਪਿੱਛੇ ਤੱਕ? ਓਕੇ, ਠੀਕ ਹੈ। ਅੱਛਾ, ਕਿਉਂ? ਰਿਮੈਂਬਰ ਵਾਟ ਐਂਡ ਵਾਈ। ਸੋ ਖਾਲਸਾ ਕੈਂਪ ਦੀ ਤੁਹਾਨੂੰ ਦਾਤ ਬਖਸ਼ੀ, ਅਤੇ ਤੁਸੀਂ ਕਿਉਂ ਸ਼ੁਕਰਾਨੇ ਚੋਂ ਉਸ ਕਾਰਨ ਕਰਕੇ? ਹਾਂ, ਕਿਉਂ ਸ਼ੁਕਰਾਨਾ ਉਹਦੇ ਲਈ? ਓਕੇ, ਠੀਕ ਹੈ। ਬੋਲੇ ਸੋ ਨਿਹਾਲ। ਔਰ ਜਿਹਨੇ ਕੀਤਾ ਨਾ, ਸਿਰਫ ਉਹਨੂੰ ਉਹਦਾ ਐਕਸਪੀਰੀਅੰਸ ਪਤਾ, ਬਾਕੀ ਨੂੰ ਕਿਸੇ ਨੂੰ ਨਹੀਂ ਪਤਾ। ਐਕਸਪਲੇਨ ਨਹੀਂ ਕੀਤੀ ਜਾ ਸਕਦੀ ਇਹ ਚੀਜ਼। ਕਹਿੰਦੇ ਨਾ ਉਹ ਲੱਡੂ ਖਾਓ ਅਤੇ ਕਿਵੇਂ ਦੱਸੇ ਕਿਵੇਂ ਦਾ ਟੇਸਟ ਹੈ। ਹਾਂ ਬਸ, ਉਹ ਤੁਸੀਂ ਸਾਰੇ ਗਿਆਨੀ ਹੋ, ਮੈਂ ਤਾਂ ਨਹੀਂ। ਹੁਣ ਤੁਸੀਂ ਆਪਣਾ ਲਾ ਲਓ ਉਹਦੇ 'ਚ, ਗੂੰਗੇ ਕੀ ਮਠਿਆਈ ਸੋ ਜਾਣੇ ਜਿਨ ਚਾਖਿਆ, ਇਹ ਤੁਹਾਨੂੰ ਪਤਾ। ਮੈਂ ਸਿੰਪਲ ਜੀ ਲੈਂਗੁਏਜ ਤੁਹਾਨੂੰ ਦੱਸ ਰਹੀ ਹਾਂ। ਜਿਹਨੇ ਕੀਤਾ, ਉਹ ਜਿਹੜਾ ਤੁਹਾਨੂੰ ਅੰਦਰ ਸ਼ੁਕਰਾਨਾ ਔਰ ਜਿਹੜਾ ਕਨੈਕਸ਼ਨ ਬਣਿਆ, ਜਿਹਨੇ ਦਿੱਤੀ ਇਹ ਸਾਰੀ ਚੀਜ਼, ਉਹਦਾ ਐਕਸਪੀਰੀਅੰਸ ਹੀ ਕੀਤਾ ਜਾ ਸਕਦਾ। ਕੋਈ ਗੱਲ ਨਹੀਂ, ਅੱਜ ਜੇ ਸਵਾਸ ਮਿਲ ਗਏ ਅੱਜ ਕਰ ਲਿਓ, ਉਹ ਕਿਸੇ ਟਾਈਮ ਵੀ ਕੀਤਾ ਜਾ ਸਕਦਾ। ਇੱਥੋਂ ਨਿਕਲਦੇ ਸਾਰ ਕਰ ਲਿਓ, ਸਵੇਰੇ ਉੱਠ ਕੇ ਕਰ ਲਓ, ਰਾਤੀ ਸੌਣ ਤੋਂ ਪਹਿਲਾਂ ਕਰ ਲਓ, ਜਦੋਂ ਵੀ, ਜੇ ਤੁਹਾਡਾ ਜੀਅ ਕਰੇ। ਕੋਈ ਧੱਕਾ ਨਹੀਂ ਹੈ, ਕਿਉਂਕਿ ਆਪਣੇ ਲਈ ਕਰਨਾ ਨਾ, ਕਿਸੇ ਲਈ ਥੋੜ੍ਹੀ ਕਰਨਾ। ਸੋ ਬਾਕੀਆਂ ਨੇ ਵੀ ਜਿਨ੍ਹਾਂ ਨੇ ਕੀਤਾ, ਵੈਲ ਡਨ ਡੈਫੀਨੇਟਲੀ। ਕਿਉਂਕਿ ਤੁਸੀਂ, ਹਾਂਜੀ ਤੁਸੀਂ ਦੱਸਣਾ ਚਾਹੋਗੇ ਕੁਛ? ਅੱਛਾ, ਹੱਥ ਖੜਾ ਕੀਤਾ ਸੀ? ਓਕੇ, ਠੀਕ ਹੈ। ਸੋ ਅੱਜ ਅਸੀਂ ਆ ਗਏ ਸ਼ਹੀਦੀ 'ਤੇ। ਕਿਉਂ? ਕਿਉਂਕਿ ਅਸੀਂ ਹੋਰ ਸ਼ੁਕਰਾਨੇ ਵਿੱਚ ਆ ਸਕੀਏ, ਅਸੀਂ ਸਮਝ ਸਕੀਏ, ਹੋਰ ਸ਼ੁਕਰਾਨੇ ਦੇ ਵਿੱਚ ਆ ਸਕੀਏ। ਸੋ ਹੁਣ ਆਪਾਂ ਥੋੜ੍ਹਾ ਜਿਹਾ ਜਿਹੜਾ ਖਿੰਡਾ ਹੈਗਾ ਉਹਨੂੰ ਇਕੱਠਾ ਕਰਾਂਗੇ, ਆਪਣੇ ਆਪ ਨੂੰ
ਥੋੜ੍ਹਾ ਜਿਹਾ ਸਮੇਟ ਕੇ ਆਪਣੇ ਫੋਕਸ ਨੂੰ ਆਲੇ ਦੁਆਲੇ ਵੀ ਜਿਹੜਾ ਕੁਛ ਮਾਈਕ ਨਹੀਂ ਚੱਲ ਰਿਹਾ, ਪੱਖਾ ਨਹੀਂ ਚੱਲ ਰਿਹਾ, ਇਹ ਹੋ ਰਿਹਾ ਉਹ ਹੋ ਰਿਹਾ, ਉਹ ਸਾਰਾ ਕੁਛ ਹੁਣ ਭੁੱਲ ਜਾਵਾਂਗੇ, ਕੋਸ਼ਿਸ਼ ਕਰਾਂਗੇ। ਠੀਕ ਹੈ, ਹੁਣ ਅੱਖਾਂ ਬੰਦ ਕਰ ਲਓ ਥੋੜ੍ਹੀ ਦੇਰ। ਜੇ ਚੌਂਕੜਾ ਵੱਜ ਸਕਦਾ ਹੈ ਮਾਰ ਲਓ, ਜੇ ਜਗ੍ਹਾ ਨਹੀਂ ਹੈ ਤਾਂ ਜਿਵੇਂ ਬੈਠੇ ਹੋ ਠੀਕ ਹੋ, ਪਰ ਪਿੱਠ ਸਿੱਧੀ ਕਰਨ ਦੀ ਕੋਸ਼ਿਸ਼ ਕਰਿਓ। जो तो प्रेम खेलन का चाओ, सिर तर तली गली मेरी आओ, सिर तर तली गली मेरी आओ, जो तो इत मारग पैर तरी जै, सिर दी जै कान ना की जै, सिर दी जै कान ना की जै, इत मारग जो तो प्रेम खेलन का चाओ, सिर तर तली गली मेरी आओ, सिर तर तली गली मेरी आओ, जो तो सिर तर तली गली मेरी आओ, सिर तर सिर तर तली गली मेरी आओ, सो इत्थे एक डिमांड है, ਇੱਥੇ ਇੱਕ ਡਿਮਾਂਡ ਹੈ, ਮਤਲਬ ਇੱਕ ਆਸਕ ਹੈਗੀ ਹੈ। ਕਾਹਦੀ ਹੈ ਡਿਮਾਂਡ? ਕਿ ਜੇ ਪ੍ਰੇਮ ਖੇਡਣਾ ਹੈ ਤੇ ਕੀ ਕਰਨਾ ਪਏਗਾ? ਹਾਂ, ਸਿਰ ਤਲੀ ਤੇ ਰੱਖ ਕੇ ਲਿਆਉਣਾ ਪਏਗਾ। ਇਹ ਪ੍ਰੇਮ ਦੇਖਣਾ ਨਹੀਂ, ਪ੍ਰੇਮ ਸੁਣਨਾ ਨਹੀਂ, ਪ੍ਰੇਮ ਖੇਡਣ ਦੀ ਗੱਲ ਹੋ ਰਹੀ ਹੈ। ਸੋ ਇਹਨੂੰ ਕਿਵੇਂ ਸਮਝਾਂਗੇ ਆਪਾਂ ਪ੍ਰੇਮ ਖੇਡਣ ਦੀ ਗੱਲ ਨੂੰ? ਇੱਥੇ ਵਿੱਚ ਇੱਦਾਂ ਨਹੀਂ ਕਿ ਐਜ਼ ਐਨ ਅਬਜ਼ਰਵਰ ਕਿ ਖੜ੍ਹੇ ਹਾਂ ਅਸੀਂ, ਦੇਖ ਲਿਆ, ਸੁਣ ਲਿਆ, ਤੁਸੀਂ ਵਿੱਚ ਉਸ ਚੀਜ਼ ਨੂੰ ਐਕਸਪੀਰੀਅੰਸ ਕਰ ਰਹੇ ਹੋ, ਉਹਨੂੰ ਫੀਲ ਕਰ ਰਹੇ ਹੋ, ਤਾਂ ਹੀ ਖੇਲ ਪਾਓਗੇ ਨਾ, ਉੱਦਾਂ ਤਾਂ ਨਹੀਂ ਖੇਲ ਪਾਓਗੇ। ਇਹ ਕੋਈ ਇੱਥੇ ਮੈਚ ਚੱਲ ਰਿਹਾ ਹੋਏ, ਹੁਣ ਕੱਲ੍ਹ ਵੀ ਉਹ ਰੱਸਾ ਖਿੱਚੀ ਚੱਲ ਰਹੀ ਸੀ ਨਾ, ਟਗ ਆਫ ਵਾਰ, ਮੈਂ ਸਿਰਫ ਦੇਖ ਰਹੀ ਸੀ, ਤਾਂ ਮੈਂ ਖੇਲਿਆ ਨਹੀਂ। ਮੈਨੂੰ ਨਹੀਂ ਪਤਾ ਜਿਹੜੇ ਖੇਲਣ ਵਾਲੇ ਆ ਉਹਨਾਂ ਦੀ ਫੀਲਿੰਗ ਕੀ ਹੈ, ਮੈਨੂੰ ਨਹੀਂ ਪਤਾ ਜਿਹੜੇ ਖੇਲਣ ਵਾਲੇ ਆ ਉਹਨਾਂ ਨੂੰ ਕੀ ਮਹਿਸੂਸ ਹੋਇਆ, ਉਹਨਾਂ ਦਾ ਐਕਸਪੀਰੀਅੰਸ ਕੀ ਹੈਗਾ, ਉਹਨਾਂ ਨੇ ਕਿਹੜੀ ਚੀਜ਼ ਗਵਾਈ, ਕਿਹੜੀ ਚੀਜ਼ ਅਪਣਾਈ, ਨੋ ਆਈਡੀਆ। ਕਿਉਂ? ਸਿਰਫ ਦੇਖਿਆ ਸੁਣਿਆ, ਉਹਨਾਂ ਨੇ ਹੱਸ ਲਿਆ, ਅਸੀਂ ਹੱਸ ਲਿਆ, ਉਹਨਾਂ ਨੇ ਉੱਚੀ ਹੋ ਗਿਆ, ਅਸੀਂ ਫਿਰ ਉਵੇਂ ਦੀ ਫੀਲਿੰਗ ਆ ਗਈ, ਪਰ ਐਕਸਪੀਰੀਅੰਸ ਨਹੀਂ ਕੀਤਾ। ਪਰ ਹੋ ਸਕਦਾ ਉਹ ਸ਼ੁਰੂਆਤ ਉਹਨਾਂ ਨੂੰ ਦੇਖ ਕੇ ਮਨ 'ਚ ਚਾਅ ਆ ਜਾਵੇ। ਇੱਦਾਂ ਹੁੰਦਾ ਕਿ ਲੱਗ ਰਿਹਾ ਉਹਨਾਂ ਨੂੰ ਬੜਾ ਮਜ਼ਾ ਆ ਰਿਹਾ ਖੇਡਣ ਦਾ, ਰੱਸਾ ਖਿੱਚੀ, ਅਸੀਂ ਵੀ ਜਾ ਕੇ ਹੱਥ ਲਾ ਲਈਏ। ਫਿਰ ਰੈਜ਼ਿਸਟੈਂਸ ਵੀ ਆਏਗੀ ਨਾ, ਨਹੀਂ ਔਖਾ ਲੱਗ ਰਿਹਾ, ਮੇਰੇ ਕੱਪੜੇ ਨਾ ਗੰਦੇ ਹੋ ਜਾਣ, ਮੈਂ ਡਿੱਗ ਨਾ ਪਵਾਂ, ਕੋਈ ਮੇਰੇ ਉੱਤੇ ਨਾ ਡਿੱਗ ਪਵੇ, ਬਹੁਤ ਰਫ ਹੈ, ਬਹੁਤ ਟਫ ਹੈ, ਐਵੇਂ ਦੀਆਂ ਚੀਜ਼ਾਂ। ਰੈਜ਼ਿਸਟੈਂਸ, ਜੇ ਉਹ ਰੈਜ਼ਿਸਟੈਂਸ ਨੂੰ ਕੱਲ੍ਹ ਵੀ ਗੱਲ ਕੀਤੀ ਸੀ ਨਾ, ਜੇ ਉਹ ਫਿਲਟਰ ਚੇਂਜ ਕਰ ਲਿਆ, ਪਰਸਪੈਕਟਿਵ ਚੇਂਜ ਕਰ ਲਿਆ, ਜੋ ਫਿਲਟਰ ਤੋਂ ਲੰਘ ਗਏ, ਫਿਰ ਕੀ ਹੋਏਗਾ? ਫਿਰ ਜਾ ਕੇ ਫਿਰ ਕਿਤੇ ਨਾ ਕਿਤੇ ਹੱਥ ਲਾ ਹੀ ਲੈਣਾ, ਕਿਉਂਕਿ ਖੇਲਣ ਦਾ ਚਾਅ ਪੈਦਾ ਹੋ ਗਿਆ। ਹੁਣ ਇਹ ਜਿਹੜੀ ਜ਼ਿੰਦਗੀ ਹੈਗੀ ਹੈ, ਜਿਹੜਾ ਇਹ ਗੁਰਮਤ ਗਾਡੀ ਰਾਹ ਆਪਾਂ ਕਹਿ ਦਿੰਦੇ ਹਾਂ, ਗੁਰਮਤ ਦੇ ਉੱਤੇ ਖੇਲਣ ਦੀ ਹੀ ਗੱਲ ਹੈ। ਸ਼ੁਰੂਆਤ ਹੋ ਸਕਦੀ ਹੈ ਕਿ ਦੇਖਣ ਦੀ ਜਾਂ ਸੁਣਨ ਦੀ, ਪਰ ਜੇ ਅਸੀਂ ਖੇਲਿਆ ਨਹੀਂ ਤਾਂ ਉਹ ਅਧੂਰੀ ਜਰਨੀ ਹੈ। ਹੁਣ ਥੋੜ੍ਹਾ ਜਿਹਾ ਤੁਸੀਂ ਦੱਸੋ
ਕਿ ਤੁਹਾਡੇ ਲਈ ਖੇਲਣਾ ਕਿਵੇਂ ਦਾ ਲੱਗਦਾ ਹੈ। ਤੁਹਾਡੇ ਲਈ ਇਹ ਜਿਹੜੀ ਖੇਲਣ ਦੀ ਗੱਲ ਹੋ ਰਹੀ ਹੈ, ਖੇਲਣ ਤੱਕ ਆਪਾਂ ਇਕੱਠੇ ਆ ਨਾ ਸਾਰੇ, ਤੇ ਤੱਕ ਇਕੱਠੇ ਆਪਾਂ ਜਰਨੀ 'ਤੇ ਸਮਝ ਆ ਰਿਹਾ। ਤਾਂ ਤੁਹਾਡੇ ਲਈ ਉਹ ਖੇਲਣਾ ਕਿਵੇਂ ਦਾ ਦਿਖਦਾ ਹੈ? ਤੁਹਾਨੂੰ ਕੀ ਲੱਗਦਾ ਗੁਰਮਤਿ ਦੇ ਵਿੱਚ ਉਹ ਖੇਲਣਾ ਕੀ ਚੀਜ਼ ਹੈ? ਜੇ ਖੇਲਣ ਦਾ ਚਾਅ ਹੈਗਾ ਏ, ਉਹ ਕਿਵੇਂ ਦਾ ਲੱਗਦਾ ਤੁਹਾਨੂੰ? ਕੁਛ ਹੈਗਾ, ਕਦੀ ਸੋਚਿਆ ਇੱਦਾਂ? ਅੱਛਾ, ਵੀਰ ਜੀ ਕਹਿ ਰਹੇ ਵੀ ਜੋ ਗੁਰੂ ਸਾਹਿਬ ਕਹਿੰਦੇ ਆ ਉੱਦਾਂ ਮੈਂ ਆਪਣਾ ਜੀਵਨ ਜੀਣਾ, ਐਵੇਂ ਹੀ ਹੋ ਗਿਆ ਨਾ, ਇੰਪਲੀਮੈਂਟੇਸ਼ਨ ਹੋ ਗਈ। ਹੋਰ ਜੀ ਤੁਸੀਂ ਕੁਛ ਬੋਲਣ ਲੱਗਾ ਸੀ, ਕੋਈ ਮੈਨੂੰ ਆਵਾਜ਼ ਸੁਣੀ ਸੀ। ਹਾਂਜੀ, ਪਲੈਜ਼ਰ ਕਿੱਦਾਂ ਮਤਲਬ? ਅੱਛਾ ਹਾਂ, ਉਹ ਹੁਣ ਉੱਥੋਂ ਅੰਦਰ ਆ ਜਾਓ। ਹਾਂ, ਕਿ ਇਹ ਉਹ ਐਗਜ਼ਾਮਪਲ ਦੇਤੀ ਨਾ ਖੇਡਣ ਦੀ, ਉਹ ਪਲੈਜ਼ਰ ਸੀ ਕਿ ਖੇਲਣ। ਹਾਂ, ਹੁਣ ਇੱਥੇ ਦੱਸੋ ਕਿ ਇਹ ਜਿਹੜਾ ਖੇਲਣਾ ਹੈ, ਤੁਹਾਨੂੰ ਲੱਗਦਾ ਕਿ ਹਾਂ ਹੁਣ ਮੈਨੂੰ ਖੇਲਣ ਦਾ ਚਾਅ ਹੈ ਔਰ ਮੈਂ ਖੇਲ ਦੇ ਮੈਦਾਨ ਵਿੱਚ ਉਤਰ ਗਿਆ, ਮਤਲਬ ਆਈ ਐਮ ਆਲਰੇਡੀ ਪਲੇਇੰਗ, ਮੈਂ ਉਤਰ ਗਈ, ਮੈਂ ਹੁਣ ਖੇਡ ਰਹੀ ਹਾਂ। ਉਹ ਕਿਵੇਂ ਦਾ ਮਹਿਸੂਸ ਹੁੰਦਾ ਸੋਚ ਕੇ, ਜਾਂ ਕਿਸੇ ਨੇ ਐਕਸਪੀਰੀਅੰਸ ਕੀਤਾ ਹੋਏ, ਜਾਂ ਕਿਸੇ ਦੀ ਇੱਛਾ ਹੀ ਹੈ, ਉਹ ਕਿਵੇਂ ਦਾ ਦਿਖ ਰਿਹਾ ਤੁਹਾਨੂੰ? ਹਾਂਜੀ, ਇੱਕ ਮਿੰਟ। ਹਾਂਜੀ, ਸੈਕਰੀਫਾਈਸ, ਠੀਕ ਹੈ। ਤੁਸੀਂ ਵੀ ਕੁਛ ਕਹਿਣਾ ਸੀ? ਅੱਛਾ ਠੀਕ ਹੈ। ਹਾਂਜੀ, ਰਜਾਈ ਕਿਹਨੂੰ ਪਿਆਰੀ ਸੀ? ਇੱਥੇ ਰਜਾਈ ਸੀ ਨਾ। ਅੱਛਾ, ਇਹ ਦੱਸ ਰਿਹਾ ਤੁਹਾਨੂੰ। ਹਾਂ, ਓਕੇ, ਖੇਡੀ ਨਹੀਂ ਪਰ ਐਵੇਂ ਲੱਗਦਾ। ਹਾਂ ਠੀਕ ਹੈ, ਵੈਰੀ ਗੁੱਡ ਆਂਸਰ। ਕਿਉਂ? ਕਿਉਂਕਿ ਇਹਨਾਂ ਨੂੰ ਕੁਛ ਤਾਂ ਹੈ ਨਾ ਅਵੇਅਰਨੈਸ ਕਿ ਵੀ ਹਾਂ ਮੈਂ ਖੇਡੀ ਜਾਂ ਨਹੀਂ ਖੇਡੀ ਬਾਅਦ ਦੀ ਗੱਲ ਹੈ, ਪਰ ਐਵੇਂ ਦਾ ਦਿਖਦਾ ਮੈਨੂੰ। ਇਹ ਤੁਹਾਨੂੰ ਸੁਣ ਗਿਆ ਸੀ ਪਿੱਛੇ ਕੀ ਕਹਿ ਰਹੇ ਸੀ? ਪਿੱਛੇ ਤੱਕ ਸੁਣ ਰਿਹਾ? ਉਹ ਕਹਿ ਰਹੇ ਸੀ ਪਹਿਲੀ ਗੱਲ ਤਾਂ ਮੈਨੂੰ ਰਜਾਈ ਸ਼ਹੀਦ ਕਰਨੀ ਪੈਣੀ ਨਾ, ਕਿ ਵੀ ਜਿਹੜਾ ਰੋਜ਼ ਫਾਈਟ ਕਰਨੀ ਹੈ, ਜਿਹੜਾ ਉੱਠ ਨਹੀਂ ਹੁੰਦਾ ਸਵੇਰੇ, ਕਿੰਨਾ ਮੁਸ਼ਕਿਲ ਹੁੰਦਾ। ਉਹ ਇੱਕ ਬੈਟਲ ਹੈ ਜਿਹੜਾ ਤੁਸੀਂ ਕਿਹਾ 5 ਮਿੰਟ 2 ਮਿੰਟ 10 ਮਿੰਟ, ਕਿਸੇ ਵੀ ਪਰਪਸ ਲਈ ਜਦੋਂ ਤੁਸੀਂ ਉੱਠਣਾ। ਤਾਂ ਹੋਰ ਇਹਨਾਂ ਨੇ ਕਿਹਾ ਵੀ ਜੇ ਸਾਨੂੰ ਲਾਈਫ 'ਚ ਕੋਈ ਛੱਡ ਜਾਂਦਾ, ਕੋਈ ਪਿਆਰਾ, ਕੋਈ ਚਲਾ ਜਾਂਦਾ, ਤਾਂ ਅਸੀਂ ਉਹਦੇ 'ਚ ਹੀ ਆਪਣਾ ਜੀਵਨ, ਇਹਨਾਂ ਨੇ ਤਾਂ ਇਹ ਕਿਹਾ ਸੀ ਅਸੀਂ ਮੌਤ ਤੋਂ ਉੱਠਣਾ, ਤਾਂ ਉਹਨੂੰ ਜੇ ਮੈਂ ਸਿੰਪਲੀਫਾਈ ਕਰਦਾ ਕਿ ਉਹਦੇ 'ਚ ਹੀ ਆਪਣਾ ਜੀਵਨ ਖਚਿਤ ਨਹੀਂ ਕਰ ਦੇਣਾ। ਔਰ ਇਹ ਹੋ ਰਿਹਾ ਬਾਏ ਦ ਵੇ, ਸਪੈਸ਼ਲੀ ਕੋਵਿਡ ਦੌਰਾਨ ਇਸ ਤਰ੍ਹਾਂ ਬਹੁਤ ਹੋਇਆ, ਤੁਹਾਡੇ ਵੀ ਹੋਇਆ ਹੋਏਗਾ, ਕਿਉਂਕਿ ਅਸੀਂ ਕਾਫੀ ਜਾਨਾਂ ਗਵਾਈਆਂ ਨਾ, ਉੱਥੇ ਵੀ ਬਹੁਤ, ਇੱਥੇ ਵੀ ਹੋਇਆ ਹੋਏਗਾ ਕਾਫੀ ਲੋਸ। ਅਤੇ ਉਹਦੇ ਵਿੱਚ ਕੀ ਹੋਇਆ ਕਿ ਕਈ ਜਿਹੜੇ ਚਲੇ ਗਏ ਉਹ ਤਾਂ ਚਲੇ ਗਏ, ਜਿਹੜੇ ਪਿੱਛੇ ਰਹਿ ਗਏ ਨੇ ਉਹ ਵੀ ਤਕਰੀਬਨ ਜਾ ਹੀ ਚੁੱਕੇ ਨੇ, ਜਿੱਦਾਂ ਜਿੰਦਾ ਲਾਸ਼ ਕਹਿ ਲਓ, ਲਿਵਿੰਗ ਡੈਡ ਕਹਿ ਲਓ। ਕਿਉਂਕਿ ਜਾਂ ਉਹ ਬਹੁਤ ਐਕਸਟਰੀਮ ਡਿਪਰੈਸ਼ਨ 'ਚ ਜਾ ਚੁੱਕੇ ਨੇ, ਜਾਂ ਉਹ ਇੰਨੀ ਸੈਡਨੈਸ 'ਚ ਜਾ ਚੁੱਕੇ ਨੇ ਕਿ ਉਹ ਜੀਵਨ ਬਿਤਾ ਹੀ ਨਹੀਂ ਪਾ ਰਹੇ ਆਪਣਾ, ਜੀ ਨਹੀਂ ਰਹੇ। ਆਪਾਂ ਚੜ੍ਹਦੀ ਕਲਾ ਦੀ ਗੱਲ ਕਿੱਥੋਂ ਕਰਨੀ ਹੈ? ਉਹ ਤਾਂ ਇੱਕ ਬੇਸਿਕ ਲੈਵਲ ਆਫ ਲਿਵਿੰਗ ਵੀ ਨਹੀਂ ਹੈਗੀ। ਕਿਉਂਕਿ ਅਟੈਚਮੈਂਟ ਬਹੁਤ ਜ਼ਿਆਦਾ। ਅੱਛਾ, ਇੱਥੇ ਕਿਸੇ ਦਾ ਹੱਥ ਖੜਾ ਸੀ, ਤੁਸੀਂ? ਹਾਂਜੀ, ਠੀਕ ਹੈ। ਹਾਂਜੀ, ਹਾਂ, ਇਹ ਵੀ ਬੜੀ ਅੱਛੀ ਐਨਾਲੋਜੀ ਇਹਨਾਂ ਨੇ ਦਿੱਤੀ ਹੈ ਵੀ ਜਿੱਦਾਂ ਅਸੀਂ ਖੇਡਣ ਲੱਗਿਆ, ਕੋਈ ਵੀ ਚੈਲੰਜ ਇੱਕੋਦਮ ਸਾਡੇ ਉੱਤੇ ਪੈ ਜਾਂਦਾ ਤਾਂ ਅਸੀਂ ਉਹ ਤੋਂ ਭੱਜਦੇ ਨਹੀਂ। ਜਿਹੜਾ ਪਲੇਅਰ ਭੱਜ ਗਿਆ ਉਹਨੂੰ ਦੁਬਾਰਾ ਕਦੀ ਨਹੀਂ ਲਏਗੀ ਕੋਈ ਟੀਮ। ਤੁਸੀਂ ਕੁਛ ਹੈਗੇ ਹੋ ਪਲੇਅਰਸ, ਤੁਸੀਂ ਸਵੇਰੇ ਗੱਲ ਕਰ ਰਹੇ ਸੀ ਨਾ ਸਪੋਰਟਸ 'ਚ ਹੈਗੇ ਆ, ਜਿਹੜਾ ਪਲੇਅਰ ਭੱਜ ਗਿਆ ਉਹਨੂੰ ਕਦੀ ਵੀ ਟੀਮ ਦੁਬਾਰਾ ਨਹੀਂ ਲਏਗੀ, ਨੈਚੁਰਲੀ, ਹੈ ਨਾ, ਕਿਉਂ ਲਏ? ਔਰ ਐਵੇਂ ਜੇ ਇੱਥੇ ਚੈਲੰਜਸ ਵੀ ਪੈਂਦੇ ਨੇ ਤਾਂ ਤਿਆਰ ਰਹੀਏ, ਭੱਜੀਏ ਨਾ। ਔਰ ਤੁਸੀਂ ਸ਼ੁਰੂ ਕੀਤਾ ਸੀਗਾ ਨਾਮ ਦੇ, ਹਾਂ, ਗੁਰੂ ਸਾਹਿਬ ਦਾ ਰੰਗ ਮਾਨਣਾ। ਰੰਗ ਫਿਰ ਜਦੋਂ ਤੁਸੀਂ ਉੱਥੇ ਰਹੋਗੇ ਅਤੇ ਖੇਡੋਗੇ, ਇਨਵੋਲਵ ਹੋਵੋਗੇ, ਇੰਗੇਜ ਹੋਵੋਗੇ, ਤਾਂ ਰੰਗ ਤਾਂ ਮਹਿਸੂਸ ਹੋਏਗਾ ਹੀ ਨਾ ਫਿਰ। ਠੀਕ ਹੈ, ਹੋਰ ਕਿਸੇ ਦਾ? ਹਾਂਜੀ, ਅੱਛਾ ਠੀਕ ਹੈ, ਤੁਸੀਂ ਤਾਂ ਵਾਕਈ ਸਾਰੇ ਗਿਆਨੀ ਹੋ, ਅੱਛਾ ਲੱਗ ਰਿਹਾ ਸੁਣ ਕੇ। ਦੁਬਾਰਾ ਬੋਲੋ, ਸਾਰਿਆਂ ਨੂੰ ਸੁਣੇਗਾ ਪਿੱਛੇ ਤੱਕ। ਜਿਵੇਂ ਆਪਾਂ ਕੱਲ ਟਗ ਆਫ ਵਾਰ ਖੇਡੀ ਸੀ, ਤੇ ਬਸ ਉਵੇਂ ਹੀ ਇਹ ਗੇਮ ਹੈਗੀ ਜਿੱਥੇ ਦੂਜੇ ਪਾਸੇ ਕਾਮ ਕ੍ਰੋਧ ਲੋਭ ਹੰਕਾਰ ਹੈਗੇ ਆ, ਤੇ ਬਸ ਉਹੀ ਖੇਲ ਜਿੱਤਣੀ ਹੈ। ਹਾਂ, ਉਧਰ ਬਸ ਨਹੀਂ ਖਿੱਚੇ ਜਾਣਾ, ਖਿੱਚੇ ਨਹੀਂ ਜਾਣਾ, ਸਗੋਂ ਆਪਣੇ ਆਪ ਦੀ ਇੱਕ ਬਾਊਂਡਰੀ ਬਣਾ ਕੇ ਰੱਖਣੀ ਹੈ ਕਿ ਉਹ ਹੈ ਤਾਂ ਸਾਰਾ ਕੁਛ ਨਾਲ ਹੀ ਨਾ, ਅਸੀਂ ਵੈਨਿਸ਼ ਨਹੀਂ ਕਰ ਸਕਦੇ ਉਹ ਚੀਜ਼ਾਂ, ਪਰ ਉਹਨੂੰ ਮੈਨੇਜ ਕਿਵੇਂ ਕਰਨਾ। ਹੋਰ ਕਿਸੇ ਨੇ ਕੁਛ ਕਹਿਣਾ ਜੀ? ਹਾਂਜੀ, ਹਰ ਕਿਸੇ ਨੂੰ ਉਸ ਦਾ ਰੂਪ ਜਾਣ ਕੇ ਪ੍ਰੇਮ ਨਾਲ ਰਹਿਣਾ। ਇਹ ਤੁਹਾਨੂੰ ਐਵੇਂ ਲੱਗਦਾ ਵੀ ਜਦੋਂ ਅਸੀਂ ਇਸ ਸਟੇਟ 'ਤੇ ਪਹੁੰਚ ਜਾਵਾਂਗੇ
ਜਾਂ ਕਰ ਪਾ ਰਹੇ ਹਾਂ ਤਾਂ ਉਹ ਲੱਗਦਾ ਕਿ ਅਸੀਂ ਉਹ ਖੇਡ ਹੁਣ ਖੇਡ ਰਹੇ ਹਾਂ ਜਾਂ ਐਕਸਪੀਰੀਅੰਸ ਕਰ ਰਹੇ ਹਾਂ। ਹਾਂਜੀ नहीं जाएगा। ਠੀਕ ਹੈ ਵੀ ਜੋ ਕੁਝ ਹੋ ਰਿਹਾ ਉਹਨੂੰ ਮੰਨ ਲੈਣਾ। ਹਾਂਜੀ ਪਿੱਛੇ ਵੀ ਵੀਰ ਜੀ ਕਹਿ ਰਹੇ ਨੇ। वैसे आसान नहीं है ना, एक खेल कठिन है किन्हों गुरुमुख जाना, जो पूरी डेफिनेशन ही है साधु मन का मान को काम क्रोध संजय करते हैं मतलब ਇਹ ਤਾਂ ਛੋਟੀ ਮੋਟੀ ਖੇਡਾਂ ਨੇ ਜੋ ਉਹਨਾਂ ਦੇ ਵਿੱਚੋਂ ਉੱਭਰ ਕੇ ਆਈਆਂ ਨੇ। ਗੁਰੂ ਸਾਹਿਬ ਕਹਿੰਦੇ ਨੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਕਹਿਣੇ ਕਥਨ ਦਾ ਪੀਤਾ ਗੋਬਿੰਦ। ਹਾਂ ਬਹੁਤ ਮੁਸ਼ਕਿਲ ਖੇਡ ਹੈ, ਖੇਡਣੀ ਹੈ ਜਿੱਤੀ ਹੈ। ਹਾਂ ਥੋੜਾ ਕੋਲ ਕਰੋ ਮਾਈਕ। ਇਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਕਹਿ ਰਹੇ ਆ ਵੀ ਜਾਨਾ ਨਾ ਕਿ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ। ਹੁਣ ਸਾਨੂੰ ਕਿੱਦਾਂ ਪਤਾ ਲੱਗੇ ਕਿ ਆ ਜਿਹੜੇ ਇੱਥੇ ਪ੍ਰਾਣੀ ਬੈਠੇ ਆ, ਜਿਹੜੀਆਂ ਰੂਹਾਂ ਬੈਠੀਆਂ, ਇਹਦੇ 'ਚੋਂ ਕਿਹੜਾ ਗੁਰਮੁਖ ਹੈ ਅਤੇ ਕਿਹੜਾ ਨਹੀਂ, ਜਾਂ ਆਪਣੇ ਆਪ ਨੂੰ ਵੀ ਕਿਵੇਂ ਪਤਾ ਲੱਗੇ ਕਿ ਜੇ ਮੈਨੂੰ ਲੱਗੇ ਇਸ ਵੇਲੇ ਕਿ ਇਹ ਤਾਂ ਹੁਣ ਖੇਡ ਔਖੀ ਹੈ ਕਿ ਮੈਂ ਭੱਜ ਜਾਵਾਂ ਛੱਡ ਕੇ ਮੈਦਾਨ, ਇਹ ਆਪਸ਼ਨ ਹੈਗੀ ਸਾਡੇ ਕੋਲ। ਇਹ ਬਿਲਕੁਲ ਕਿਉਂਕਿ ਗੁਰਬਾਣੀ ਟੱਲ ਹੈ ਜਾਨ। ਜੇ ਖੇਲ ਕਠਿਨ ਨਹੀਂ ਹੋਏਗਾ ਮਜ਼ਾ ਨਹੀਂ ਆਏਗਾ ਖੇਡਣ ਦਾ, ਕੋਈ ਮਜ਼ਾ ਫਿਰ ਉਹ ਲਾ ਮਾੜੀ ਜਿਹੀ ਰੱਸੀ ਖਿੱਚਣੀ ਸੀ, ਕੋਈ ਚੈਲੰਜ ਤਾਂ ਹੈ ਹੀ ਨਹੀਂ ਉਹਦੇ 'ਚ। ਕੋਈ ਕੌਣ ਜਾਏਗਾ ਖੇਡਣ ਜੇ ਇਸੇ ਕਰਕੇ ਹੀ ਕਠਿਨ ਹੈ ਪਰ ਪਿਆਰੀ ਵੀ ਹੈ ਕਿ ਨਹੀਂ। ਜੇ ਪਿਆਰੀ ਨਾ ਹੋਏ ਫਿਰ ਤਾਂ ਇੱਥੇ ਇਹ ਹੁਣ ਕਠਿਨ ਹੀ ਆਏ ਹੋ ਜਿੱਥੋਂ ਜਿੱਥੋਂ ਆਏ ਹੋ, ਪਰ ਪਿਆਰ ਹੈ ਪਿਆਰੀ ਹੈ ਨਾ। ਹੁਣ ਤੁਸੀਂ ਬੜਾ ਅੱਛਾ ਐਗਜ਼ਾਮਪਲ ਦਿੱਤੀ ਹੈ। ਹੁਣ ਇਹਦੇ 'ਤੇ ਇੱਕ ਡੂੰਘੀ ਥੋੜ੍ਹੀ ਗੱਲ ਹੈਗੀ ਕਿਉਂਕਿ ਕਈਆਂ ਨੇ ਮੇਰੇ ਨਾਲ ਰਾਤੀ ਗੱਲ ਵੀ ਕਰ ਰਹੇ ਸੀ ਕਈ ਕਿ ਸਾਨੂੰ ਜਿੱਦਾਂ ਹੁਣ ਰਾਤੀ ਸਾਖੀਆਂ ਸੁਣਾ ਰਹੇ ਸੀ ਨਾ, ਕਈਆਂ ਨੂੰ ਕਾਫੀ ਇਤਿਹਾਸ ਦੀ ਨੌਲੇਜ ਹੈ, ਕਈਆਂ ਨੂੰ ਨਹੀਂ ਹੈਗੀ। ਤਾਂ ਕੀ ਮਤਲਬ ਕਿ ਉਹ ਫਿਰ ਜਿਨ੍ਹਾਂ ਨੂੰ ਨਹੀਂ ਹੈਗੀ ਉਹਨਾਂ ਕੋਲ ਕੋਈ ਹੋਪ ਹੈ ਕਿ ਨਹੀਂ? ਹਾਂ ਅਸੀਂ ਉੱਥੇ ਹੋਪਲੈਸ ਨਹੀਂ ਫੀਲ ਕਰਨਾ ਕਿਉਂਕਿ ਰਾਤੀ ਗੱਲ ਹੋਈ। ਅੱਛਾ ਹੋਇਆ ਤੁਸੀਂ ਇਹ ਮੈਂਸ਼ਨ ਕਰ ਦਿੱਤੀ ਚੀਜ਼, ਨਾਲ ਹੀ ਇੱਥੇ ਕਲੀਅਰ ਹੋ ਜਾਏਗੀ। ਅਸੀਂ ਔਰ ਐਵੇਂ ਨਹੀਂ ਸੋਚਣਾ ਕਿ ਦੇਖੋ ਮੈਨੂੰ ਤਾਂ ਆਉਂਦਾ ਹੀ ਨਹੀਂ ਕੁਛ, ਮੈਨੂੰ ਤਾਂ ਪਤਾ ਹੀ ਨਹੀਂ, ਸੋ ਇਹ ਮੇਰੇ ਲਈ ਔਖਾ ਖੇਡ ਆ, ਆਈ ਕੁਇਟ। ਕੱਲ੍ਹ ਗੱਲ ਹੋਈ ਸੀ ਕੁਇਟ, ਤਾਂ ਅਸੀਂ ਸਾਡੇ ਲਈ ਆਪਸ਼ਨ ਹੀ ਨਹੀਂ ਹੈਗੀ ਲਾਈਫ 'ਚ, ਕੁਇਟ ਕਰਨਾ ਆਪਸ਼ਨ ਨਹੀਂ ਹੈ। ਅਸੀਂ ਸਟ੍ਰੈਟਜੀ ਚੇਂਜ ਕਰ ਸਕਦੇ ਹਾਂ। ਜੇ ਨਹੀਂ ਪਤਾ ਤਾਂ ਕਿਵੇਂ ਪਤਾ ਕਰੀਏ? ਤੁਸੀਂ ਆਏ ਹੋ ਪਤਾ ਕਰਨ ਹੀ ਆਏ ਹੋ ਨਾ। ਗੁਰਸਿੱਖਾਂ ਨਾਲ ਬੈਠੋ, ਬਾਣੀ ਪੜ੍ਹੋ, ਵਿਚਾਰੋ, ਗਾਓ, ਉਹਨੂੰ ਮਾਣੋ, ਉਹਨੂੰ ਇੰਪਲੀਮੈਂਟ ਕਰੋ ਇੱਕ ਇੱਕ ਸਟੈਪ ਕਰਕੇ। ਹੈ ਤਾਂ ਕਠਿਨ ਪਰ ਸਾਨੂੰ ਕਿਵੇਂ ਪਤਾ ਲੱਗੇ ਕਿਨਹੂ ਗੁਰਮੁਖ ਜਾਨਾ, ਕਿ ਗੁਰਮੁਖ ਕੌਣ ਹੈ? ਗੁਰੂ ਦੀ ਰਾਹੀਂ ਜਿਹੜਾ ਗੁਰੂ ਵੱਲ ਮੂੰਹ ਕਰੇਗਾ ਉਹ ਜਾਣੇਗਾ। ਔਰ ਕਿਸੇ ਅੱਜ ਤੱਕ ਤੁਸੀਂ ਦੱਸੋ ਕਿਸੇ ਨੇ ਗੁਰੂ ਨੇ ਕਿਸੇ ਨੂੰ ਕਿਹਾ ਹੋਏ ਕਿ ਯੂ ਆਰ ਨਾਟ ਗੁੱਡ ਇਨਫ, ਤੂੰ ਬੜਾ ਮਤਲਬ ਉਸ ਲੈਵਲ ਦਾ ਨਹੀਂ ਹੈਗਾ, ਤੈਨੂੰ ਇਹ ਜਿੱਦਾਂ ਆਪਾਂ ਕਹਿੰਦੇ ਕੋਈ ਜੋਬ ਇੰਟਰਵਿਊ ਜਾਂਦਾ ਤਾਂ ਉਹ ਜੋਬ ਇੱਕ ਨੂੰ ਹੀ ਮਿਲਦੀ ਹੈ 10 'ਚੋਂ। ਉਹ ਕਹਿ ਦਿੰਦੇ ਆ ਵੀ ਆ ਸਾਰੇ ਚੰਗੇ ਪਰ ਜਾਂ ਹੋ ਸਕਦਾ ਵੀ ਇਹ ਬੈਸਟ ਹੈ, ਜਾਂ ਇਹ ਵੀ ਕਹਿ ਦਿੰਦੇ ਆ ਇਹ ਮਾੜਾ, ਐਵੇਂ ਵੀ ਕਹਿ ਦਿੰਦੇ ਆ ਕਿ ਗੁਰੂ ਆਪਣਾ ਡਿਸਕ੍ਰਿਮੀਨੇਟਰੀ ਹੈ ਕਿਸੇ ਨਾਲ ਸਮਝਦੇ, ਕਿਸੇ ਨੂੰ ਜ਼ਿਆਦਾ ਕਿਸੇ ਨੂੰ ਘੱਟ। ਹਾਂਜੀ ਹਾਂ ਬਾਇਸ ਕਹਿ ਦਿਓ, ਐਵੇਂ ਹੈ ਕਿਤੇ ਵੀ ਲੱਗਦਾ ਤੁਹਾਨੂੰ ਗੁਰਬਾਣੀ ਪੜ੍ਹ ਕੇ ਜਾਂ ਐਕਸਪੀਰੀਅੰਸ ਦੇ ਵਿੱਚ ਵੀ? ਅਸੀਂ ਹੈਗੇ ਹਾਂ, ਅਸੀਂ ਇੱਥੇ ਵੀ ਸੰਗਤ 'ਚ ਜਾ ਕੇ ਵੀ ਬਹੁਤ ਡਿਸਕ੍ਰਿਮੀਨੇਟਰੀ ਹੋ ਜਾਂਦੇ ਹਾਂ। ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਇਹ ਗੱਲ ਕੀਤੀ ਕਿ ਉਹਦੇ ਵਿੱਚ ਸਾਰਿਆਂ ਦਾ ਰੂਪ ਹੈਗਾ, ਫਿਰ ਕਿਵੇਂ ਡਿਸਕ੍ਰਿਮੀਨੇਟਰੀ ਹੋ ਜਾਈਏ? ਜੇ ਇੱਕ ਜੋਤ ਹੈਗੇ ਸਾਰੇ ਇੱਕ ਹੈਗੇ। ਜੇ ਗੁਰੂ ਡਿਸਕ੍ਰਿਮੀਨੇਟਰੀ ਨਹੀਂ ਹੈਗਾ ਤਾਂ ਜਿੱਦਾਂ ਕਹਿ ਲਓ ਸੂਰਜ ਸਾਰਿਆਂ 'ਤੇ ਕਿਰਨਾਂ ਪਾ ਰਿਹਾ ਨਾ, ਖੁੱਲ੍ਹੇਆਮ ਪਾ ਰਿਹਾ। ਹੁਣ ਆਪਣੀ ਮਰਜ਼ੀ ਹੈ, ਅਸੀਂ ਸਨ ਹੈਟ ਪਾ ਲਈ ਜਾਂ ਗਲਾਸਿਸ ਲਾ ਲਈਆਂ ਜਾਂ ਪਿੱਠ ਕਰ ਲਈ ਤਾਂ ਅਸੀਂ ਕਹੀਏ ਵੀ ਮੈਨੂੰ ਵਿਟਾਮਿਨ ਡੀ ਨਹੀਂ ਮਿਲ ਰਿਹਾ, ਮੈਨੂੰ ਧੁੱਪ ਨਹੀਂ ਮਿਲ ਰਹੀ। ਉੱਧਰੋਂ ਡਿਸਕ੍ਰਿਮੀਨੇਸ਼ਨ ਨਹੀਂ ਹੋਈ, ਉੱਧਰੋਂ ਬਾਇਸ ਨਹੀਂ ਹੋਇਆ। ਅੱਛਾ ਇਹਦਾ ਕੀ ਮਤਲਬ ਹੈ ਇਹ ਵੀ ਦੱਸੋ? ਇਹਦਾ ਮਤਲਬ ਡਿਸਕ੍ਰਿਮੀਨੇਟਰੀ ਹੋ ਗਿਆ ਜੇ ਇਹਦਾ ਮਤਲਬ ਇਹ ਹੈ ਤਾਂ। ਪਿਤਾ ਜੀ ਤੁਸੀਂ ਦੱਸੋ। ਦੋ ਮਾਈਕ ਦਿਓ। ਸਾਰਿਆਂ ਉੱਤੇ ਉਹਦੀ ਨਜ਼ਰ ਇੱਕੋ ਹੀ ਆ, ਬਰਾਬਰ ਆ। ਸਾਡੇ ਆਪਣੇ ਭਾਂਡਾ ਛੋਟਾ ਸੀ, ਕਿਸੇ ਨੇ ਥੋੜੀ ਲੈ ਲਈ, ਕਿਸੇ ਨੇ ਬਹੁਤੀ ਲੈ ਲਈ। ਸ਼ੁਕਰ ਹੈ ਤੁਸੀਂ ਇਹ ਵੀ ਗੱਲ ਕਰ ਲਈ। ਇਹ ਨਾ ਇਹ ਪੰਕਤੀ ਜਦੋਂ ਅਸੀਂ ਟਰੈਵਲ ਕਰ ਰਹੇ ਸੀ ਨਾ ਤੇ ਕਿਤੋਂ ਆ ਗਈ ਤਾਂ ਮੈਂ ਕਿਹਾ ਅਸੀਂ ਇਹ ਤਾਂ ਫਿਰ ਰੱਬ ਬਾਇਸ ਹੋ ਗਿਆ ਜੇ ਇਹਦਾ ਮਤਲਬ ਇਹ ਹੈ। ਇਹ ਤਾਂ ਬਹੁਤ ਚੱਕਰ ਪੈ ਗਿਆ ਜੇ ਪੰਕਤੀ ਦਾ ਇਹ ਮਤਲਬ ਹੋ ਗਿਆ ਕਿ ਹਾਂ ਨਜ਼ਰ ਤਾਂ ਸਾਰਿਆਂ 'ਤੇ ਹੈ ਪਰ ਉਹਦੀ ਮਰਜ਼ੀ ਇਹਦੇ 'ਤੇ ਜ਼ਿਆਦਾ ਕਰਤੀ, ਇਹਦੇ 'ਤੇ ਥੋੜ੍ਹੀ ਕਰਤੀ। ਇਹ ਤਾਂ ਫਿਰ ਜੋ ਕੁਛ ਅਸੀਂ ਕਰ ਰਹੇ ਹਾਂ ਦੁਨੀਆ 'ਚ ਉਹ ਨਹੀਂ ਹੋ ਗਿਆ ਕਿ ਹਾਂ ਇਹ ਥੋੜਾ ਰਿਚ ਫੈਮਿਲੀ ਤੋਂ ਹੈ, ਮੈਂ ਇਹਦੇ ਨਾਲ ਬਣਾ ਕੇ ਰੱਖਾਂ
ਦੂਜੇ ਦੀ ਠੀਕ ਠਾਕ ਹੀ ਹੈ, ਇਹਦੇ ਨੂੰ ਨਾ ਵੀ ਫਤਿਹ ਬੁਲਾਈ ਤੇ ਕੋਈ ਗੱਲ ਨਹੀਂ, ਕਰਦੇ ਆ ਨਾ ਅਸੀਂ ਇੱਦਾਂ, ਹੈ ਨਾ, ਜਾਂ ਇਹਦੇ ਕੋਲ ਕੋਈ ਗੁਣ ਹੈਗਾ ਹੈ, ਇਹਨੂੰ ਤਾਂ ਮੈਂ ਫਤਿਹ ਬੁਲਾ ਦੇਵਾਂ, ਦੂਜੇ ਵੱਲ ਨਾ ਵੀ ਮੂੰਹ ਕਰਾਂ। ਇੱਕ ਇੱਕ ਨਿੱਕੀ ਨਿੱਕੀ ਚੀਜ਼ 'ਚ ਜਦੋਂ ਅਸੀਂ ਡਿਸਕ੍ਰਿਮੀਨੇਸ਼ਨ ਕਰ ਰਹੇ ਹਾਂ ਨਾ, ਅਸੀਂ ਵਾਹਿਗੁਰੂ ਤੋਂ ਦੂਰ ਜਾ ਰਹੇ ਹਾਂ, ਕਿਉਂਕਿ ਵਾਹਿਗੁਰੂ ਦੇ ਗੁਣਾਂ ਨੂੰ ਧਾਰਨ ਕਰਕੇ ਵਾਹਿਗੁਰੂ ਵਰਗੇ ਬਣਨਾ ਸੀ, ਅਸੀਂ ਉਹ ਉੱਦਾਂ ਦਾ ਕੰਮ ਕੀਤਾ ਨਹੀਂ ਸੀ, ਦੂਰ ਹੋ ਗਏ। ਸੋ ਇਹ ਵੀ ਸ਼ੁਕਰ ਹੈ, ਇਹ ਵੀ ਪੰਕਤੀ ਆ ਗਈ। ਹੋਰ ਵੀ ਕੋਈ ਹੈਗੀ ਵੀਰ ਜੀ ਤੇ ਕੱਢ ਦਿਓ। ਹਾਂ, ਤੇ ਇਹ ਪਹਿਲਾਂ ਸਮਝ ਆ ਗਈ, ਕਿਸੇ ਥੋੜੀ ਕਿਸੇ ਹੈ ਕਨੇਰੀ, ਕਿਉਂਕਿ ਬਹੁਤ ਕੋਟ ਕੀਤੀ ਜਾਂਦੀ ਹੈ, ਕਿਸੇ ਨੂੰ ਜ਼ਿਆਦਾ ਪਿਆਰ ਕਰਦਾ ਵਾਹਿਗੁਰੂ। ਮੇਰੇ ਤਾਂ ਕਰਮਾਂ 'ਚ ਹੀ ਨਹੀਂ ਸੀ ਇੱਦਾਂ, ਤੇ ਇਸ ਕਰਕੇ ਮੈਨੂੰ ਇਹ ਚੀਜ਼ ਮਿਲੀ, ਮੇਰੇ ਤੇ ਕਿਰਪਾ ਨਹੀਂ ਹੁੰਦੀ। ਆਪਣਾ ਭਾਂਡਾ ਛੋਟਾ, ਨਾਲੇ ਆਪਣੇ ਆਪ ਨੂੰ ਉਹ ਵਿਕਟਮਾਈਜੇਸ਼ਨ ਤੇ ਆਪਣੇ ਆਪ ਨੂੰ ਇੱਕ ਐਕਸਕਿਊਜ਼ ਦੇ ਦਿੰਦੇ ਆ। ਮੇਰੇ ਕੋਲੋਂ ਤਾਂ ਅੰਮ੍ਰਿਤ ਵੇਲੇ ਉੱਠ ਨਹੀਂ ਹੁੰਦਾ, ਕਿਉਂਕਿ ਮੈਨੂੰ ਉਹ ਉਠਾਉਂਦਾ ਨਹੀਂ, ਉਹ ਨਾਲ ਵਾਲੇ ਨੂੰ ਉਠਾ ਦਿੰਦਾ। ਖਹਿੜਾ ਛੁਡਾ ਦਿੰਦੇ ਆ ਵੀ ਗੁੱਡ ਲੈਂਗੁਏਜ ਹੈ, ਖਹਿੜਾ ਛੁਡਾ ਦਿੰਦੇ ਆ, ਕਿਉਂਕਿ ਸਾਨੂੰ ਸਮਝ ਆ ਜਾਏਗੀ ਨਾ ਸਾਰਿਆਂ ਨੂੰ ਕਿ ਕਿਉਂ ਉਹਦੇ ਤੇ ਪਾਤੀ ਗੱਲ। ਜਦੋਂ ਭਾਗਾਂ 'ਚ ਹੋਏਗਾ ਉਦੋਂ ਅੰਮ੍ਰਿਤ ਛਕ ਲਾਂਗੇ, ਜਦੋਂ ਭਾਗਾਂ 'ਚ ਹੋਏਗਾ ਉਦੋਂ ਬਾਣੀ ਪੜ੍ਹ ਲਾਂਗੇ। ਇਹ ਸਾਰਾ ਕੁਛ ਖਹਿੜਾ ਛੁਡਾਉਣ ਵਾਲੀਆਂ ਗੱਲਾਂ ਨੇ, ਕੰਪਲੀਟ ਖਹਿੜਾ ਛੁਡਾਉਣ ਵਾਲੀਆਂ ਗੱਲਾਂ। ਇਹ ਜਿਹਨਾਂ ਸ਼ਹੀਦਾਂ ਦੀ ਸਿੰਘਾਂ ਸਿੰਘਣੀਆਂ ਦੀ ਤੁਸੀਂ ਰਾਤੀ ਗੱਲਾਂ ਕਰਦੇ ਸੀਗੇ, ਉਹ ਖਹਿੜੇ ਛੁਡਾਉਣ ਵਾਲੇ ਨਹੀਂ ਸੀ। ਜੇ ਖਹਿੜਾ ਛੁਡਾਉਣ ਵਾਲੇ ਹੁੰਦੇ, ਕਿਸੇ ਨੇ ਵੀ ਇੱਥੇ ਨਹੀਂ ਬੈਠੇ ਹੋਣਾ ਸੀ ਅੱਜ, ਕਿਸੇ ਨੇ ਵੀ ਨਹੀਂ, ਅਸੀਂ ਐਗਜ਼ਿਸਟ ਹੀ ਨਹੀਂ ਕਰਨਾ ਸੀ, ਕਰਨਾ ਹੀ ਨਹੀਂ ਸੀਗਾ। ਇਹਨੂੰ ਥੋੜ੍ਹਾ ਜਿਹਾ ਸੋਚ ਕੇ ਦੇਖੋ। ਭੈਣ ਜੀ ਤੁਸੀਂ ਕੁਝ ਕਹਿਣਾ ਸੀ? ਹਾਂਜੀ, ਭਾਂਡਾ ਛੋਟਾ ਵੱਡਾ ਕਿੱਦਾਂ ਹੁੰਦਾ? ਵੈਰੀ ਗੁੱਡ ਕੁਐਸਚਨ। ਆਪਾਂ ਪਹਿਲਾਂ ਪੁੱਛਦੇ ਹਾਂ ਸੰਗਤ ਤੋਂ, ਫਿਰ ਇੱਥੇ ਆਉਂਦੇ ਹਾਂ। ਦੱਸੋ ਜੀ, ਕਿਸੇ ਨੇ ਭਾਂਡੇ ਦੀ ਗੱਲ ਕੀਤੀ ਸੀ, ਉਹੀ ਦੱਸਣ ਪਹਿਲਾਂ। ਤੁਸੀਂ ਕੀਤੀ ਸੀ? ਚਲੋ ਫਿਰ, ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਭਾਂਡੇ ਦੀ ਗੱਲ ਹੋਈ ਕਿ ਆਪਾਂ ਜਦੋਂ ਆਪਣੇ ਆ ਰਹੀ ਆਵਾਜ਼, ਜਦੋਂ ਆਪਾਂ ਆਪਣੇ ਕਰਮ ਉਹ ਜਿਹੇ ਕਰਦੇ ਆ, ਤੇ ਜਦੋਂ ਕੋਈ ਕੰਮ ਨਾ ਹੋਵੇ ਤੇ ਆਪਾਂ ਗੁਰੂ ਸਾਹਿਬ ਅੱਗੇ ਰੱਖ ਦਿੰਦੇ ਆ ਕਿ ਤੁਸੀਂ ਨਹੀਂ ਚਾਹ ਰਹੇ ਹੈਗੇ ਜੀ, ਇਹ ਮੇਰਾ ਕੰਮ ਨਹੀਂ ਹੋ ਰਿਹਾ। ਪਰ ਅਸਲ 'ਚ ਗਲਤੀ ਆਪਣੀ ਹੁੰਦੀ ਹੈ ਕਿ ਆਪਾਂ ਉਹ ਕੰਮ ਸਹੀ ਨਹੀਂ ਕਰ ਰਹੇ ਹੁੰਦੇ, ਕਿ ਕੁਇਟ ਕਰਨ ਬਾਰੇ ਸੋਚਣ ਲੱਗ ਜਾਂਦੇ ਆ, ਕਿ ਹੋਰ ਕੋਈ ਰਾਹ ਨਹੀਂ ਸੋਚਦੇ ਕਿ ਇਸੇ ਤਰੀਕੇ ਕਿਸੇ ਹੋਰ ਤਰੀਕੇ ਨਾਲ ਵੀ ਕੋਈ ਕੰਮ ਹੋ ਜਾਏਗਾ। ਠੀਕ ਹੈ। ਹੋਰ ਕਿਸੇ ਨੇ? ਥੈਂਕ ਯੂ। ਅੱਛਾ, 2 ਹੱਥ ਤੇ ਖੜੇ ਨੇ, ਪਿੱਛੇ ਵੀ ਨੇ। ਆਪਾਂ ਕੁਇਕਲੀ ਫਟਾਫਟ ਸਾਰੇ ਦੱਸ ਦਿਓ। ਵਾਹਿਗੁਰੂ, ਭਾਂਡਾ ਛੋਟੇ ਵੱਡੇ ਦੀ ਗੱਲ ਨਹੀਂ, ਭਾਂਡਾ ਕਿੰਨਾ ਖਾਲੀ ਹੈ। ਹਾਂ, ਜਿੰਨਾ ਖਾਲੀ ਹੋਏਗਾ, ਜਿੰਨਾ ਵਿਕਾਰ ਨਾਲ ਭਰਿਆ ਹੋਏਗਾ, ਉਨੀ ਸਪੇਸ ਘੱਟ ਹੋਏਗੀ, ਉਨੀ ਬਾਣੀ ਵਾਹਿਗੁਰੂ ਦੀ ਨਜ਼ਰ ਨਾਲ ਉਨੀ ਘੱਟ ਉਸਤੇ। ਠੀਕ ਹੈ। ਉਹਦੇ ਪਿੱਛੇ ਹਾਂਜੀ, ਜਿੱਦਾਂ ਜਿਹੜਾ ਜਿੰਨੀ ਆਸ ਰੱਖਦਾ ਵਾ ਮੈਨੂੰ ਆਹ ਚੀਜ਼ ਚਾਹੀਦੀ ਹੈ, ਉਹਨੂੰ ਉਨੀ ਕੀ ਮਿਲ ਜਾਂਦੀ ਹੈ। ਕਿਸੇ ਨੇ ਆਸ ਰੱਖੀ ਮੈਨੂੰ ਰੱਬ ਤੂੰ ਹੀ ਚਾਹੀਦਾ, ਹੁਣ ਰੱਬ ਮਿਲ ਜਾਂਦਾ। ਕਿਸੇ ਦੀ ਆਸ ਮੈਨੂੰ ਆਹ ਚੀਜ਼ ਲੈ ਦੇ, ਉਹਨੂੰ ਆਹ ਚੀਜ਼ ਮਿਲ ਜਾਂਦੀ। ਹਾਂ ਵੀ ਕਿਹੜੀ ਸੋਚ ਨਾਲ ਤੁਸੀਂ ਜਾਣਦੇ ਹੋ। ਹਾਂ, ਭਾਂਡਾ ਛੋਟੇ ਵੱਡੇ ਦਾ ਮਤਲਬ ਹੀ ਨਹੀਂ ਰਹਿ ਜਾਂਦਾ। ਜੇ ਆਪਾਂ ਗੁਰਬਾਣੀ ਨੂੰ ਸਮਝ ਕੇ ਪੜਾਂਗੇ, ਉਹਨੂੰ ਸਮਝਾਂਗੇ, ਫਿਰ ਆਪਾਂ ਨੂੰ ਕਿਸੇ ਚੀਜ਼ ਤੋਂ ਡਰ ਹੀ ਨਹੀਂ ਲੱਗਣਾ। ਓਕੇ, ਭਾਂਡੇ ਛੋਟੇ ਵੱਡੇ ਦਾ ਕਿਰਪਾ ਤਾਂ ਬਰਾਬਰ ਦੀ ਹੋਣੀ। ਠੀਕ ਹੈ ਵੀ। ਸੋ ਭੈਣ ਜੀ ਦਾ ਕੁਐਸਚਨ ਸੀ ਕਿ ਅਸੀਂ ਛੋਟਾ ਵੱਡਾ ਕਰੀਏ ਕਿੱਦਾਂ। ਇੱਧਰ ਕਿਸੇ ਨੇ ਕੁਝ ਕਹਿਣਾ? ਇੱਕ ਮਿੰਟ ਇੱਧਰ। ਹਾਂਜੀ, ਤੁਸੀਂ ਪਹਿਲਾਂ। ਹਾਂਜੀ ਭੈਣ ਜੀ। ਮੈਂ ਕਹਿ ਰਹੀ ਸੀ ਕਿ ਜਿਵੇਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਮੰਗਣਾ ਕੀ ਹੈ ਗੁਰਸਬ ਤੋਂ। ਕਦੀ ਸਾਨੂੰ ਅਸੀਂ ਮੰਗਦੇ ਕੁਛ ਹਾਂ, ਸਾਡੇ ਲਈ ਉਹ ਸਹੀ ਨਹੀਂ ਹੁੰਦਾ, ਉਹ ਸਾਨੂੰ ਪਤਾ ਹੀ ਨਹੀਂ ਹੁੰਦਾ। ਸਾਨੂੰ ਮੰਗਣ ਦਾ ਵੀ ਇੱਕ ਜਾਚ ਸਿੱਖਣੀ ਪਏਗੀ, ਗੁਰੂ ਕੋਲ ਮੰਗਣਾ ਕੀ ਹੈ, ਕਿਸ ਤਰ੍ਹਾਂ ਮੰਗਣਾ, ਜਿਹੜੀ ਵੀ ਸਾਡੇ ਵਿਕਾਰ ਨੇ ਉਹਨਾਂ ਤੋਂ ਛੁਟਕਾਰਾ ਕਿਵੇਂ ਮੰਗਣਾ। ਉਹ ਇੱਕ ਪੁਆਇੰਟ ਆ ਜਾਂਦਾ ਕਿ ਭਾਂਡਾ ਅਸੀਂ ਕਿਵੇਂ ਫਿਰ ਭਰਨਾ। ਇਸ ਤੇ ਨਾ ਪੂਰਾ ਦਿਨ ਅਸੀਂ ਗੱਲ ਕਰ ਸਕਦੇ ਹਾਂ। ਇਸ ਤਰ੍ਹਾਂ ਦਾ ਟੌਪਿਕ ਹੈ, ਕਿਉਂਕਿ ਤੁਹਾਡੇ ਸਾਰਿਆਂ ਦਾ ਆਪਣਾ ਇੱਕ ਪੁਆਇੰਟ ਆਫ ਵਿਊ ਹੋਣਾ, ਇੱਕ ਪਰਸਪੈਕਟਿਵ ਹੋਣਾ। ਪਰ ਇੱਧਰ ਜੇ ਕਿਸੇ ਨੇ ਕਹਿਣਾ ਸੀ ਤਾਂ ਕਿ ਹਾਂਜੀ ਇੱਕ ਲੈ ਲੈਂਦੇ ਹਾਂ। ਅਗਰ ਅਸੀਂ ਗਲਤ ਕੰਮ ਕਰੀਏ ਤੇ ਸਾਡਾ ਭਾਂਡਾ ਛੋਟਾ, ਸਹੀ ਕੰਮ ਜੋ ਗੁਰੂ ਸਾਹਿਬ ਸਾਨੂੰ ਦੱਸੇ ਕਰਦੇ ਨੇ ਉਹਦੇ ਉੱਪਰ ਖੜੇ ਉਤਰੀਏ ਤੇ ਸਾਡਾ ਭਾਂਡਾ ਵੱਡਾ। ਓਕੇ, ਠੀਕ ਹੈ। ਵਿਸ਼ਵਾਸ ਦੀ ਵੀ ਗੱਲ ਹੈ, ਕਿੰਨਾ ਕੁ ਗੁਰੂ ਸਾਹਿਬ ਟਰਸਟ। ਠੀਕ ਹੈ। ਇਹ ਸਾਡੇ ਤੇ ਡਿਪੈਂਡ ਕਰਦਾ ਆਪਾਂ ਕਿੰਨਾ ਕਿ ਆਪਣੀ ਝੋਲੀ ਅੱਡ ਕੇ ਮੰਗਦੇ ਆ ਸਰ। ਠੀਕ ਹੈ। ਉੱਥੇ ਇੱਕ ਉਹ ਵੀਰ ਜੀ ਨੇ ਹੱਥ ਖੜਾ ਕੀਤਾ ਸੀ, ਕਦੋਂ ਦਾ? ਇਹਨਾਂ ਨੂੰ ਦੇ ਦਿਓ। ਹਾਂਜੀ, ਮੇਰੇ ਖਿਆਲ ਨਾਲ ਸੱਦਾ ਭਾਂਡਾ ਸਹੀ ਹੁੰਦਾ, ਡਿਪੈਂਡ ਕਰਦਾ ਕਿੰਨੇ ਛੇਦ ਦੇ ਭਾਂਡੇ 'ਚ। ਅੱਛਾ, ਹੁੰਦੇ ਆ ਜਿਹੜੇ ਕਿ ਮਤਲਬ ਕਿੰਨੇ ਕਿਰਾਏ ਪੱਕੀ ਓਕੇ, ਲੀਕਸ ਕਹਿ ਲਓ ਹੁਣ। ਠੀਕ ਹੈ, ਮਤਲਬ ਜਿੱਥੇ ਜ਼ਿਆਦਾ ਦੁੱਧ ਪਾਵਾਂਗੇ ਜਿੰਨਾ ਲੀਕ ਹੋ ਗਿਆ। ਠੀਕ ਹੈ। ਉਹਨਾਂ ਵਰਗੀ ਗੱਲ ਹੋ ਗਈ ਨਾ। ਉਹਨਾਂ ਨੇ ਕਿਹਾ ਸੀ ਵੀ ਉਹ ਭਾਂਡੇ 'ਚ ਜੇ ਭਰਿਆ ਹੋਇਆ ਪਹਿਲਾਂ ਹੀ, ਉਹ ਵੀ ਮਤਲਬ ਹਾਂਜੀ ਲਾਸਟ, ਆਈ ਰੀਅਲੀ ਮੀਨ ਇਟ, ਲਾਸਟ। ਭਾਂਡਾ ਛੋਟਾ ਇੱਕ ਇਹ ਵੀ ਬਹਾਨਾ ਹੀ ਹੈ ਵੀ ਖੇੜਾ ਛਡਾਉਣ ਵਾਲਾ। ਮੇਰਾ ਤਾਂ ਭਾਂਡਾ ਛੋਟਾ ਵਾ, ਮੇਰੇ ਤੋਂ ਨਾ ਹੋਣਾ ਨਹੀਂਗਾ। ਓਕੇ, ਅੱਛਾ ਇਹਨਾਂ ਨੇ ਹੋਰ ਓਕੇ। ਹੁਣ ਗੱਲ ਇੱਥੋਂ ਸ਼ੁਰੂ ਹੋਈ ਸੀ ਕਿ
ਭੈਣ ਜੀ ਦਾ ਕੁਐਸਚਨ ਸੀ ਭਾਂਡਾ ਛੋਟਾ ਵੱਡਾ ਕਿਵੇਂ ਕਰੀਏ, ਤੁਹਾਨੂੰ ਜਵਾਬ ਹਾਲੇ ਮਿਲਿਆ ਨਹੀਂ ਹੋਣਾ ਨਾ। ਇਹ ਵਾਈ ਇੱਕ ਮਿੰਟ ਚੁੱਪ ਕਰ ਜਾਓ, ਤੁਸੀਂ ਚੁੱਪ ਕਰ ਜਾਓ, ਬਾਕੀਆਂ ਨੂੰ ਬੋਲਣ ਦਿਓ। ਹਾਂਜੀ ਹੁਣ ਬੋਲੋ। ਸਾਨੂੰ ਤੇ ਬੜਾ ਗੁਰੂ ਸਾਹਿਬ ਨੇ ਸਿੰਪਲ ਔਰ ਸਿੱਧਾ ਸਿੱਧਾ ਰਸਤਾ ਦੱਸਿਆ। ਨਿਤਨੇਮ ਦਾ ਮਤਲਬ ਇਹੀ ਹੈ ਕਿ ਨਿਤ ਦਾ ਨੇਮ ਹੈ ਸਾਡਾ। ਅਸੀਂ ਇੱਕ ਦਿਨ ਨਹੀਂ ਪੜ੍ਹਨੀ ਬਾਣੀ, ਵੈਸੇ ਤਾਂ ਸਵਾਸ ਹੀ ਪੜ੍ਹਨਾ ਹੈ, ਪਰ ਸਾਨੂੰ ਇੱਕ ਡਿਸਿਪਲਿਨ ਵੀ ਦਿੱਤਾ ਕਿ ਸਵੇਰੇ ਉੱਠ ਕੇ ਬਾਣੀਆਂ ਪੜ੍ਹਨੀਆਂ, ਬੈਠਣਾ ਹੈ, ਯਾਦ ਵਿੱਚ ਬੈਠਣਾ ਹੈ, ਫਿਰ ਤੁਰਦਿਆਂ ਫਿਰਦਿਆਂ ਉਠੰਦਿਆਂ ਬਹਿੰਦਿਆਂ ਉਹ ਸਾਰਾ ਕੁਛ ਆਪਾਂ ਕਰਨਾ ਹੈਗਾ। ਫਿਰ ਸੌਣ ਤੋਂ ਪਹਿਲਾਂ ਵੀ ਅਸੀਂ ਯਾਦ ਕਰਨਾ ਹੈ। ਔਰ ਸਾਸ ਗਰਾਸ, ਮੈਂ ਹੁਣ ਪੰਕਤੀਆਂ ਕੋਟ ਕਰਨ ਲੱਗੀ ਤਾਂ ਬਹੁਤ ਟਾਈਮ ਲੱਗਣਾ। ਔਰ ਇਹ ਕੀ ਚੀਜ਼ ਹੈ, ਲੀਕੇਜ ਹੋ ਰਹੀ ਹੈ, ਲੀਕੇਜ ਸਾਰਿਆਂ ਦੀ ਹੁੰਦੀ ਹੈ ਨਾ, ਡਰੇਨਿੰਗ ਹੋ ਰਹੀ ਹੈ ਕਿਉਂਕਿ ਕੁਛ ਮਨ 'ਚ ਥੋਟ ਆ ਗਿਆ, ਕੋਈ ਵਿਕਾਰੀ ਥੋਟ ਆ ਗਿਆ, ਕੁਛ ਸੁਣ ਲਿਆ, ਕੁਛ ਦੇਖ ਲਿਆ, ਕਿਸੇ ਨੇ ਕਹਿ ਲਿਆ, ਕੁਛ ਵੀ ਹੋ ਗਿਆ, ਸਬਕੌਂਸ਼ੀਅਸਲੀ ਹੋਈ ਜਾ ਰਿਹਾ। ਹੁਣ ਸਾਡੇ ਕੋਲ ਜਾਂ ਤਾਂ ਅਸੀਂ ਉਹਨੂੰ ਇੱਦਾਂ ਸੋਚ ਸਕਦੇ ਹਾਂ, ਇੱਥੋਂ ਵੀ ਭਾਂਡੇ ਦੀ ਗੱਲ ਆ ਜਾਏਗੀ ਸ਼ਾਇਦ ਕਲੀਅਰ, ਜਾਂ ਤਾਂ ਅਸੀਂ ਉਹਨੂੰ ਇੱਦਾਂ ਸੋਚ ਸਕਦੇ ਹਾਂ ਕਿ ਦੇਖੋ ਲੀਕੇਜ ਤਾਂ ਹੋ ਜਾਂਦੀ ਹੈ, ਭਰਨ ਦਾ ਕੀ ਫਾਇਦਾ, ਇਹ ਤਾਂ ਨਿਕਲ ਹੀ ਜਾਣਾ। ਇੱਦਾਂ ਦੇ ਸੋਚ ਵਾਲੇ ਵੀ ਬਹੁਤ ਨੇ, ਕੁਛ ਹੁੰਦਾ ਤਾਂ ਹੈ ਨਹੀਂ, ਮੇਰਾ ਗੁੱਸਾ ਤਾਂ ਘਟਦਾ ਨਹੀਂ, ਮੈਂ ਫਿਰ ਵੀ ਕੰਮ ਹੀ ਆ, ਵਾਟਸ ਦ ਪੁਆਇੰਟ। ਇੱਕ ਇਹ ਪਰਸਪੈਕਟਿਵ ਹੈ। ਉੱਥੇ ਕੀ ਹੋ ਗਿਆ, ਭਾਂਡਾ ਛੋਟਾ ਕੀ ਬੰਦ ਹੀ ਹੋ ਗਿਆ, ਉਹਦਾ ਮੂੰਹ ਬੰਦ ਹੀ ਹੋ ਗਿਆ, ਹਾਂ ਬੰਦ ਹੀ ਹੋ ਗਿਆ, ਪੁੱਠਾ ਕਰਤਾ ਐਵੇਂ ਕਹਿ ਲਓ। ਇੱਕ ਕੀ ਹੋ ਗਿਆ ਕਿ ਹਾਂ ਮੈਨੂੰ ਪਤਾ ਹੈ, ਆਈ ਐਮ ਅਵੇਅਰ ਕਿ ਮੇਰੇ 'ਚ ਅਵਗੁਣ ਹੈ ਨੇ ਔਰ ਉਹਦੇ 'ਚੋਂ ਡਰੇਨਿੰਗ ਵੀ ਹੋਣੀ ਹੈ, ਪਰ ਹੁਣ ਮੈਂ ਸਗੋਂ ਹੋਰ ਸਾਵਧਾਨ ਹੋ ਜਾਵਾਂ। ਮੇਰੇ 'ਚ ਇਹ ਵਿਕਾਰ ਨੇ, ਮੈਨੂੰ ਪਤਾ ਲੱਗ ਗਿਆ, ਪਰ ਹੁਣ ਕੀ ਕਰਨਾ, ਮੈਂ ਹੋਰ ਸਾਵਧਾਨ ਹੋ ਜਾਣਾ ਹੈ ਕਿ ਮੈਂ ਕੱਲ੍ਹ ਗੱਲ ਹੋ ਗਈ ਸੀ, ਮੈਂ ਜੁਝਾਰੂ ਬਣ ਜਾਣਾ ਕਿ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਅਟੈਕ ਸਕਸੈਸਫੁਲ ਹੋਏ ਮੇਰੇ 'ਤੇ, ਮੈਂ ਜੁਝਾਰੂ ਬਣ ਜਾਣਾ। ਮੈਂ ਹੋਰ ਇਨਪੁਟ ਪਾਈ ਜਾਣੀ ਹੈ ਕਿ ਜਦੋਂ ਤੁਸੀਂ ਸਾਰੇ ਸਾਇੰਸ ਮੈਥ ਸਮਝਦੇ ਹੋ, ਜੇ ਸਾਡੀ ਇਨਪੁਟ ਜ਼ਿਆਦਾ ਆਊਟਪੁੱਟ ਘੱਟ ਹੈ ਤਾਂ ਸਾਡੇ 'ਚ ਆਲਵੇਜ਼ ਕੁਛ ਨਾ ਕੁਛ ਹੈਗਾ, ਠੀਕ ਹੈ। ਸੋ ਇਹਦੇ 'ਚ ਕਾਫੀ ਕਨਸੈਪਟ ਕਲੀਅਰ ਹੋ ਜਾਣਗੇ, ਪੁੱਠੇ ਸਿੱਧੇ ਦੀ, ਭਾਂਡਾ ਛੋਟੇ ਵੱਡੇ ਦੀ, ਭਾਂਡੇ ਦੇ ਵਿੱਚ ਪਾਣਾ ਕੀ ਹੈ, ਲੀਕੇਜ ਨੂੰ ਕਿਵੇਂ ਕਰਨਾ ਹੈ, ਠੀਕ ਹੈ, ਕਲੀਅਰ ਹੋ ਗਿਆ। ਉਹ ਮੈਨੂੰ ਕੁਛ ਨਹੀਂ ਪਤਾ ਸੀ ਗੱਲ ਸ਼ੁਰੂ ਕਿੱਥੋਂ ਕੀਤੀ ਸੀ ਤੇ ਹਾਂਜੀ। ਹਾਂਜੀ ਹਾਂਜੀ, ਥੈਂਕ ਯੂ, ਦੈਟਸ ਬਿਊਟੀਫੁਲ। ਵਧੀਆ ਤੁਸੀਂ ਮੈਨੂੰ ਯਾਦ ਕਰਾਤਾ, ਗੱਲ ਇੱਥੋਂ ਸ਼ੁਰੂ ਹੋਈ ਸੀਗੀ ਕਿ ਕਿਸੇ ਦੇ ਜ਼ਿਆਦਾ ਹੈ ਅਤੇ ਕਿਸੇ ਦੇ ਥੋੜ੍ਹੀ ਹੈਗੀ ਹੈ। ਹੁਣ ਉਹ ਪਲੀਜ਼ ਇੱਥੋਂ ਇਹ ਚੀਜ਼ ਕਲੀਅਰ ਕਰਕੇ ਜਾਇਓ ਕਿ ਐਵੇਂ ਨਹੀਂ ਹੈਗਾ ਕਿ ਗੁਰੂ ਸਾਹਿਬ ਉੱਤੇ ਬੈਠੇ ਆ, ਅੱਛਾ ਮੈਨੂੰ ਪਸੰਦ ਹੈ, ਇਹਨੂੰ ਮੈਂ ਥੋੜ੍ਹੀ ਜ਼ਿਆਦਾ ਦੇ ਦਿੰਦਾ, ਇਹਨੂੰ ਥੋੜ੍ਹੀ ਘੱਟ ਦੇ ਦਿੰਦਾ। ਤੁਹਾਨੂੰ ਯਾਦ ਹੈ, ਤੁਸੀਂ ਸਾਖੀ ਸੁਣੀ ਹੋਣੀ, ਮੈਂ ਸਾਖੀ 'ਚ ਨਹੀਂ ਜਾਣਾ, ਸਿੱਖ ਇਤਿਹਾਸ ਵਿੱਚ ਤਾਂ ਜਿਹਨੂੰ ਦੇਗ ਵੀ ਡਿਸਕ੍ਰਿਮੀਨੇਸ਼ਨ ਨਾਲ ਦਿੱਤੀ ਜਾਏ ਉਹਨੂੰ ਵੀ ਪਰਵਾਣਿਆ ਨਹੀਂ, ਪਤਾ ਨਾ ਸਾਖੀ ਦਾ, ਹੈ ਨਾ, ਉਹਨੂੰ ਵੀ ਉੱਥੇ ਤੱਕ ਵੀ ਪਰਵਾਣਿਆ ਨਹੀਂ ਗਿਆ ਕਿ ਠੀਕ ਹੈ ਆ ਮੇਰੀ ਸਹੇਲੀ ਹੈ, ਇਹਨੂੰ ਮੈਂ ਥੋੜ੍ਹੀ ਦੇਗ ਜ਼ਿਆਦਾ ਗੱਫਾ ਵੱਡਾ ਦੇ ਦੇਣਾ, ਇਹਨੂੰ ਮੈਂ ਪਸੰਦ ਨਹੀਂ, ਇਹਨੂੰ ਥੋੜ੍ਹੀ ਘੱਟ ਦੇ ਦੇਣੀ। ਤਾਂ ਗੁਰੂ ਸਾਹਿਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਜੇ ਇੰਨਾ ਮਤਲਬ ਬੇਸਿਕ ਚੀਜ਼ ਤਾਂ ਇਹ ਕਿਉਂ ਸਾਖੀਆਂ ਬਣੀਆਂ ਸੀ, ਤਾਂ ਕਿ ਅਸੀਂ ਇਹਨਾਂ ਨੂੰ ਆਪਣੀ ਲਾਈਫ 'ਚ ਇੰਪਲੀਮੈਂਟ ਕਰ ਸਕੀਏ ਵੱਡੇ ਕੌਨਸੈਪਟਸ 'ਚ ਵੀ। ਅਤੇ ਇਹ ਵੱਡੀ ਡਿਸਕ੍ਰਿਮੀਨੇਸ਼ਨ ਤੇ ਗੁਰੂ ਆਪ ਕਰੇਗਾ ਇੱਦਾਂ, ਚੱਲ ਇਹਨੂੰ ਥੋੜ੍ਹੀ ਜ਼ਿਆਦਾ ਦੇ ਦੇਣਾ, ਇਹਨੂੰ ਥੋੜ੍ਹੀ ਘੱਟ, ਇਹਦਾ ਦੁਮਾਲਾ ਵੱਡਾ, ਇਹਨੂੰ ਥੋੜ੍ਹੀ ਜ਼ਿਆਦਾ ਦੇ ਦੇਣਾ। ਹਾਂਜੀ ਹਾਂ ਹਾਂ, ਕਿ ਬਦਾ ਅਸੀਂ ਇੱਕ ਨਜ਼ਰ ਨਾਲ ਜਿਸ ਤਰ੍ਹਾਂ ਗੁਰੂ ਸਾਹਿਬ ਦੇਖਦੇ ਨੇ ਉਹ ਸਾਡੇ ਵਿੱਚ ਗੁਣ ਹੋਏ, ਠੀਕ ਹੈ। ਅੱਗੇ ਚੱਲੀਏ ਹੁਣ। ਹਾਂਜੀ ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿ ਠੀਕ ਹੈ, ਇਹ ਵੀ ਕਰ ਲੈਂਦੇ ਹਾਂ, ਖੋਲ ਲੈਂਦੇ ਹਾਂ, ਫਿਰ ਮਨ 'ਚ ਰਹਿ ਨਾ ਜਾਏ ਕੋਈ ਗੱਲ। ਕੀ ਤੁਸੀਂ ਪੰਕਤੀ ਦੁਬਾਰਾ ਬੋਲੋ ਤਾਂ ਕਿ ਸਾਰਿਆਂ ਨੂੰ ਸੁਣ ਜਾਵੇ ਇੱਕ ਵਾਰ। ਅੱਛਾ, ਹੁਣ ਤੁਸੀਂ ਪਹਿਲਾਂ ਆਪਣਾ ਮਤਲਬ ਦੱਸ ਕੇ ਫਿਰ ਬੈਠੇ ਹੋ ਕਿ ਤੁਹਾਡਾ ਮਤਲਬ ਕੀ ਹੈ ਇਸ ਪੰਕਤੀ ਦਾ। ਪੰਕਤੀ ਸੁਣ ਗਈ ਸਾਰਿਆਂ ਨੂੰ, ਠੀਕ ਹੈ, ਕਿ ਤੁਹਾਡਾ ਮਤਲਬ ਕੀ ਹੈ ਇਸ ਪੰਕਤੀ ਦਾ, ਮਤਲਬ ਤੁਹਾਡੀ ਇੰਟਰਪ੍ਰੀਟੇਸ਼ਨ ਕੀ ਹੈ? ਕਈ ਹੈਗੇ ਨੇ ਜਿਹੜੇ ਜਾਗਦੇ ਹੋਏ ਵੀ ਉਸ ਪਰਮਾਤਮਾ ਦੇ ਨਾਮ ਦਾ ਲਾਹਾ ਨਹੀਂ ਲੈ ਪਾਉਂਦੇ, ਤੇ ਕਈਆਂ ਨੂੰ ਸੱਤਿਆਂ ਨੂੰ ਵੀ ਉਠਾ ਕੇ ਲਾਹਾ ਦਿੰਦੇ। ਅੱਛਾ,
ਕਈ ਹੈਗੇ ਨੇ ਜਿਹੜੇ ਜਾਗਦੇ ਵੀ ਲਾਹਾ ਨਹੀਂ ਲੈਂਦੇ। ਇੱਥੇ ਕਿਹਦਾ ਤੁਸੀਂ ਕਿਹਨੂੰ ਕੰਟਰੋਲ ਦਿੱਤਾ? ਇੱਥੇ ਕੰਟਰੋਲ ਕਿਹਨੂੰ ਦਿੱਤਾ ਇਹਨਾਂ ਨੇ? ਨਹੀਂ ਬੰਦੇ ਨੂੰ ਦਿੱਤਾ। ਕਿਆ ਉਹਨਾਂ ਨੇ ਕਿਹਾ ਵੀ ਜਿਹੜਾ ਜਾਗਦੇ ਵੀ ਲਾਹਾ ਨਹੀਂ ਲੈਂਦਾ? ਕਿਹਨੂੰ ਕੰਟਰੋਲ ਦਿੱਤਾ? ਬੰਦੇ ਨੂੰ। ਹੁਣ ਅਗਲੀ ਕਰੋ ਬ੍ਰੇਕ ਡਾਊਨ ਕਰਕੇ। ਹਾਂ, ਉੱਥੇ ਤੁਸੀਂ ਕਿਹਨੂੰ ਕੰਟਰੋਲ ਦੇ ਰਹੇ ਹੋ? ਅੱਧੇ 'ਚ ਉਹਨੂੰ ਦਿੱਤਾ, ਅੱਧੇ 'ਚ ਉਹਨੂੰ ਦਿੱਤਾ। ਹਾਂਜੀ ਠੀਕ ਹੈ, ਉਹਨਾਂ ਦੀ ਇੰਟਰਪ੍ਰੀਟੇਸ਼ਨ ਹੈ, ਠੀਕ ਹੈ। ਕਿਸੇ ਹੋਰ ਦੀ ਡਿਫਰੈਂਟ ਹੈ ਤਾਂ ਹੀ ਪੁੱਛਾਂਗੇ, ਨਹੀਂ ਤੇ ਅਸੀਂ ਰੈਪ ਅਪ ਕਰਾਂਗੇ ਇਸ ਚੀਜ਼ ਨੂੰ। ਹਾਂਜੀ ਇੱਕ ਮਿੰਟ, ਉਹ ਵੀਰ ਜੀ। ਹਾਂ ਕੰਟੈਕਸਟ ਹੀ ਡਿਫਰੈਂਟ, ਜਿੱਦਾਂ ਤੁਸੀਂ ਇਹੀ ਕਹਿ ਰਹੇ ਸੀ ਨਾ। ਇਹਨਾਂ ਨੂੰ ਦੇ ਦਿਓ। ਇੱਥੇ ਨਾ ਦੋ ਸਲੋਕ ਆਉਂਦੇ ਨੇ ਬਾਬਾ ਫਰੀਦ ਜੀ ਦੇ। ਪਹਿਲਾ ਹੈਗਾ ਪਹਿਲਾ ਫੁੱਲੜਾ ਫਲੀ ਪਛਾਰਾ ਜੋ ਜਗਨ ਨਹਨ ਸੇ ਸਾਈਕ ਨਦਾਦ, ਮਤਲਬ ਜੋ ਜਾਗਦੇ ਨੇ ਉਹ ਫਲ ਲੈਂਦੇ ਨੇ। ਫਿਰ ਅੱਗੇ ਮਹਾਰਾਜ ਨੇ ਕਿਹਾ ਕਿ ਇਹ ਦਾਤਾ ਜਿਹੜੀਆਂ ਨੇ ਇਹ ਉਸ ਨਾਲ ਨਹੀਂ ਮਿਲਦੀ ਕਿ ਤੁਸੀਂ ਜੋ ਕਰੋਗੇ। ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ। ਫਿਰ ਇੱਕ ਜਗਨ ਦੇ ਨਾਹ ਲੈਣ ਇਤਨਾ ਸਿੱਕਿਆਂ ਦੇ ਉਠਾ ਲਏ, ਮਤਲਬ ਜੋ ਜਾਗਦੇ ਨੇ ਜ਼ਰੂਰੀ ਨਹੀਂ ਕਿ ਉਹ ਫਲ ਲੈ ਲੈਣਗੇ। ਤੇ ਬੇਸਿਕਲੀ ਇਹ ਕਨਸੈਪਟ ਇੱਕ ਉਹਨੀ ਦਾਤ ਹੈ ਗੁਰੂ ਸਾਹਿਬ ਦੀ, ਉਹ ਜਿਹਨੂੰ ਦਾਤ ਦੇਣੀ। मतलब कोई ऐसे सिलेबस नहीं कह सकते कि ये सिलेबस है कि ਅਸੀਂ ਅਗਰ ਇਹ ਕਰਾਂਗੇ ਸਾਨੂੰ ਬਖਸ਼ਿਸ਼ ਮਿਲ ਜਾਏਗੀ। ਹਾਂ ਹੱਦ ਤੱਕ ਹੈਗਾ ਕਿ ਹੁਕਮ ਮੰਨਿਆ ਆਪਾਂ ਆਪਣੇ ਕਰਮ ਕਰੀਏ, ਲੇਕਿਨ ਇਹ ਕੋਈ ਹੋਣੀ ਹੈ ਕਿ ਐਨੇ ਕੀਤਾ ਤੈਨੂੰ ਮਿਲੇਗਾ। ਇਹ ਸੁੱਤੇ ਸਿੱਧ ਕਿਸ ਨੂੰ ਨਹੀਂ ਮਿਲ ਸਕਦਾ। ਬਾਕੀ ਅਸੀਂ ਕਰਮ ਜ਼ਰੂਰ ਕਰਨੇ ਆਪਣੇ ਉਦਮ ਕਰਨਾ ਹੈ, ਲੇਕਿਨ ਦਾਤ ਕਿਸ ਨੂੰ ਮਿਲ ਜਾ ਉਹ ਕੁਝ ਨਹੀਂ ਦੱਸੀ। ਐਂਡ ਤੇ ਗੁਰਪ੍ਰਸਾਦ ਹੀ ਹੈ ਨਾ। ਹਾਂਜੀ ਐਂਡ ਤੇ ਗੁਰਪ੍ਰਸਾਦ ਹੀ ਹੈ। ਹਾਂਜੀ ਦਾਤੇ ਦਾਤ ਰੱਖੀ ਹਾਸਨ ਜਿਸ ਭਾਵ ਹੈ ਹਾਂ, ਦਾਤ ਉਹਨੂੰ ਮਿਲਣੀ ਹੈ ਜਿਹਨੂੰ ਨਹੀਂ। ਪਰ ਇੱਥੇ ਤਾਂ ਇੱਕ ਮਿੰਟ, ਵਾਹਿਗੁਰੂ ਥੈਂਕ ਯੂ। ਇੱਥੇ ਅਸੀਂ ਫਿਰ ਉੱਧਰ ਨੂੰ ਜਾ ਰਹੇ ਹਾਂ ਹੁਣ ਕਿ ਇੱਕ ਮਿੰਟ ਮੈਂ ਪਿਤਾ ਜੀ ਕੋਲ ਜਾਵਾਂਗੀ ਹੁਣ ਕਿ ਤੁਸੀਂ ਇਹ ਜਿਹੜੀ ਪੰਕਤੀ ਨਾ ਸਿਰਫ ਇੰਨੀ ਕਿ ਪੂਰਾ ਕੌਂਟੈਕਸਟ ਜਦੋਂ ਅਸੀਂ ਕੋਈ ਵੀ ਪੰਕਤੀ ਨੂੰ ਪੜ੍ਹਨਾ ਨਾ, ਪਹਿਲਾਂ ਉਹਦਾ ਕੌਂਟੈਕਸਟ ਦੇਖਣਾ ਪਏਗਾ। ਪੂਰਾ ਸ਼ਬਦ ਦਾ ਕੌਂਟੈਕਸਟ ਕੀ ਹੈ, ਕੀ ਮਹਾਰਾਜ ਕਹਿ ਰਹੇ ਨੇ। ਕਿਉਂਕਿ ਜਿੱਦਾਂ ਤੁਸੀਂ ਵੀ ਕੱਲ੍ਹ 2 ਪੰਕਤੀਆਂ ਕੋਟ ਕੀਤੀਆਂ ਸੀ ਸੁਖਮਣੀ ਸਾਹਿਬ ਤੋਂ ਕਿ ਉਹ ਕੀ ਕਰੇ ਕਰਾਵੇ ਆਪੇ ਆਪ ਮਾਨੂ ਕਹਿ ਕੁਛ ਨਾ ਹੀ ਹੱਥ, ਹੈ ਨਾ। ਅਤੇ ਐਵੇਂ ਕੁਛ ਕਿੱਦਾਂ ਜਿਹੜੀ ਸਾਨੂੰ ਸੂਟ ਕਰਦੀ ਹੈ ਨਾ ਸਾਡੀ ਕੰਡੀਸ਼ਨ ਦੇ ਹਿਸਾਬ ਨਾਲ, ਅਸੀਂ ਉਹ ਚੱਕ ਕੇ ਉਹਨੂੰ ਕੋਟ ਕਰਦੇ ਹਾਂ। ਕੋਟ ਕਰਨਾ ਮਾੜੀ ਗੱਲ ਨਹੀਂ ਹੈ, ਪਰ ਜੇ ਸਾਨੂੰ ਪੂਰਾ ਕਨਸੈਪਟ ਉਹਦਾ ਕਲੀਅਰ ਹੈਗਾ ਕਿ ਕਹਾਣੀ ਕੀ ਹੈ ਪੂਰੀ, ਉਹਦਾ ਕੀ ਕੰਟੈਕਸਟ ਚੱਲ ਰਿਹਾ। ਹੁਣ ਇੱਥੇ ਇਹਨਾਂ ਨੇ ਪੰਕਤੀ ਕੀਤੀ ਹੈ ਵੀ ਇੱਕ ਜਾਗਦੇ ਵੀ ਨਹੀਂ ਰੰਗ ਮਾਰ ਰਹੇ, ਇੱਕ ਕਈਆਂ ਨੂੰ ਸੁੱਤਿਆਂ ਨੂੰ ਉਹਨਾਂ ਨੇ ਉਠਾ ਦਿੱਤਾ। ਅਤੇ ਹੁਣ ਅਸੀਂ ਇੱਕ ਵਾਰੀ ਉੱਧਰੋਂ ਜਾ ਕੇ ਫਿਰ ਅਸੀਂ ਵਾਪਸ ਆਵਾਂਗੇ। ਹਾਂਜੀ ਗੁਰਬਾਣੀ ਦਾ ਅਰਥ ਗੁਰੂ ਸਾਹਿਬ ਸਹੀ ਅਰਥਾਂ ਗੁਰੂ ਸਾਹਿਬ ਹੀ ਕਰ ਸਕਦੇ ਨੇ, ਪਰ ਸਾਨੂੰ ਜਿੰਨੀ ਸੋਝੀ ਗੁਰੂ ਸਾਹਿਬ ਬਖਸ਼ਦੇ ਨੇ ਸਾਨੂੰ ਆਪਣੀ ਉਹਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਣਾ। ਗੁਰੂ ਸਾਹਿਬ ਕਿਤੇ ਵੀ ਕਿਸੇ ਨਾਲ ਮਿੱਤਰਾ ਕੁਰਬਾਨੀ ਕਿਸੇ ਨਾਲ ਕੋਈ ਨਹੀਂ ਹੈਗਾ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾ ਕਿਆ ਭਾਈ। ਏਕ ਨਦਰ ਕਰ ਦੇਖੇ ਸਭ ਉੱਪਰ, ਜਿਹਾ ਭਾਓ ਤੇਹਾ ਫਲ ਪਾਈ। ਹੁਣ ਸਾਡੇ ਭਾਓ ਤੇ ਡਿਪੈਂਡ ਕਰਦਾ। ਹੁਣ ਆਪਾਂ ਸਾਰੇ ਜਾਗਦੇ ਪਏ ਹਾਂ ਕਿ ਅਸਲ ਵਿੱਚ ਅਸੀਂ ਜਾਗਦੇ ਪਏ। ਇੱਕ ਜਾਗਦੇ ਨੇ ਪਿਆ, ਸਾਰਾ ਸੰਸਾਰ ਜਾਗਦਾ ਪਿਆ, ਪਰ ਤੁਹਾਡੇ ਸਾਹਮਣੇ ਜਾਗਦਾ ਪਿਆ ਤੇ ਗੁਰੂ ਸਾਹਿਬ ਦੇ ਹਿਸਾਬ ਨਾਲ ਤਾਂ ਅਸੀਂ ਸਾਰੇ ਸੁੱਤੇ ਹਾਂ। ਸੁੱਤਾ ਮੋਹ ਪਿਆਸ ਇੱਕ ਨਾਲ ਸੁੱਤਿਆਂ ਦੇ ਉਠਾ, ਇੱਕ ਨਾਲ ਦੀ ਸੁਰਤ ਜਗਾਉਂਦਾ ਹੈ, ਉਹ ਸੁਰਤ ਜਾਗ ਜਾਂਦੀ ਜਿਨ੍ਹਾਂ ਦੀ ਉਹਨਾਂ ਨੂੰ ਵਸਤੂ ਤੱਤ ਵਸਤੂ ਮਿਲ ਜਾਂਦੀ ਹੈ। ਤੁਸੀਂ ਜਾਗਦੇ ਹੋਏ ਅੱਖਾਂ ਤੁਹਾਡੀਆਂ ਖੁੱਲੀਆਂ ਨੇ, ਪਰ ਅਸੀਂ ਜਾਗਦੇ ਥੋੜੇ ਪਏ, ਇਹਨੂੰ ਥੋੜਾ ਜਾਗਣਾ ਕਹਿੰਦੇ। ਅੱਖਾਂ ਖੁੱਲੀਆਂ ਨੂੰ ਜਾਗਣਾ ਨਹੀਂ ਕਹਿੰਦੇ। ਜਾਗਣਾ ਅੰਦਰ ਜਾਇਆ ਸੁਰਤ ਦਾ ਜਾਗਣਾ ਹੈ, ਜਿਹੜੀ ਜਨਮਾਂ ਤੋਂ ਸੋਈ ਹੋਈ ਹੈ, ਤੇ ਉਹ ਗੁਰੂ ਹੀ ਜਗਾ ਸਕਦਾ, ਹੋਰ ਨਹੀਂ ਉਹਨੂੰ ਕੋਈ ਜਗਾ ਸਕਦਾ। ਇੱਕ ਜਾਗਦੇ ਨਾਲ ਨਹੀਂ ਲੈਂਦੇ ਵਸਤੂ ਤੱਕ, ਜਾਗਦੇ ਨੇ ਰਾਤ ਨੂੰ ਵਿਕਾਰ ਕਰਨ ਲਈ ਵੀ ਲੋਕ ਜਾਗਦੇ ਨੇ, ਨਿਰੰਕਾਰ ਨੂੰ ਮਿਲਣ ਲਈ ਵੀ ਜਾਗਦੇ ਨੇ। ਇੱਕ ਜਿਹੜੇ ਵਿਕਾਰ ਲਈ ਜਾਗਦੇ ਨੇ ਉਹਨਾਂ ਨੂੰ ਕੱਖ ਨਹੀਂ ਮਿਲਦਾ, ਜਿਹੜੇ ਨਿਰੰਕਾਰ ਲਈ ਜਾਗਦੇ ਨੇ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ। ਪਰ ਇਹ ਡੂੰਘੇ ਅਰਥ। ਧੰਨਵਾਦ ਜੀ। ਨਾਲੇ ਇਹਦੇ 'ਚ ਇੱਕ ਹੋਰ ਬੜਾ ਵੱਡਾ ਕਨਸੈਪਟ ਸ਼ੁਰੂ ਹੋ ਜਾਂਦਾ ਹੈ ਕਿ ਜਾਗਣਾ ਤੇ ਸੌਣਾ ਹੈ ਕੀ ਚੀਜ਼। ਕਿ ਕਈ ਵਾਰ ਕੱਲ੍ਹ ਵੀ ਥੋੜ੍ਹੀ ਗੱਲ ਹੋਈ ਸੀ, ਹਾਜ਼ਰ ਗੈਰ ਹਾਜ਼ਰ ਹਾਜ਼ਰ ਕੌਣ ਜਾਗ ਰਿਹਾ। ਕਈ ਵਾਰੀ ਸਿਰਫ ਇਹੀ ਹੈ ਕਿ ਉਹ ਸਾਰੇ ਗਏ ਨੇ, ਮੈਨੂੰ ਵੀ ਜਾਣਾ ਪੈਣਾ, ਮੈਂ ਵੀ ਪਹੁੰਚ ਜਾਵਾਂ ਫਟਾਫਟ। ਅਤੇ ਕਿਹੜੀ ਭਾਵਨਾ ਨਾਲ ਆਏ ਆ, ਇੰਟੈਂਸ਼ਨ ਦੀ ਗੱਲ ਹੋਈ ਸੀ ਨਾ। ਫਿਰ ਆ ਕੇ ਵੀ ਕੀ ਕੀਤਾ, ਇਹ ਔਰ ਇਸ ਬੜੇ ਡੂੰਘੇ ਕਨਸੈਪਟ ਨੇ। ਪਰ ਇਸ ਚੀਜ਼ ਨੂੰ ਸਮਝ ਲਈਏ, ਵੀਰ ਜੀ ਨੇ ਕਿਹਾ ਸੀ, ਤੁਹਾਨੂੰ ਸ਼ਾਇਦ ਥੋੜ੍ਹਾ ਕਲੀਅਰ ਹੋ ਗਿਆ ਕਿ ਉਹਦੇ 'ਚ ਇਹ ਨਹੀਂ ਹੈ ਕਿ ਗੁਰੂ ਸਾਹਿਬ ਕਹਿ ਰਹੇ ਆ ਕਿ ਠੀਕ ਹੈ ਇਹਨਾਂ ਨੂੰ ਮੈਂ ਜਾਗਦਿਆਂ ਵੀ ਕੁਛ ਨਹੀਂ ਦੇਣਾ, ਪਰ ਇਹਨਾਂ ਨੂੰ ਸੁੱਤਿਆਂ ਨੂੰ ਦੇ ਦੇਣਾ। ਕਿਉਂ? ਇਹ ਤਾਂ ਗੜਬੜ ਹੋ ਗਈ ਨਾ। ਇੱਥੇ
ਇਹ ਵੀ ਹਾਂ ਠੀਕ ਹੈ, ਤੁਸੀਂ ਤੁਹਾਡੇ ਹਿਸਾਬ ਨਾਲ ਬਹੁਤ ਅੱਛੀ ਗੱਲ ਹੈ, ਤੁਹਾਡੀ ਉਮਰ ਦੇ ਹਿਸਾਬ ਨਾਲ, ਪਰ ਅਸੀਂ ਇੱਥੋਂ ਇੱਕ ਚੀਜ਼ ਹੋਰ ਗੁਰੂ ਸਾਹਿਬ ਨੇ ਕੱਢੀ ਹੈ, ਜੱਜਮੈਂਟ ਬਾਹਰ ਕੱਢੀ ਹੈ। ਇੱਥੇ ਇੱਕ ਹੋਰ ਗੱਲ ਵੀ ਹੈ, ਇੱਕ ਜਗਨ ਦੇ ਨਾਂ ਲੈਣ ਆਪ ਹੀ ਨਹੀਂ ਲੈਣਾ ਚਾਹੁੰਦੇ। ਥੋੜਾ ਜਿੱਦਾਂ ਮੈਂ ਤਾਂ ਹੀ ਇਹਨੂੰ ਬ੍ਰੇਕ ਡਾਊਨ ਕੀਤਾ ਸੀ, ਪਹਿਲੀ ਅੱਧੀ ਪੰਕਤੀ 'ਚ ਤਾਂ ਇਹਨਾਂ ਨੇ ਕੰਟਰੋਲ ਦੇ ਦਿੱਤਾ ਆਪਣੇ ਆਪ ਨੂੰ, ਆਪ ਹੀ ਨਹੀਂ ਲੈਣਾ ਚਾਹੁੰਦੇ ਤਾਂ ਗੁਰੂ ਕੀ ਕਰੇ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਵਿੱਚ। ਅਗਲੀ 'ਚ ਦੇਤਾ ਕਿ ਨਹੀਂ ਨਹੀਂ ਇਹ ਕੰਟਰੋਲ ਹੁਣ ਮੇਰਾ ਨਹੀਂ, ਮਤਲਬ ਉਹ ਕੰਟੈਕਸਟ ਚੇਂਜ ਹੋ ਗਿਆ ਨਾ। ਇੱਕ ਹੀ ਰੱਖਣਾ ਪਏਗਾ ਸਾਨੂੰ, ਵਨ ਲਾਈਨ ਆਫ ਥਾਟ ਲੈ ਕੇ ਚੱਲਣਾ ਪਏਗਾ। ਪਰ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਇਹ ਬਾਣੀ ਅਗਾਧ ਬੋਧ ਹੈ, ਇੱਦਾਂ ਨਹੀਂ ਕਹਿ ਸਕਦੇ ਦਿਸ ਇਜ਼ ਦੀ ਮੀਨਿੰਗਸ। ਜਿੱਦਾਂ ਜਿੱਦਾਂ ਤੁਸੀਂ ਅੱਗੇ ਅੱਗੇ ਇਸ ਚੀਜ਼ ਨੂੰ ਐਕਸਪੀਰੀਅੰਸ ਕਰੋਗੇ, ਤੁਹਾਨੂੰ ਅੰਦਰੋਂ ਸਹਿਬੰਗ ਇੰਟਿਊਟਿਵ ਨੌਲੇਜ ਹੈਗੀ ਤੁਹਾਡੇ ਅੰਦਰ, ਜਿਹੜੀ ਤੁਹਾਡੀ ਇੰਟਿਊਸ਼ਨ ਹੈ। ਇਹ ਵੀ ਮੈਨੂੰ ਸਵਾਲ ਕਿੰਨਾ ਹੀ ਪੁੱਛਿਆ ਕਾਫੀਆਂ ਨੇ ਪਿਛਲੇ 2 ਦਿਨਾਂ 'ਚ, ਸਾਨੂੰ ਕਲੈਰਿਟੀ ਨਹੀਂ ਹੈਗੀ ਲਾਈਫ 'ਚ ਕਿ ਕੀ ਕਰੀਏ, ਆਹ ਠੀਕ ਹੈ ਆਹ ਠੀਕ ਹੈ। ਤੁਸੀਂ ਮੈਨੂੰ ਪੁੱਛੋਗੇ, ਮੈਨੂੰ ਤਾਂ ਪਤਾ ਹੀ ਨਹੀਂ ਤੁਹਾਡੀ ਕਹਾਣੀ ਕੀ ਹੈ, ਤੁਹਾਡੇ ਲਈ ਕੀ ਠੀਕ ਹੈ। ਤੁਸੀਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਆਪਣੇ ਅੰਦਰੋਂ ਉਸ ਸ਼ਕਤੀ ਨੂੰ ਜਾਗਰਤ ਕਰਨਾ ਪਏਗਾ ਜਿੱਥੇ ਤੁਹਾਨੂੰ ਕਲੈਰਿਟੀ ਆਉਣ ਲੱਗ ਜਾਵੇ। ਉਹਨੂੰ ਅਸੀਂ ਸਹਿਬੰਗ ਕਹਿੰਦੇ ਹਾਂ। ਕੱਲ੍ਹ ਵੀ ਗੱਲ ਕੀਤੀ ਸੀ ਨਿਰਭਉ ਅਤੇ ਨਿਰਵੈਰ ਦੀ ਕੀਤੀ ਸੀ, ਅਤੇ ਤੁਸੀਂ ਸਹਿਬੰਗ ਨੂੰ ਵੀ ਅੱਜ ਲੈ ਜਾਓ ਨਾਲ। ਸਹਿਬੰਗ ਕੀ ਹੈਗਾ? ਜਿੱਥੇ ਤੁਸੀਂ ਸੈਲਫ ਸਸਟੇਨਡ ਹੋ, ਮਤਲਬ ਤੁਹਾਨੂੰ ਕੋਈ ਚੀਜ਼ ਬੋਰੋ ਨਹੀਂ ਕਰਨੀ ਪੈ ਰਹੀ ਹੁਣ, ਕਿਉਂਕਿ ਅੰਦਰ ਸਾਰਾ ਕੁਝ ਪਾਇਆ ਨਾ ਗੁਰੂ ਸਾਹਿਬ ਨੇ, ਅੰਦਰ ਕਲੈਰਿਟੀ ਵੀ ਹੈ। ਉਹ ਜਿਹੜੀ ਅਕਾਲ ਪੁਰਖ ਸਹਿਬੰਗ ਹੈ ਨਾ, ਅਸੀਂ ਕਹਿੰਦੇ ਹਾਂ ਵਾਹਿਗੁਰੂ ਸਹਿਬੰਗ ਹੈ, ਉਹਦੇ ਗੁਣਾਂ ਨੂੰ ਵਿਚਾਰਦੇ ਹਾਂ ਨਾ ਜਦੋਂ ਮੰਗਲਾਚਰਨ 'ਚ ਜਾਂਦੇ ਹਾਂ। ਤਾਂ ਅਸੀਂ ਕੱਲ੍ਹ ਇਹ ਗੱਲ ਕਰ ਲਈ ਸੀ ਵੀ ਸਾਡੇ 'ਚ ਵੀ ਉਹ ਸਹਿਬੰਗ ਦੀ ਕੁਆਲਿਟੀ ਹੈ, ਕਿਉਂਕਿ ਅਸੀਂ ਉਹਦੀ ਜੋਤ ਹੈਗੇ ਹਾਂ। ਇਹ ਕਿਵੇਂ ਪ੍ਰਗਟ ਹੋਏਗੀ? ਜਿੰਨਾ ਅਸੀਂ ਅੰਦਰ ਖੋਜਾਂਗੇ। ਬੰਦੇ ਖੋਜ ਦਿਲ ਹਰ ਰੋਜ਼, ਇਸੇ ਕਰਕੇ ਕਿਹਾ। ਫਿਰ ਪਰੇਸ਼ਾਨੀ ਵੀ ਤਾਂ ਹੀ ਨਹੀਂ ਹੁੰਦੀ। ਪਰੇਸ਼ਾਨੀ ਕਦੋਂ ਹੁੰਦੀ ਹੈ? ਜਦੋਂ ਅਨਸਰਟਨਟੀ ਹੈ, ਕਲੈਰਿਟੀ ਨਹੀਂ ਹੈਗੀ, ਮੈਂ ਆਹ ਕਰਾਂ ਕਿ ਆਹ ਕਰਾਂ। ਬੜੀ ਪਰੇਸ਼ਾਨੀ ਹੁੰਦੀ ਹੈ ਅਨਸਰਟਨਟੀ 'ਚ, ਹੁੰਦੀ ਹੈ ਨਾ, ਸਾਰਿਆਂ ਨੂੰ ਮੁਸ਼ਕਿਲ ਆਉਂਦੀ ਹੈ। ਜਦੋਂ ਤੁਹਾਨੂੰ ਕਲੈਰਿਟੀ ਹੋ ਗਈ ਲਾਈਫ ਦੇ ਵਿੱਚ, ਪਰੇਸ਼ਾਨੀ ਹੋਏਗੀ ਨਹੀਂ। ਔਰ ਦੇਖੋ ਕਿੰਨੇ ਡੂੰਘੇ ਭੇਦ ਨੇ ਇੱਥੇ। ਕਿਉਂ ਗੁਰੂ ਸਾਹਿਬ ਨੇ ਕਿਹਾ ਨਾ ਫਿਰ ਪਰੇਸ਼ਾਨੀ ਮਾਹੇ? ਕਿਉਂਕਿ ਤੁਸੀਂ ਖੋਜਿਆ। ਜੇ ਖੋਜੋਗੇ ਨਹੀਂ, ਪੁੱਛੇ ਗਿੱਛੇ ਆਨਸਰ ਤਾਂ ਮਿਲ ਜਾਣਗੇ, ਪਰ ਅੰਦਰੋਂ ਨਹੀਂ ਮਿਲਣਗੇ। ਸੋ ਉਹਨੂੰ ਵੀ ਅਸੀਂ ਜਿੰਨਾ ਅਸੀਂ ਆਪਣੇ ਆਪ ਨਾਲ ਕਨੈਕਟ ਕਰ ਸਕੀਏ, ਉਹਦੇ 'ਚੋਂ ਸਾਨੂੰ ਹੋਰ ਖੋਜ ਕਰਕੇ ਬੜੀ ਕਲੈਰਿਟੀ ਮਿਲੇਗੀ। ਠੀਕ ਹੈ ਜੀ, ਚਲੀਏ ਅੱਗੇ ਹੁਣ। ਹੋਰ ਕੋਈ ਪੰਕਤੀ? ਹਾਂਜੀ ਹਾਂ, ਇਹ ਵੀ ਇੱਕ ਕਲੀਅਰ ਤੁਸੀਂ ਇੰਟਰਪ੍ਰੀਟੇਸ਼ਨ ਦੇਣੀ ਹੈ ਜੀ? ਨਹੀਂ, ਤੁਸੀਂ ਕਿਉਂ ਸ਼ੇਅਰ ਕਰ ਰਹੇ ਹੋ ਪੰਕਤੀ? ਕੁਐਸਚਨ ਹੈ? ਓਕੇ। ਸੋ ਵੀਰ ਜੀ ਕਹਿੰਦੇ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਓਕੇ, ਹੁਣ ਤੁਸੀਂ ਇਹਦਾ ਕੀ ਮਤਲਬ ਸਮਝਦੇ ਹੋ? ਕਿਉਂਕਿ ਉੱਥੇ ਚੱਲਣਾ ਪਏਗਾ ਨਾ। ਗੁਰੂ ਸਾਹਿਬ ਨੇ ਆਪਣੇ ਹੱਥ 'ਚ ਹੀ ਦਾਤ ਰੱਖੀ ਹੈ ਤੇ ਜਿਹਨੂੰ ਭਾ ਜਾਂਦਾ ਉਹਨੂੰ ਦਿੰਦੇ। ਜਿਹਨੂੰ ਮਤਲਬ ਉਹ ਭਾ ਜਾਂਦਾ ਹੈ ਕਿ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗਦਾ, ਜਿਹੜਾ ਗੁਰੂ ਸਾਹਿਬ ਨੂੰ ਭਾ ਜਾਂਦੇ ਆ। ਅੱਛਾ ਠੀਕ ਹੈ, ਹੁਣ ਇੱਥੇ ਰੁਕ ਜਾਓ। ਫਿਰ ਉਹਨੂੰ ਭਾਂਦਾ ਕੌਣ ਹੈ? ਜਿਹੜਾ ਹੁਕਮ 'ਚ ਚੱਲੇਗਾ। ਹੁਕਮ ਰਜ਼ਾਈ ਚੱਲਣ ਦੀ ਗੱਲ ਹੈ। ਇੱਕ ਹੀ ਕੁਐਸਚਨ ਪੁੱਛਿਆ ਕਿ ਸੱਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਤ, ਤੇ ਸਾਰੀ ਫਿਰ ਬਾਣੀ ਇਹੀ ਦੱਸ ਰਹੀ ਹੈ ਕਿ ਆਨਸਰ ਦੇ ਦਿੱਤਾ ਹੁਕਮ ਰਜ਼ਾਈ ਚੱਲਣਾ। ਤੇ ਫਿਰ ਸਾਰੇ 'ਚ ਕੀ ਚੱਲ ਰਿਹਾ ਆਪਾਂ ਅੱਗੇ ਉਹ ਦੱਸ ਰਹੇ ਹਾਂ ਕਿ ਹੁਕਮ ਹੈ ਕੀ। ਹੁਣ ਤੁਸੀਂ ਇਹੀ ਦੱਸਤਾ ਵੀ ਜਿਹੜਾ ਉਹਨੂੰ ਚੰਗਾ ਲੱਗੇਗਾ, ਤੁਸੀਂ ਇਹ ਵੀ ਦੱਸਤਾ ਚੰਗਾ ਕੌਣ ਲੱਗੇਗਾ? ਜਿਹੜਾ ਹੁਕਮ ਮੰਨੇਗਾ। ਤੇ ਕੰਟਰੋਲ ਕਿੱਥੇ ਆ ਗਿਆ ਫਿਰ? ਇੱਥੇ ਗੱਲ ਦਾਤ ਦੀ ਹੋ ਰਹੀ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਦਾਤੇ ਨੇ ਦਾਤ ਆਪਣੇ ਹੱਥ ਰੱਖੀ ਹੈ, ਜਿਸ ਭਾਵ ਜਿਹਨੂੰ ਉਹ ਦਾਤ ਭਾ ਗਈ, ਚੰਗੀ ਲੱਗੀ, ਤਿਸ ਦੇਈ, ਉਹਨੂੰ ਦੇ ਦੇ। ਜੇ ਮੈਨੂੰ ਚੰਗੀ ਨਹੀਂ ਲੱਗਦੀ, ਮੈਨੂੰ ਕਿਉਂ ਦੇਵੇਗਾ ਉਹ? ਜੇ ਮੈਨੂੰ ਉਹ ਦਾਤ ਚੰਗੀ ਨਹੀਂ ਲੱਗਦੀ, ਮੈਂ ਕਿਵੇਂ ਲੈ ਲਾਂਗਾ? ਦਾਤੇ ਦਾਤ ਰੱਖੀ, ਦਾਤ ਦੀ ਗੱਲ ਹੋ ਰਹੀ ਹੈ ਨਾ, ਜਿਸ ਭਾਵ ਹੈ। ਹੁਣ ਜੇ ਮੈਨੂੰ ਭਾਵੇਗੀ ਤਾਂ ਮੈਨੂੰ ਦੇ ਦੇਗਾ, ਜੇ ਮੈਨੂੰ ਪਾਉਂਦੀ ਨਹੀਂ ਕਿਉਂ ਦੇਵੇ ਉਹ? ਅੱਛਾ, ਇਹ ਵੀ ਸਮਝ ਰਹੇ ਹੋ ਤੁਸੀਂ ਗੱਲ? ਇਕੁਏਸ਼ਨ ਚੇਂਜ ਹੋ ਗਈ ਪਰ ਕਨਸੈਪਟ ਉਹੀ ਹੈ। ਇਕੁਏਸ਼ਨ ਚੇਂਜ ਹੋ ਗਈ, ਸਮਝ ਰਹੇ ਹਾਂ, ਮੈਂ ਸਮਝ ਰਿਹਾ ਤੁਹਾਡੀ ਗੱਲ, ਪਰ ਕਨਸੈਪਟ ਉਹੀ ਹੈ। ਕਿਉਂ ਭਾਏਗੀ? ਕਿਹਨੂੰ? ਹੁਣ ਰਾਤੀ ਇੱਕ ਭੈਣ ਜੀ ਪੁੱਛ ਰਹੇ ਸੀ ਵੀ ਮੈਨੂੰ ਕਿਵੇਂ ਪਿਆਰ ਕਿਵੇਂ ਪੈਦਾ ਹੋਏ, ਮੇਰਾ ਵੀ ਜੀ ਕਰਦਾ ਹੈ। ਹਾਂਜੀ, ਉਦਮ ਕਰੋਗੇ ਨਾ ਪਹਿਲਾਂ ਤੇ ਕਿ ਕਿਵੇਂ ਮੇਰੇ ਅੰਦਰ ਪਿਆਰ ਕਿਵੇਂ ਪੈਦਾ ਹੋਏ। ਹੁਣ ਇੱਥੇ ਪਿਆਰ ਹੀ ਪੈਦਾ ਕਰਨ ਆਇਆ। ਪਹਿਲਾਂ ਉਦਮ ਕੀਤਾ ਨਾ, ਤੁਸੀਂ ਆਪਣੇ ਕੰਫਰਟ ਜ਼ੋਨ 'ਚੋਂ ਵੀ ਬਾਹਰ ਆਏ ਹੋ, ਘਰ ਦੇ ਆਰਾਮ ਛੱਡ ਕੇ ਆਏ ਹੋ, ਕੰਮ ਕਰ ਵੀ ਛੱਡ ਕੇ ਆਏ ਹੋ, ਜੋ ਵੀ ਕੁਝ ਸੈਕਰੀਫਾਈਸ ਤਾਂ ਕਰਨੇ ਹੀ ਪੈਂਦੇ ਨੇ। ਉਹ ਉਦਮ ਕੀਤਾ ਹੈ ਕਿਉਂ? ਤੁਹਾਨੂੰ ਉਹ ਚੰਗਾ ਲੱਗਦਾ, ਸੰਗਤ 'ਚ ਆਉਣਾ, ਇਹ ਗੁਰਸਿੱਖਾਂ ਨਾਲ ਬੈਠਣਾ, ਇਹ ਵਾਈਬ੍ਰੇਸ਼ਨ ਐਨਰਜੀ ਤੁਹਾਨੂੰ ਚੰਗੀ ਲੱਗਦੀ ਹੈ। ਫਿਰ ਉਦਮ ਕੀਤਾ ਨਾ। ਇਹ ਦੋਨੋਂ ਇਕੁਏਸ਼ਨਸ ਡਿਫਰੈਂਟ ਨੇ ਪਰ ਕਨਸੈਪਟ ਸੇਮ ਹੈਗਾ, ਕਿਉਂਕਿ ਤੁਹਾਡੇ ਅੰਦਰ ਕੀ ਹੈਗਾ। ਠੀਕ ਹੈ ਜੀ, ਹੋਰ ਕੋਈ ਪੰਕਤੀ? ਮੈਨੂੰ ਲੱਗਦਾ ਪੰਕਤੀਆਂ ਦਾ ਸੈਸ਼ਨ ਹੋ ਗਿਆ ਹੈ। ਹਾਂਜੀ,
ਓਕੇ, ਸੋ ਭੈਣ ਜੀ ਦਾ ਕੁਐਸਚਨ ਸਮਝ ਲੱਗ ਗਿਆ ਸਾਰਿਆਂ ਨੂੰ? ਨਹੀਂ ਲੱਗਿਆ ਪਿੱਛੇ? ਅੱਛਾ, ਮੈਨੂੰ ਇੱਦਾਂ ਤਾਂ ਨਹੀਂ ਐਕਸਪਲੇਨ ਕਰਾਉਣਾ, ਪਰ ਮੈਨੂੰ ਦੱਸ ਦਿਓ ਜੇ ਮੈਂ ਗਲਤ ਸਮਝਿਆ ਤਾਂ। ਭੈਣ ਜੀ ਕਹਿੰਦੇ ਕਿ ਹੁਣ ਜਿੱਦਾਂ ਸਾਡੀ ਆਤਮਾ ਨੂੰ ਇੰਨੇ ਦਾਗ ਲੱਗ ਚੁੱਕੇ ਨੇ ਜਰਨੀ 'ਤੇ ਤੁਰਦੇ ਤੁਰਦੇ, ਕਿ ਜਿਹੜਾ ਅਸੀਂ ਇੱਕ ਪਿਓਰ ਆਤਮਾ ਸੀ ਉਹ ਨਹੀਂ ਰਹੀ, ਅਸੀਂ ਇੱਕ ਸੋਲ ਕੌਨਸ਼ੀਅਸ ਨਹੀਂ ਰਹੇ ਹੈਗੇ, ਤਾਂ ਕਿਵੇਂ ਅਸੀਂ ਉਹਨੂੰ ਵਾਪਸ ਜਾਗਰਤ ਕਰੀਏ? ਐਵੇਂ ਹੀ ਸੀਗਾ, ਠੀਕ ਹੈ, ਇਹੀ ਹੈ ਨਾ? ਠੀਕ ਹੈ, ਤਾਂ ਤੁਸੀਂ ਆਪਣਾ ਵਿਚਾਰ ਦੇ ਸਕਦੇ ਹੋ, ਪਰ ਮੈਨੂੰ ਲੱਗਦਾ ਮੇਰਾ ਸੈਸ਼ਨ ਦਾ ਤਾਂ ਟਾਈਮ ਰਹਿਣਾ ਨਹੀਂ, ਜੇ ਮੈਂ ਪੁੱਛ ਵੀ ਸਕਦੇ ਹਾਂ। ਕਿੰਨਾ ਟਾਈਮ ਹੈ ਵੀਰ ਜੀ ਆਪਣੇ ਕੋਲ? ਨਹੀਂ, ਤੁਹਾਡੀ ਸੇਵਾ ਅੱਗੇ ਮੈਨੂੰ ਪਤਾ, ਅੱਧਾ ਘੰਟਾ। ਚਲੋ ਅਸੀਂ 1-2 ਵਿਚਾਰ ਲੈ ਲੈਂਦੇ ਹਾਂ, ਫਿਰ ਅਸੀਂ ਉਹਨੂੰ ਇਸ ਚੀਜ਼ ਨੂੰ ਵੀ ਰੈਪ ਕਰਾਂਗੇ। ਅਤੇ ਇਹ ਵੀ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਮਨ 'ਚ ਭਰ ਕੇ ਬੈਠੇ ਹੋ ਨਾ, ਡਾਊਟਸ ਨੇ, ਕੁਐਸਚਨ ਨੇ, ਫਿਰ ਉਹ ਜਦੋਂ ਅਸੀਂ ਬੈਠਦੇ ਹਾਂ ਉਹ ਕਦੀ ਅਸੀਂ ਉਹੀ ਸੋਚਦੇ ਰਹਿ ਜਾਂਦੇ ਹਾਂ, ਕਨੈਕਟ ਨਹੀਂ ਹੋ ਪਾਉਂਦੇ। ਤਾਂ ਠੀਕ ਹੈ, ਤੁਸੀਂ ਕੱਢ ਲਓ ਬਾਹਰ, ਐਵੇਂ ਵੀ ਠੀਕ ਹੈ। ਹਾਂਜੀ, ਕਿਸੇ ਦਾ ਕੋਈ ਇਹਦੇ 'ਤੇ ਖਿਆਲ? ਕਿ ਕੁਐਸਚਨ ਇਹ ਹੈ ਵੀ ਜਿੱਦਾਂ ਹੁਣ ਜਿੱਥੋਂ ਜਰਨੀ ਸ਼ੁਰੂ ਹੋਈ ਸੀ ਆਤਮਾ ਦੀ, ਸੋਲ ਦੀ, ਉਹ ਦਾਗੀ ਹੋ ਗਈ, ਸਮਝਦੇ ਹੋ ਮਤਲਬ? ਹਾਂਜੀ, ਤੁਸੀਂ ਉਹਦੀ ਸਮਝ ਲਓ। ਤਾਂ ਅਸੀਂ ਵਾਪਸ ਉੱਤੇ ਕਿਵੇਂ ਜਾਈਏ ਕਿ ਅਸੀਂ ਸੋਲ ਕੌਨਸ਼ੀਅਸ ਹੋਈਏ ਔਰ ਪਿਓਰਿਟੀ ਦੇ ਵਿੱਚ ਆ ਜਾਈਏ, ਖਾਲਸ ਹੋ ਜਾਈਏ, ਐਵੇਂ ਕਹਿ ਲਓ। ਇੱਕ ਮਿੰਟ ਚੁੱਪ ਕਰ ਜਾ। ਹੋ ਗਿਆ? ਹਾਂਜੀ। ਓਕੇ, ਇਹਨੂੰ ਹੋਲਡ ਕਰਿਓ ਥਾਟ ਨੂੰ, ਹੈ ਨਾ? ਸੋ ਲੈਟ ਮੀ, ਜੇ ਕਿਸੇ ਦਾ ਕੋਈ ਵਿਚਾਰ ਹੈਗਾ ਇਸ ਤੋਂ ਪਹਿਲਾਂ। ਹਾਂਜੀ। ਜਾਂ ਤਾਂ ਆਪਾਂ ਸੰਗਤ ਕਰਕੇ ਆਪਣੇ ਸੰਸਕਾਰਾਂ ਨੂੰ ਵਧੀਆ ਕਰ ਲਈਏ, ਟਾਈਮ ਲਗਾ ਕੇ, ਨਾਮ ਜਪ ਕੇ, ਜਾਂ ਤਾਂ ਸਰਕਮਸਟੈਂਸ ਇਦਾਂ ਦੇ ਪੈਦਾ ਕਰ ਦੇਵੇ, ਹਰ ਥਾਂ ਤੋਂ ਧੋਖਾ, ਹਰ ਥਾਂ ਦਿੱਤਾ, ਹਰ ਚੀਜ਼ ਦੇ ਅੰਦਰੋਂ ਦੀ ਵਿਰਾਗ ਪੈਦਾ ਹੋਵੇ, ਤੇ ਉਹ ਅਵਸਥਾ ਬਣ ਜਾਵੇ ਕਿ ਇੱਕ ਚਿੱਤ ਜੋ ਇੱਕ ਸਿੰਘ ਤੇ ਆਏ, ਤੇ ਦੁੱਖ ਵਿੱਚ ਉਹ ਨਾਮ ਨਿਕਲੇ ਕਿ ਇੱਕਦਮ ਤੋਂ ਸਭ ਕੁਝ ਪਵਿੱਤਰ ਹੋ ਜਾਵੇ। ਓਕੇ, ਉਹਨਾਂ ਨੇ ਕਿਹਾ ਵੀ ਆਪਣੀ ਅਵਸਥਾ ਬਦਲ ਲਓ ਕੰਮ ਕਰਕੇ। ਹੋਰ ਕਿਸੇ ਦਾ ਕੋਈ ਥਾਟ? ਜੇ ਦੱਸਿਆ ਹਾਂ, हाँ, सो है ਤੁਹਾਨੂੰ ਜਵਾਬ ਮਿਲ ਰਹੇ ਨੇ ਸਾਰੇ ਬਾਣੀ ਚੋਂ ਹੀ। ਔਰ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਹੈ ਨਾ? ਗੁਰ ਕਾ ਸ਼ਬਦ ਵੀ ਸਮਝਣਾ ਪਏਗਾ ਕਿ ਇਹ ਕੱਲ ਕਿਸੇ ਨੇ ਮੈਨੂੰ ਪੁੱਛਿਆ ਸੀ ਕਿ ਨਾਮ ਹੈ ਕੀ, ਨਹੀਂ, ਕੁਐਸਚਨ ਇਹ ਸੀ ਕਿ ਕੀ ਨਾਮ ਜਪਣਾ ਹੁਕਮ ਹੈ, ਇਹ ਕੁਐਸਚਨ ਸੀ, ਇਹੀ ਸੀ ਮੇਰਾ ਖਿਆਲ। ਤਾਂ ਉਹ ਤਾਂ ਚਲੋ ਉਹਨਾਂ ਨੂੰ ਕਲੀਅਰ ਹੋ ਗਿਆ ਸੀ, ਪਰ ਅਗਲੀ ਗੱਲ ਸਾਨੂੰ ਇਹ ਵੀ ਸਮਝਣਾ ਪਏਗਾ ਕਿ ਨਾਮ ਹੈ ਕੀ। ਸੋ ਆਈ ਥਿੰਕ ਇਹ ਡਿਫਰੈਂਟ ਕਨਸੈਪਟ ਹੋ ਜਾਏਗਾ, ਫਿਰ ਅਸੀਂ ਕਿਤੇ ਸਮਾਂ ਲੱਗੇਗਾ ਕਿ ਨਾਮ ਹੈ ਕੀ। ਪਰ ਇੰਨਾ ਕੁ ਮੈਂ ਫਾਇਰ ਕਰ ਜਾਂਦੀ ਹਾਂ ਕਿ ਨਾਮ ਸਵੇਰੇ ਆ ਕੇ 2 ਘੰਟੇ 2.5 ਘੰਟੇ 4 ਘੰਟੇ ਵਾਹਿਗੁਰੂ ਵਾਹਿਗੁਰੂ ਕਰਨਾ, ਨਾਮ ਉਹ ਹੈ ਜਾਂ ਕੁਛ ਹੋਰ ਵੀ ਹੈ ਨਾਲ? ਹਾਂਜੀ, ਹਾਂ, ਖੋਜਣ ਦਾ ਰਸਤਾ, ਪੂਜਣ ਦਾ, ਹਾਂਜੀ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਖਾਣਾ ਵੀ ਹੈ, ਹੁਣ ਇਹ ਦੇਖਣਾ ਪਏਗਾ ਖਾਣਾ ਕਿਵੇਂ ਹੈ, ਹਜਮ ਕਿੱਦਾਂ ਕਰਨਾ ਹੈ। ਇਹ ਡੂੰਘੀਆਂ ਚੀਜ਼ਾਂ ਨੇ ਪਰ ਬੇਸਿਕ ਵੀ ਨੇ ਕਿ ਜੇ। ਔਰ ਕਿਸੇ ਨੇ ਕਿਹਾ ਸੀਗਾ, ਮੈਨੂੰ ਸਵਾਲ ਭੁੱਲ ਗਿਆ, ਆਈ ਡੋਂਟ ਨੋ ਕੀ ਕੁਐਸਚਨ ਸੀਗਾ, ਕਿ ਉਹਦੇ ਨਾਲ ਇਹ ਨਾਲ ਜੁੜਦਾ ਕਿ ਅਸੀਂ 2-4 ਘੰਟੇ ਬੈਠੇ, ਪਰ ਦਿਹਾੜੀ ਵਿੱਚ ਸਾਨੂੰ ਇੱਕ ਵਾਰ ਵੀ ਯਾਦ ਨਹੀਂ ਆਇਆ, ਅਸੀਂ ਕੰਪਲੀਟਲੀ ਵਿਸਰੇ ਹੋਏ ਹਾਂ ਕਿ ਅਸੀਂ ਕੌਣ ਆ, ਪਰਮਾਤਮਾ ਦੀ ਅੰਸ਼ ਹਾਂ, ਸਾਡਾ ਜੀਵਨ ਕਿਵੇਂ ਹੈ, ਰਿਫਲੈਕਸ਼ਨ ਕੀ ਹੋ ਰਹੀ ਹੈ।
ਤਾਂ ਉਹ 2.5 ਘੰਟੇ 4 ਘੰਟੇ 5 ਘੰਟੇ ਜਿੰਨਾ ਵੀ ਤੁਸੀਂ ਕੀਤਾ ਉਹਦਾ ਅਰਥ ਕੀ ਹੈ? ਭੈਣ ਜੀ, ਇੱਕ ਹੁੰਦਾ ਨਾਮ ਦਾ ਚੱਲਣਾ, ਨਾਮ ਜਪਣਾ, ਜੋ ਬਿਨਾ ਜ਼ੋਰ ਲਗਾਏ ਕੌਨਸ਼ੀਅਸਲੀ ਚੱਲ ਰਿਹਾ ਹੈ, ਠੀਕ ਹੈ, ਯਾਦ ਬਣੀ ਹੋਈ ਹੈ। ਬਟ ਜੋ 2-2.5 ਘੰਟੇ ਬੈਕ ਕਰਨਾ ਉਹ ਹੈ ਅਭਿਆਸ। ਉਹ ਮਤਲਬ ਸੰਤ ਮਸਕੀਨ ਜੀ ਕਹਿੰਦੇ ਸੀ ਕਿ ਕਰੋੜਾਂ ਵਾਰ ਵਾਹਿਗੁਰੂ ਇਸ ਵਾਸਤੇ ਬੋਲਣਾ ਤਾਂ ਕਿ ਉਹ ਇੱਕ ਵਾਰੀ ਬੋਲਣ ਦੀ ਜਾਚ ਆ ਜਾਏ। ਤੇ ਜਿਹੜਾ 2.5-4 ਘੰਟੇ ਦਾ ਅਭਿਆਸ ਹੈ, ਇਹ ਉਸ ਦੀ ਪ੍ਰੈਕਟਿਸ ਕਰਨਾ ਹੈ ਕਿ ਉਹਦਾ ਆਪਣਾ ਆਟੋਮੈਟਿਕਲੀ ਅੰਦਰ ਸੁਰ ਕੇ ਇਹ ਟ੍ਰੇਨਿੰਗ ਹੈ ਬਸ, ਤਾਂ ਹੀ ਉਹਨੂੰ ਅਭਿਆਸ ਕਹਿੰਦੇ ਆ। ਇਹ ਟ੍ਰੇਨਿੰਗ ਹੈ, ਇਹ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਪਰ ਜੇ ਟ੍ਰੇਨਿੰਗ ਕਰਕੇ ਅੱਗੇ ਜਾ ਕੇ ਐਗਜ਼ਾਮ 'ਚ ਫੇਲ ਹੋ ਰਿਹਾ, ਫਿਰ ਟ੍ਰੇਨਿੰਗ ਥੋੜ੍ਹੀ ਜਿਹੀ ਚੇਂਜ ਕਰਨੀ ਪਏਗੀ। ਆਪਣੇ ਆਪ ਨੂੰ ਐਨਾਲਾਈਜ਼ ਕਰਨਾ ਪਏਗਾ ਕਿ ਟ੍ਰੇਨਿੰਗ ਜੇ ਮੈਂ ਦਿਨੇ ਦਿਹਾੜੀ 'ਚ ਮੇਰਾ ਕਿਵੇਂ ਦਾ ਸਿਸਟਮ ਹੈ ਕਿ ਮੇਰੇ 'ਚੋਂ ਨਾਮ ਮੈਨੀਫੈਸਟ ਹੋ ਰਿਹਾ, ਮਤਲਬ ਪ੍ਰਗਟ ਹੋ ਰਿਹਾ ਮੇਰੇ 'ਚੋਂ। ਤੁਸੀਂ ਹੁਣੇ ਕਿਹਾ ਭਾਖਿਆ ਭਾਵ ਅਪਾਰ, ਕਿਹਾ ਨਾ ਹੁਣੇ ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ। ਜੇ ਅਸੀਂ ਭਾਖਿਆ ਭਾਵ ਦੀ 1 ਸੈਕਿੰਡ ਗੱਲ ਕਰ ਲਈਏ, ਭਾਖਿਆ ਭਾਵ ਅਪਾਰ, ਸਿੰਪਲ ਜੀ ਸਮਝ ਰਹੇ ਹੋ ਨਾ? ਭਾਖਿਆ ਕੀ ਹੁੰਦੀ ਹੈ? ਭਾਖਿਆ ਇਜ਼ ਲੈਂਗੁਏਜ ਹੈ ਨਾ, ਭਾਵ ਪ੍ਰੇਮ, ਅਪਾਰ ਮਤਲਬ ਬਹੁਤ ਜ਼ਿਆਦਾ, ਲਾਈਕ ਇਨ ਅਬੰਡੈਂਸ। ਇੱਥੇ ਰੁਕ ਜਾਈਏ 2 ਸੈਕਿੰਡ ਲਈ, ਅੱਗੇ ਵੀ ਨਾ ਚੱਲੀਏ। ਜੇ ਸਾਡੀ ਟ੍ਰੇਨਿੰਗ ਠੀਕ ਹੈ ਤਾਂ ਸਾਡੀ ਭਾਖਿਆ ਕਿੱਦਾਂ ਦੀ ਹੋਏਗੀ? ਕੀ ਮੈਨੀਫੈਸਟ ਹੋਏਗਾ ਸਾਡੇ 'ਚੋਂ? ਕੀ ਪ੍ਰਗਟ ਹੋਏਗਾ? ਹੁੰਦਾ ਕਿ ਸਾਡੀ ਭਾਖਿਆ ਵਿੱਚ, ਸਾਡੀ ਭਾਸ਼ਾ 'ਚ, ਸਾਡੀ ਬੋਲੀ 'ਚ ਹੁੰਦਾ ਪ੍ਰੇਮ ਪ੍ਰਗਟ ਹੋ ਰਿਹਾ? ਸਮਟਾਈਮਸ ਉਹ ਤੇ ਕਰੀਏ ਅਪਾਰ, ਅਬੰਡੈਂਸ ਮਤਲਬ ਜਿਹੜਾ ਪਾਣੀ ਹੁਣ ਚੱਲੀ ਜਾ ਰਿਹਾ ਰੁਕਦਾ ਨਹੀਂ, ਅਬੰਡੈਂਸ ਉਹਨੂੰ ਕਹਿ ਦਿੰਦੇ ਆਪਾਂ। ਉਹਦਾ ਰੋਕ ਨਹੀਂ ਹੈ, ਉਹ ਫਲੋ, ਪਾਣੀ ਚੱਲ ਰਿਹਾ ਨਾ ਉੱਥੇ, ਫਲੋ ਹੈ, ਅਬੰਡੈਂਸ ਉਹਨੂੰ ਕਹਿੰਦੇ ਆ। ਅਪਾਰ ਬਹੁਤ ਬੇਅੰਤ ਹੈ, ਉਹ ਖ਼ਤਮ ਨਹੀਂ ਹੋ ਰਿਹਾ, ਰੁਕ ਨਹੀਂ ਰਿਹਾ, ਫਿਰ ਸਮਟਾਈਮਸ ਵਾਲਾ ਕੰਮ ਨਹੀਂ ਚੱਲੇਗਾ। ਠੀਕ ਹੈ, ਸ਼ੁਰੂਆਤ 'ਚ ਕਹਿ ਸਕਦੇ ਆਪਾਂ ਸਮਟਾਈਮਸ, ਪਰ ਜੇ ਟ੍ਰੇਨਿੰਗ ਉੱਥੇ ਹੀ ਆਪਾਂ ਅੱਗੇ ਗਰੋ ਨਹੀਂ ਕਰ ਰਹੇ, ਫਿਰ ਕੁਝ ਚੇਂਜ ਕਰਨਾ ਪਏਗਾ ਕਿ ਨਹੀਂ? ਕਿ ਚੱਲੀ ਜਾਈਏ ਕੰਮ, ਠੀਕ ਹੈ, ਉਹ ਟਿਕ ਬਾਕਸ ਹੋ ਗਿਆ, ਹਾਂ, ਦੇਖਣਾ ਪਏਗਾ। ਇਸੇ ਕਰਕੇ ਜਿਹੜੀ ਗੁਰੂ ਸਾਹਿਬ ਦੇ ਨਾਲ ਵਿਚਾਰਾਂ ਹੁੰਦੀਆਂ ਸੀ, ਗੋਸ਼ਟੀ ਹੁੰਦੀ ਸੀ, ਜਦੋਂ ਗੁਰੂ ਨਾਨਕ ਸਾਹਿਬ ਬੈਠਦੇ ਹੁੰਦੇ ਸੀ ਤਾਂ ਸੰਗਤਾਂ ਐਵੇਂ ਵਿਚਾਰ ਗੋਸ਼ਟੀ ਕਰਦੇ ਸੀਗੇ, ਐਵੇਂ ਹੀ ਸਵਾਲ ਜਵਾਬ, ਨਾਟ ਨੈਸੈਸਰਲੀ ਸਵਾਲ ਜਵਾਬ, ਪਰ ਵਿਚਾਰ ਹੁੰਦੀ ਸੀਗੀ ਤਾਂ ਕਿ ਅਸੀਂ ਆਪਣੀ ਗਰੋਥ ਨੂੰ ਮੈਜਰ ਕਰ ਸਕੀਏ। ਰਾਤੀ ਨਾ ਮੇਰੇ ਖਿਆਲ ਵੀਰ ਜੀ ਨੇ ਕਿਹਾ ਸੀ ਸਪਿਰਿਚੁਅਲ ਗਰੋਥ ਦੀ ਮੈਜਰਮੈਂਟ ਔਖੀ ਹੈ। ਠੀਕ ਹੈ ਔਖੀ, ਪਰ ਪੋਸੀਬਲ ਹੈ। ਕਿੰਨੇ ਕਬੀਰ ਜੀ ਦਾ ਵੀ ਸਲੋਕ ਆਉਂਦਾ ਨਾ, ਇੱਕ ਇੱਦਾਂ ਹੈ, ਬਾਣੀ ਕੋਈ ਦੱਸ ਦੇਵੇ, ਰੋੜੇ ਦੀ ਗੱਲ ਆਉਂਦੀ ਹੈ ਪਹਿਲਾਂ, ਫਿਰ ਰੋੜੇ ਤੋਂ ਮਿੱਟੀ ਬਣ ਗਿਆ। ਹਾਂ ਚਲੋ ਜਿਵੇਂ ਵੀ ਹੈ, ਉਹ ਮੈਂ ਉਹਦੇ 'ਚ ਨਹੀਂ, ਉਹ ਕੀ ਹੋ ਰਿਹਾ ਉਹਦੇ ਵਿੱਚ, ਉਹ ਤੁਸੀਂ ਸਾਰਾ ਸ਼ਬਦ ਕੱਢ ਕੇ ਇਸ ਤੋਂ ਬਾਹਰ ਨਿਕਲ ਕੇ ਅਗਲਾ ਹੋਮਵਰਕ ਹੈ, ਠੀਕ ਹੈ, ਉਹ ਪੜ੍ਹ ਲਿਓ। ਉਹ ਕੀ ਚੇਂਜ ਕਰ ਰਹੇ ਆ? ਪਹਿਲਾਂ ਉਹ ਰੋੜੇ 'ਤੇ ਖੁਸ਼ ਸੀਗੇ ਨਾ, ਫਿਰ ਅੱਗੇ ਕੀ ਬਣੇ? ਹਾਂਜੀ, ਖੇ ਬਣ ਗਏ, ਖੇ ਮਤਲਬ ਮਿੱਟੀ, ਫਿਰ ਉਹਦੇ 'ਤੇ ਵੀ ਖੁਸ਼ ਸੀਗੇ, ਫਿਰ ਪਾਣੀ ਬਣ ਗਏ, ਫਿਰ ਉਹਦੇ 'ਤੇ, ਫਿਰ ਪਰ ਅਗਲੀ ਸਟੇਜ ਹੈ, ਫਿਰ ਐਂਡ 'ਚ ਕੀ ਕਹਿੰਦੇ? ਹਾਂ, ਜੈਸਾ ਹਰ ਹੀ ਹੋਏ। ਪਹਿਲਾਂ ਉੱਥੇ ਸ਼ੁਰੂ ਕੀਤਾ ਸੀ, ਪਰ ਮੈਜਰਮੈਂਟ ਹੋ ਰਹੀ ਹੈ ਨਾ, ਔਰ ਬੜੀ ਪਿਆਰੀ ਮੈਜਰਮੈਂਟ ਹੈ, ਬੜੇ ਪਿਆਰ ਦੇ ਨਾਲ, ਕਿ ਹਾਂ ਉਹ ਵੀ ਠੀਕ ਸੀ। ਜੇ ਅੱਜ ਅਸੀਂ ਕਿਸੇ ਨੂੰ ਕਹੀਏ ਕਿ ਉਹ ਬਾਣੀ ਤਾਂ ਬਹੁਤ ਪੜ੍ਹਦਾ ਹੈ, ਅੰਮ੍ਰਿਤ ਵੇਲੇ ਵੀ ਉੱਠਦਾ ਹੈ, 2-2.5 ਘੰਟੇ ਬੈਠਦਾ ਵੀ ਹੈ, ਪਰ ਉਹਦੀ ਬਾਣੀ ਮਿੱਠੀ ਨਹੀਂ ਹੈ, ਉਹਦੀ ਭਾਸ਼ਾ ਮਿੱਠੀ ਨਹੀਂ ਹੈ, ਇਹਦਾ ਮਤਲਬ ਹੁਣ ਅਸੀਂ ਫਿਰ 2 ਚੀਜ਼ਾਂ, ਭਾਂਡਾ ਮੁੱਦਾ ਕਰਨਾ ਕਿਸੇ ਦਾ। ਇੱਕ ਉਹ ਕਹਿ ਸਕਦੇ ਹਾਂ ਕਿ ਚਲੋ ਛੱਡੋ ਪਰਾਂ, ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਅਭਿਆਸ ਕਰਨ ਦਾ ਕੋਈ ਫਾਇਦਾ ਨਹੀਂ, ਲਾਈਫ ਚੇਂਜ ਤਾਂ ਹੋ ਨਹੀਂ ਰਹੀ। ਉਹ ਕੀ ਹੋ ਗਿਆ? ਪੁੱਠਾ ਹੋ ਗਿਆ। ਠੀਕ ਹੈ, ਉਹ ਲੈਂਸ ਗੜਬੜ ਹੋ ਗਈ। ਦੂਸਰਾ ਕੀ ਹੋਏਗਾ? ਸਾਵਧਾਨ ਹੋ ਜਾਵਾਂ ਮੈਂ ਹੁਣ, ਜਦੋਂ ਮੈਨੂੰ ਦਿਹਾੜੀ 'ਚ ਕੌੜਾ ਬੋਲ ਮੂੰਹ 'ਚੋਂ ਨਿਕਲਣ ਲੱਗੇ, ਜੇ ਨਿਕਲ ਗਿਆ ਤਾਂ ਉਸੇ ਵੇਲੇ ਪੌਜ਼ ਰਹਾਓ, ਉਸੇ ਵੇਲੇ ਸੁਚੇਤ ਹੋ ਜਾਣਾ, ਸੁਚੇਤ ਹੋ ਕੇ ਆਪਣੇ ਆਪ ਨੂੰ ਕਹਿਣਾ ਕਿ ਇਹਨੂੰ ਮੈਂ ਕਿੱਦਾਂ ਡਿਫਰੈਂਟਲੀ ਕਿੱਦਾਂ ਕਰ ਸਕਦੀ ਸੀ। ਇਹ ਮੈਂ ਗੱਲ ਕਹਿਤੀ ਗੁੱਸੇ 'ਚ ਆ ਕੇ ਜਾਂ ਕੁਛ ਵੀ, ਹੁਣ ਮੈਨੂੰ ਡਿਫਰੈਂਟਲੀ ਕਿੱਦਾਂ ਕਰ ਸਕਦੀ, ਜਾਂ ਮੈਂ ਨੈਕਸਟ ਟਾਈਮ, ਹੁਣ ਅਗਲਾ ਪਲ ਮੈਨੂੰ ਫਿਰ ਮਿਲ ਗਿਆ, ਆਮ ਸੋ ਬਲੈਸਡ, ਇਹਨੂੰ ਮੈਂ ਕਿਵੇਂ ਚੇਂਜ ਕਰ ਸਕਦੀ ਹਾਂ। ਇਹ ਕੀ ਹੋ ਗਈ? ਭਾਂਡਾ ਸਿੱਧਾ ਹੀ ਨਹੀਂ, ਖੁੱਲ੍ਹ ਵੀ ਗਿਆ, ਬਹੁਤ ਮੂੰਹ ਖੁੱਲ੍ਹ ਗਿਆ ਉਹਦਾ। ਤੁਸੀਂ ਆਪਣੇ ਆਪ ਨੂੰ ਇੱਕ ਗੋਲਡਨ ਓਪਰਚੁਨਿਟੀ ਇਹਨੂੰ ਕਹਿੰਦੇ ਆ ਦੇ ਦਿੱਤੀ। ਇਹ ਬਾਣੀ ਪੜ੍ਹਨ ਦਾ ਇਹੀ ਮਕਸਦ ਸੀ ਕਿ ਅਸੀਂ, ਉਹ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਬਣਾਂਗੇ ਐਵੇਂ ਨਾ, ਜਦੋਂ ਅਸੀਂ ਮੈਜਰ ਕਰਾਂਗੇ ਥੋੜ੍ਹਾ ਥੋੜ੍ਹਾ, ਇੱਕ ਥਰਮੋਮੀਟਰ ਲਾ ਲਓ ਆਪਣੇ ਅੰਦਰ, ਇੱਕ ਥਰਮੋਮੀਟਰ ਲਾ ਲਓ, ਅੱਜ ਟੈਂਪਰੇਚਰ ਕਿੰਨਾ,
ਤਾਂ ਕਿ ਸਮਝ ਲੱਗ ਸਕੇ। ਅੱਜ 5 ਵਾਰੀ ਕੌੜਾ ਬੋਲੇ, ਕੱਲ ਨੂੰ ਕੋਸ਼ਿਸ਼ ਕਰਾਂਗੇ 4 ਵਾਰੀ। ਇਟਸ ਓਕੇ, ਬੋਲ ਰਹੇ ਹਾਂ, ਉਹ ਭੱਜਣਾ ਨਹੀਂ ਉਹਦੇ ਤੋਂ, ਔਰ ਨਾ ਹੀ ਭਾਂਡਾ ਮੁੱਦਾ ਕਰਨਾ। ਤਾਂ ਹੀ ਕੱਲ ਗੱਲ ਕਹੀ ਸੀ ਕਿ ਆਪਣੇ ਆਪ ਨੂੰ ਕੁੱਟੋ ਨਾ, ਉਹ ਕੁੱਟ ਕੇ ਅਸੀਂ ਆਪਣੇ ਆਪ ਨੂੰ ਖ਼ਤਮ ਕਰ ਦਿੰਦੇ ਹਾਂ। ਉਹਦੇ 'ਚ ਵਾਲੀ ਕੋਈ ਹੱਲਾਸ਼ੇਰੀ ਵਾਲੀ ਗੱਲ ਨਹੀਂ ਹੈ। ਮੈਨੂੰ ਤਾਂ ਉਹ 'ਚ ਨਿਮਰਤਾ ਵੀ ਨਹੀਂ ਨਜ਼ਰ ਆਉਂਦੀ, ਪਰ ਹੋ ਸਕਦਾ ਮੇਰਾ ਆਪਣਾ ਓਪੀਨੀਅਨ ਹੋ ਸਕਦਾ, ਤੁਹਾਨੂੰ ਐਗਰੀ ਕਰਨ ਦੀ ਲੋੜ ਨਹੀਂ ਹੈ। ਫਿਰ ਅਸੀਂ ਐਵੇਂ ਨਹੀਂ ਕੁੱਟਣਾ ਸੀ ਆਪਣੇ ਆਪ ਨੂੰ। ਔਰ ਕਈ ਵਾਰੀ ਦੂਸਰੇ ਦਾ ਵੀ ਪ੍ਰਭਾਵ ਹੈ ਕਿ ਇੱਕ ਦੂਜੇ ਨੂੰ ਜੱਜ ਕਰੀ ਜਾਣਾ। ਸੰਗਤ 'ਚ ਵੀ ਅਸੀਂ ਕਰਦੇ ਹਾਂ, ਇਹਨੇ ਕੱਪੜੇ ਨਹੀਂ ਠੀਕ ਪਾਏ, ਇਹਦੀ ਦਸਤਾਰ ਨਹੀਂ ਠੀਕ, ਇਹਦਾ ਆਹ ਨਹੀਂ ਠੀਕ, ਇਹਦਾ ਉਹ ਨਹੀਂ ਠੀਕ, ਉਹ ਕਹਿੰਦਾ ਮੈਂ ਜਾਣਾ ਹੀ ਨਹੀਂ। ਹਾਂ, ਪਹਿਲਾਂ ਕੀ ਹੁੰਦਾ ਸੀ, ਕੋਈ ਵੀ ਦੂਰੋਂ ਦੁਰੇਡੇ ਆਉਂਦਾ ਸੀ, ਗਲਵੱਕੜੀ 'ਚ ਉਹਨੂੰ ਲਾਓ, ਇੰਨਾ ਪਿਆਰ ਦਿਓ ਕਿ ਉਹਦਾ ਜੀ ਨਾ ਕਰੇ ਕਿ ਮੈਂ ਇੱਥੋਂ ਜਾਵਾਂ ਕਿਤੇ। ਇਸੇ ਕਰਕੇ ਮੈਂ ਤੁਹਾਡੇ ਨਾਲ ਕੱਲ੍ਹ ਸ਼ੇਅਰ ਕੀਤਾ ਸੀ, ਉਹ ਜਿਹੜੇ 1-2 ਭੈਣਾਂ ਨੇ ਆਉਂਦਿਆਂ ਸਰ ਕਿਹਾ ਸੀ ਵੀ ਅਸੀਂ ਘਰ ਜਾਣਾ। ਮਸੂਰੀ ਦੀ ਗੱਲ ਕਰ ਰਹੀ ਹਾਂ ਮੈਂ, ਕਿਉਂਕਿ ਕੁਛ ਚੈਲੰਜਿੰਗ ਸੀਗੇ ਅਕੋਮੋਡੇਸ਼ਨ ਵਗੈਰਾ। ਔਰ ਕੀ ਹੋ ਗਿਆ ਸੀ, ਜਾਣ ਲੱਗਿਆ, ਹਾਂ, ਕਿਉਂ ਪਿਆਰ, ਤੁਸੀਂ ਪਿਆਰ ਇੰਨਾ ਦਿੱਤਾ ਸੀ ਉਹਨਾਂ ਨੂੰ, ਇੰਨਾ ਪਿਆਰ ਦਿੱਤਾ ਸੀ ਕਿ ਪਿਆਰ ਦੇ ਕਾਰਨ ਉਹ ਤੁਹਾਡੇ ਹੀ ਹੋ ਗਏ। ਮਤਲਬ ਤੁਹਾਡੇ ਕੌਣ ਹੋ ਗਏ? ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤਾਂ ਐਗਜ਼ਿਸਟ ਹੀ ਨਹੀਂ ਕਰਦੇ ਨਾ। ਅਸੀਂ ਇੱਥੇ ਕੌਣ ਆ? ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ ਹੈ, ਤੇ ਫਤਿਹ ਕਿਹਦੀ ਹੋਈ? ਕਿਉਂ? ਕਿਉਂਕਿ ਖਾਲਸਿਆਂ ਨੇ ਕੀ ਕੀਤਾ? ਵਾਹਿਗੁਰੂ ਜੀ ਵਰਗੇ ਬਣ ਗਏ। ਹਾਂ, ਕਿਉਂਕਿ ਉਹ ਕਹਿੰਦਾ ਨਾ, ਬੜੀ ਪਿਆਰੀ ਪੰਕਤੀ ਹੈ, ਬੜੀ ਪਿਆਰੀ ਪੰਕਤੀ। ਹੁਣ ਆ ਜਾਏ ਤਾਂ ਚੰਗਾ ਹੈ। ਹਰ ਜੀ ਮਾਤਾ ਹਰ ਜੀ ਪਿਤਾ ਚਾਹੇ, ਸ਼ਾਇਦ ਕਹਿੰਦੇ ਵੀ ਉਹ ਬੜੀ ਘੁੱਟ ਕੇ ਜੱਫੀ ਪਾਉਂਦਾ ਸਾਰਿਆਂ ਨੂੰ। ਗੱਲ ਸੇਤੀ ਲਾਇਕ ਹੈ ਨਾ, ਸਭਨਾ ਗੱਲਾਂ ਲਾਇਕ। ਚਲੋ ਹੁਣ ਕਿੰਨੀਆਂ ਆ ਗਈਆਂ, ਅੱਛੀ ਗੱਲ ਹੈ। ਹਾਂ, ਕਿ ਸਾਰੇ ਪਿਛਲੇ ਔਗਣ ਬਖਸ਼ ਕੇ ਉਹ ਸਾਰਿਆਂ ਨੂੰ ਗੱਲ ਵਕੜੀ ਦੇ ਨਾਲ ਲਾਉਂਦਾ। ਸਾਰ ਸੰਭਾਲੈ ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗੱਲ ਲਾਵੇ। ਸਾਰ ਸੰਭਾਲੈ ਨਿਤ ਪ੍ਰਤਪਾਲੈ, ਨਿਤ ਮਤਲਬ ਰੋਜ਼ ਦੀ ਗੱਲ, ਪ੍ਰੇਮ ਸਹਿਤ ਗੱਲ ਲਾਵੇ। ਹੁਣ ਇਹ ਵੀ ਇੱਕ ਗੁਣ ਲੈ ਜਾਈਏ, ਗੁਣ ਹੀ ਦੇ ਰਹੇ ਨਾ ਗੁਰੂ ਸਾਹਿਬ। ਇਹ ਪੜ੍ਹ ਲਿਆ ਤੇ ਬੜੀ ਚੰਗੀ ਗੱਲ ਹੈ, ਪਰ ਕਮਾਣਾ ਇਹਨੂੰ ਕਵਾਂਗੇ ਖੇਡਣਾ। ਜਿੱਥੋਂ ਗੱਲ ਸ਼ੁਰੂ ਹੋਈ ਸੀ, ਇਹ ਫਿਰ ਖੇਡ ਹੋਏਗੀ। ਨਹੀਂ ਤੇ ਹਾਲੇ ਖੇਡ ਸਿਰਫ ਦੇਖ ਹੀ ਰਹੇ ਹਾਂ ਅਸੀਂ। ਹੁਣ ਜੋ ਤਾਂ ਪ੍ਰੇਮ ਖੇਲਣ ਦਾ ਚਾਓ ਹੈ, ਹੁਣ ਰੱਖਣਾ ਪਏਗਾ ਸੀਸ ਤਲੀ ਤੇ। ਹੁਣ ਅਸੀਂ ਰੈਪ ਅਪ ਕਰਨਾ ਸ਼ੁਰੂ ਕਰਾਂਗੇ। ਵੀ ਸ਼ਹੀਦੀ ਦੀ ਗੱਲ ਸੀਗੀ। ਅੱਜ ਦੇ ਦੌਰ ਦੇ ਵਿੱਚ ਸ਼ਹੀਦੀ ਕੀ ਡਿਮਾਂਡ ਕਰਦੀ ਹੈ? ਕਿਉਂਕਿ ਜਿਵੇਂ ਹੁਣ ਮੇਰੀ ਪ੍ਰੈਜੈਂਟੇਸ਼ਨ ਬਹੁਤ ਲੰਬੀ ਸੀ, ਜੇ ਮੈਂ ਉਹ 'ਚ ਗਈ ਤਾਂ ਕਾਫੀ ਟਾਈਮ ਲੱਗੇਗਾ। ਅੱਜ ਦੀ ਡੇਟ ਵਿੱਚ ਸ਼ਹੀਦੀ ਤੁਹਾਡੇ ਕੋਲੋਂ ਕੀ ਡਿਮਾਂਡ ਕਰਦੀ ਹੈ? ਆਪਣੇ ਤੋਂ ਕੰਮ ਸ਼ੁਰੂ ਕਰਨਾ। ਅੱਛਾ, ਹੋਰ ਸਿਦਕ। ਹੁਣ ਇਹਨਾਂ ਨੇ ਕਹਿਤਾ ਆਪਣਾ ਜੀਵਨ ਸੁਧਾਰਨਾ, ਉਹਨੂੰ ਬ੍ਰੇਕ ਡਾਊਨ ਕਰ ਦਿਓ ਥੋੜ੍ਹਾ ਜਿਹਾ। 2-3 ਪੁਆਇੰਟਸ ਅਸੀਂ ਲਵਾਂਗੇ, ਕਿਹੜੀਆਂ ਚੀਜ਼ਾਂ ਤੁਹਾਡੇ ਮਨ 'ਚ ਆਉਂਦੀਆਂ ਨੇ? ਹਉਮੈ, ਆਪਣੀ ਹਉਮੈ ਨੂੰ ਖਤਮ ਕਰਨਾ। ਓਕੇ, ਯਾਨੀ ਤਨ ਮਨ ਧਨ ਤਿੰਨੋਂ ਚੀਜ਼ ਠੀਕ ਹੈ। ਸਭ ਨੂੰ ਸੌਂਪਣਾ। ਤਨ ਮਨ ਧਨ ਸੌਂਪ ਦੇਣਾ, ਈਗੋ ਨੂੰ ਖਤਮ ਕਰਨਾ। ਹਾਂਜੀ, ਗੁਰੂ ਤੇ ਟੁੱਟ ਭਰੋਸਾ। ਤੁਸੀਂ ਕੁਝ ਕਹਿਣਾ ਸੀ? ਇੱਕ ਮਿੰਟ ਵੀਰ ਜੀ, ਇੱਕ ਮਿੰਟ। ਹੋ ਗਿਆ? ਮੈਨੂੰ ਪਤਾ ਕਦੀ ਕਦੀ ਜ਼ਰੂਰੀ ਗੱਲ ਕਰਨੀ ਹੁੰਦੀ, ਕਰ ਲਓ, ਕੋਈ ਗੱਲ ਨਹੀਂ, ਅਸੀਂ ਵੇਟ ਕਰ ਲੈਂਦੇ ਹਾਂ। ਹਾਂ, ਮੈਨੂੰ ਪਤਾ ਹੈ, ਹੋ ਗਿਆ ਪੁਆਇੰਟ। ਉਹ ਹੁਣ ਤੁਸੀਂ ਸ਼ੇਅਰ ਕਰਿਓ ਸੰਗਤ ਨਾਲ। ਇੱਕ ਮਿੰਟ। ਹਾਂਜੀ ਵੀਰ, ਇਹਨਾਂ ਨੂੰ ਮਾਈਕ ਦੇ ਦਿਓ, ਕਿਉਂਕਿ ਉਮੀਦ ਕਰਕੇ ਆਵਾਜ਼ ਨਹੀਂ ਆਉਣੀ। ਹੁਣ ਅੱਜ ਦੇ ਡੇਟ ਸ਼ਹੀਦੀ ਦਾ ਮੀਨਿੰਗ ਹੀ ਆਹੀ ਹੈ ਕਿ ਆਪਣੇ ਆਪ ਨੂੰ ਬਾਹਰਲੇ ਪ੍ਰਭਾਵਾਂ ਤੋਂ ਬਚਾ ਕੇ ਰੱਖੋ। ਠੀਕ ਹੈ, ਹਾਂਜੀ। ਹੁਣ ਇਹਨਾਂ ਨੂੰ ਮਾਈਕ ਦਿਓ। ਨਹੀਂ, ਕੋਈ ਵੀ ਸ਼ੇਅਰ ਕਰ ਲਓ, ਅਸੀਂ ਸਾਰੇ ਸੁਣ ਲਾਂਗੇ। ਗੁੱਸਾ ਨਹੀਂ ਹੈ, ਮੈਂ ਪਿਆਰ ਨਾਲ ਕਹਿ ਰਹੀ ਹਾਂ। ਵੀਰ ਜੀ ਨੇ ਦੱਸਿਆ ਕਿ ਕਮਾਈ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ, ਤੇ ਭਾਣਾ ਮੰਨਣਾ, ਤੇ ਗੁਰੂ ਸਾਹਿਬ ਨੂੰ ਅੰਗ ਸੰਗ ਸਹਾਈ ਜਾਣਨਾ, ਤੇ ਮਿਲਾਪ। ਠੀਕ ਹੈ, ਭਾਣਾ ਮੰਨਣਾ, ਅੰਗ ਸੰਗ ਫੀਲ ਕਰਨਾ, ਤੇ ਮਿਲਾਪ ਵੱਲ ਤੁਰਨਾ।
ਠੀਕ ਹੈ। ਹੋਰ ਕਿਸੇ ਦੇ ਮਨ 'ਚ ਕੋਈ ਕਿਵੇਂ ਕਿਹੜੀ ਚੀਜ਼ ਡਿਮਾਂਡ ਕਰਦੀ ਹੈ ਸ਼ਹੀਦੀ? ਹਾਂਜੀ ਹੁਣ ਬੜਾ ਹੁਣ ਗੱਜ ਵੱਜ ਕੇ ਬੋਲਣਾ ਪੈਣਾ, ਗੱਜ ਰਹੇ ਨੇ ਬਾਹਰ ਮੇਘ ਜੀ ਵੀ। ਹਾਂਜੀ ਦ੍ਰਿੜਤਾ ਚਾਹੀਦੀ ਹੈ ਤੇ ਹਾਂ, ਨਿਸ਼ਚਾ ਚਾਹੀਦਾ। determination, definitely. ਡਿੱਗਿਆ ਨਾ ਡੋਲਾ ਦ੍ਰਿੜਤਾ। डबल माइंडेडनेस खत्म करनी, लगभग छाड़ रहे मन को अब तो चले मेरे को। ਠੀਕ ਹੈ। ਡਬਲ ਮਾਈਂਡਡਨੈਸ ਮਤਲਬ ਕਿ ਇਹਦੇ 'ਚ ਇੱਕ ਹੋਰ ਗੱਲ ਆ ਜਾਂਦੀ ਹੈ, ਦੂਜਾ ਭਾਵ ਵੀ, ਡੁਅਲਿਟੀ ਐਗਜ਼ੈਕਟਲੀ ਹੈ ਨਾ, ਦੂਜਾ ਭਾਵ, ਡਾਊਟ, ਡਬਲ ਮਾਈਂਡਡਨੈਸ, ਦੂਜਾ ਭਾਵ। ਹੁਣ ਸਮਰਪਣ ਹੋ ਗਿਆ, ਹਾਂਜੀ ਠੀਕ ਹੈ। ਹੁਣ ਥੋੜ੍ਹਾ ਜਿਹਾ ਅੱਗੇ ਚੱਲਾਂਗੇ ਕਿਉਂਕਿ ਤੁਹਾਡੀ ਆਵਾਜ਼ ਵੀ ਨਹੀਂ ਸੁਣੀ, ਮੇਰੀ ਸੁਣ ਰਹੀ ਆਵਾਜ਼? ਹਾਂਜੀ ਹਾਂਜੀ ਠੀਕ ਹੈ। ਅੱਛਾ, ਸ਼ਹੀਦੀ ਦਾ ਕਨਸੈਪਟ ਕਹਿ ਲਓ ਸ਼ੁਰੂ ਕਿੱਥੋਂ ਹੋਇਆ ਸੀ? ਗੁਰੂ ਅਰਜਨ ਦੇਵ ਜੀ ਤੋਂ? ਹੋਰ ਕੋਈ? ਹਾਂ ਹਾਂਜੀ, ਤੁਸੀਂ ਕੀ ਕਹਿ ਰਹੇ ਸੀ ਉੱਥੇ? ਗੁਰੂ ਅਰਜਨ ਦੇਵ ਜੀ ਮੇਨਲੀ ਕਹਿ ਰਹੇ ਆ, ਹੋਰ ਕੋਈ ਡਿਫਰੈਂਟ ਆਨਸਰ? ਹਾਂਜੀ, ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ? ਠੀਕ ਹੈ, ਓਕੇ। ਕਿਵੇਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਸ਼ੁਰੂ ਹੋ ਗਿਆ ਸੀ? ਹਾਂ ਹਾਂ ਬੋਲੋ। ਹਾਂ ਠੀਕ ਹੈ। ਸੋ ਅਸੀਂ ਮਤਲਬ ਗੁਰੂਆਂ ਦੀ ਲਾਈਨ ਟਾਈਮ ਤੋਂ ਚੱਲੀਏ ਜੇ ਤਾਂ ਉਸ ਦਾ ਜਵਾਬ ਦਿਓ ਕਿ ਤੁਹਾਡੇ ਹਿਸਾਬ ਨਾਲ ਕਿਵੇਂ ਲੱਗਦਾ ਤੁਹਾਨੂੰ? ਗੁਰੂ ਅਰਜਨ ਦੇਵ ਜੀ, ਓਕੇ। ਹੋਰ ਜੀ? ਕੋਈ ਕਹਿ ਰਿਹਾ ਗੁਰੂ ਅਰਜਨ ਦੇਵ ਜੀ, ਕੋਈ ਕਹਿ ਰਿਹਾ ਗੁਰੂ ਨਾਨਕ ਦੇਵ ਜੀ। ਨਹੀਂ, ਫਿਜ਼ੀਕਲ ਸ਼ਹੀਦੀ ਨਹੀਂ ਵੀ ਜਿੱਥੇ ਇਨਕਲਾਬ ਆ ਗਿਆ, ਸਾਹਮਣੇ ਲਿਖਿਆ। ਹਾਂ, ਇਨਕਲਾਬ ਕਿੱਥੋਂ ਸ਼ੁਰੂ ਹੋਇਆ? ਹਾਂ, ਉੱਥੋਂ ਹੀ ਸ਼ੁਰੂ ਹੋ ਗਿਆ ਨਾ। ਤੇ ਇੱਦਾਂ ਨਹੀਂ ਸੀਗਾ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੋਈ ਨਵੀਂ ਚੀਜ਼, ਕੋਈ ਵੱਖਰੀ ਚੀਜ਼ ਕਰ ਦਿੱਤੀ, ਤਾਂ ਉਹ ਇਨਕਲਾਬ, ਉਹ ਤਿਆਰੀ ਹੋ ਰਹੀ ਸੀ, ਉਹ ਤਾਂ ਇਨਕਲਾਬ ਉੱਥੋਂ ਸ਼ੁਰੂ ਹੋ ਗਿਆ ਸੀਗਾ। ਸੋ ਆਪਾਂ ਹਾਂਜੀ, ਅੱਛਾ ਪੁੱਛ ਰਹੇ ਇਨਕਲਾਬ ਦਾ ਅੱਖਰੀ ਅਸਲੀ ਭਾਵ? ਅੱਛਾ, ਇਨਕਲਾਬ ਦਾ ਅਸਲੀ ਭਾਵ ਕੀ ਹੈ? ਇਨਕਲਾਬ ਕੀ, ਉਹਨੂੰ ਰੈਵੋਲੂਸ਼ਨ ਅਸੀਂ ਕਹਿੰਦੇ ਹਾਂ, ਪਰ ਕੀ ਤੁਹਾਡੇ ਲਈ ਕੀ ਉਹਦਾ ਭਾਵ ਹੋਏਗਾ? ਹਾਂਜੀ, ਅੱਛਾ ਕਹਿ ਰਹੇ ਵੀ ਜਗਤ ਦੇ ਖਿਲਾਫ, ਜ਼ੁਲਮ ਦੇ ਖਿਲਾਫ, ਗਲਤ ਦੇ ਖਿਲਾਫ, ਜ਼ੁਲਮ ਕਹਿ ਲਓ, ਗਲਤ ਦੇ ਖਿਲਾਫ ਜਿਹੜੀ ਹੈ ਆਵਾਜ਼ ਉਠਾਣੀ। ਵਾਹਿਗੁਰੂ 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 ਵਾਹਿਗੁਰੂ। ਦੂਸਰੇ ਧਰਮਾਂ ਦੇ ਵਿੱਚ ਵੀ ਸੈਕਰੀਫਾਈਸ ਹੋਏ ਨੇ ਨਾ, ਪਰ ਕੁਝ ਫਰਕ ਹੈ ਉਹਨਾਂ 'ਚ ਤੇ ਗੁਰਮਤਿ ਦੇ ਵਿੱਚ। ਇੱਕ ਬੜੀ ਯੂਨੀਕ ਚੀਜ਼ ਹੈ, ਇਹਦਾ ਕਨਸੈਪਟ ਮੇਰਾ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਮਾੜਾ ਕਹਿਣਾ ਜਾਂ ਆਪਣੇ ਆਪ ਨੂੰ ਚੰਗਾ ਕਹਿਣਾ, ਪਰ ਸਾਨੂੰ ਰੀਅਲਾਈਜੇਸ਼ਨ ਹੋਣੀ ਚਾਹੀਦੀ ਹੈ। ਅੱਛਾ, ਵੀਰ ਜੀ ਕਹਿ ਰਹੇ ਵੀ ਉਹਨਾਂ ਨੇ ਆਪਣੇ ਲਈ ਕੀਤਾ, ਹਾਂਜੀ ਆਪਣੇ ਵਾਸਤੇ ਕੀਤਾ। ਹੋਰ ਹੋਰ ਜੀ? ਹਾਂ, ਮੇਨ ਕੀ ਚੀਜ਼ ਸੀਗੀ ਕਿ ਜਿਹੜੀ ਸਿੱਖੀ ਦੇ ਵਿੱਚ ਜਿਹੜੇ ਸ਼ਹੀਦੀਆਂ ਹੋਈਆਂ ਨੇ ਉਹਦੇ 'ਚ ਕੁਐਸਚਨ ਨਹੀਂ ਸੀ, ਪਰਮਾਤਮਾ ਨੂੰ ਕੁਐਸਚਨ ਨਹੀਂ ਕੀਤਾ ਗਿਆ ਕਿ ਤੂੰ ਕਿਉਂ ਕਰ ਰਿਹਾ ਮੇਰੇ ਨਾਲ ਇੱਦਾਂ। ਜਦੋਂ ਈਸਾ ਨੂੰ ਵੀ ਕ੍ਰਾਸ 'ਤੇ ਲਟਕਾਇਆ ਗਿਆ ਸੀਗਾ ਤਾਂ ਉਹਨਾਂ ਨੇ ਕੁਐਸਚਨ ਕੀਤਾ ਸੀਗਾ ਕਿ ਮੈਂ ਇੱਕ ਸਲਾਈਡ 'ਤੇ ਵੀ ਲਿਖਿਆ ਹੋਇਆ ਹੈ, ਉਹਨਾਂ ਨੇ ਕਿਹਾ ਸੀਗਾ ਕਿ ਰੱਬ ਨੇ ਮੇਰੇ ਤੋਂ ਮੂੰਹ ਮੋੜ ਲਿਆ, ਤੂੰ ਮੈਨੂੰ ਦੂਰ ਕਿਉਂ ਕਰ ਦਿੱਤਾ ਮੇਰੇ ਤੋਂ। ਔਰ ਗੁਰੂ ਸਾਹਿਬ ਕੀ ਕਹਿ ਰਹੇ ਨੇ? ਚਲੋ ਆਪਾਂ ਗਾ ਲੈਂਦੇ ਹਾਂ, ਥੋੜਾ ਖਿੰਡੀ ਬਿਰਤੀ ਠੀਕ ਹੋ ਜਾਏਗੀ। ਤੇਰਾ ਕੀਆ ਮਿੱਠਾ ਲਾਗੇ, ਤੇਰਾ ਕੀਆ ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਨਾਮ ਪਦਾਰਥ ਨਾਨਕ ਮੰਗੈ।
हर का नाम हृदय नित ध्याई, संगी साथी सगल तराई। हर का नाम गुर मेरे संग सदा है नाले, सिमर सिमर तिस सदा समाले। गुर मेरे संग गुर मेरे संग सदा है नाले, सिमर सिमर तिस सदा समाले। तेरा किया मीठा लागे हर नाम पदारथ, नानक मांगे तेरा नानक मांगे। जनरली ना क्या जाता भी मिठा चंगा लगता सारिਆਂ ਨੂੰ, जनरली स्पीकिंग भी मिठा चंगा लगता ना, ਤਾਂ ਇਹਨੂੰ ਡਿਜ਼ਰਟ ਕਰਕੇ ਗਿਣਿਆ ਜਾਂਦਾ। ਇੱਕ ਹੁੰਦਾ ਚੀਜ਼ ਨੂੰ ਮੰਨ ਲੈਣਾ, ਐਕਸੈਪਟ ਕਰ ਲੈਣਾ। ਇੱਕ ਕਹਿਣਾ ਵੀ ਮੈਨੂੰ ਇਹ ਚੀਜ਼ ਮਿੱਠੀ ਲੱਗਦੀ ਹੈ, ਇਹ ਅਗਲੀ ਖੇਡ ਹੈ। ਇਹ ਸਿਰਫ ਉੱਥੇ ਨਹੀਂ, ਮੰਨਣ ਤੱਕ ਵੀ ਗੱਲ ਨਹੀਂ, ਅਗਲੀ ਚੀਜ਼ ਹੈ ਕਿ ਹਾਂ ਮੈਂ ਵੈਲਕਮ ਕਰਦਾ ਇਸ ਚੀਜ਼ ਨੂੰ। ਸਿਰਫ ਮੰਨਣਾ ਨਹੀਂ, ਐਕਸੈਪਟ ਕਰਨਾ ਨਹੀਂ। ਮੈਨੂੰ ਇਹ ਸਵੀਟ ਲੱਗਦੀ, ਮੈਨੂੰ ਮਿੱਠੀ ਲੱਗਦੀ, ਮੈਨੂੰ ਚੰਗੀ ਲੱਗਦੀ ਹੈ। ਗੁਰੂ ਸਾਹਿਬ ਇਹ ਕਹਿ ਰਹੇ ਨੇ ਇੱਥੇ। ਅਸੀਂ ਜਿਹੜਾ ਭਾਣੇ ਦੀ ਕਿਸੇ ਨੇ ਗੱਲ ਕੀਤੀ ਸੀ ਪਹਿਲਾਂ, ਭਾਣਾ ਸਿਰਫ ਅਸੀਂ ਉੱਥੇ ਕਹਿ ਦਿੰਦੇ ਜਦੋਂ ਕੋਈ ਪੂਰਾ ਹੋ ਗਿਆ ਤੇ ਹੁਣ ਮੰਨਣਾ ਪੈਣਾ। ਉਹ ਐਕਸੈਪਟੈਂਸ ਨਹੀਂ ਹੈ, ਉਹ ਤੇਰਾ ਕੀਆ ਮਿੱਠਾ ਲੱਗੇ ਨਹੀਂ ਹੈ। ਗੁਰੂ ਸਾਹਿਬ ਇੱਦਾਂ ਤਾਂ ਨਹੀਂ ਬੈਠੇ ਸੀ ਕਿ ਮੈਨੂੰ ਬੈਠਣਾ ਪੈਣਾ ਤੱਤੀ ਤਵੀ 'ਤੇ। ਉਹ ਕਹਿ ਰਹੇ ਮਿੱਠਾ ਲੱਗ ਰਿਹਾ ਮੈਨੂੰ, ਆਣ ਦਿਓ। ਉੱਥੇ ਕਹਿ ਰਹੇ ਨੇ, ਬਾਕੀ ਸਾਰੇ ਕਹਿ ਰਹੇ ਨੇ ਨਾ ਕਿ ਸਾਨੂੰ ਇੱਕ ਇਸ਼ਾਰਾ ਕਰੋ, ਅਸੀਂ ਹੁਣੇ ਸਾਰਾ ਕੁਝ ਬੰਦ ਕਰਾ ਦਿਆਂਗੇ। ਗੁਰੂ ਸਾਹਿਬ ਕਹਿ ਰਹੇ ਮੈਨੂੰ ਮਿੱਠਾ ਲੱਗ ਰਿਹਾ। ਕਹਿੰਦੇ ਮੇਰੀ ਬਾਹਰ ਦੇ ਛਾਲਿਆਂ ਵੱਲ, ਮੇਰੀ ਸਕਿਨ ਵੱਲ ਜਾਂ ਮੇਰੀ ਫਿਜ਼ੀਕਲ ਸਟੇਟ ਵੱਲ ਨਹੀਂ ਦੇਖੋ, ਮੇਰਾ ਹਿਰਦਾ ਓਨਾ ਹੀ ਸ਼ਾਂਤ ਹੈ ਜਿੰਨਾ ਹਰਮੰਦਰ 'ਚ ਕੀਰਤਨ ਕਰਦਿਆਂ ਸ਼ਾਂਤ ਸੀ। ਓਨਾ ਹੀ ਸ਼ਾਂਤ ਹੈ। ਜੇ ਓਨਾ ਹੀ ਸ਼ਾਂਤ ਹੈ ਤਾਂ ਹੀ ਮਿੱਠਾ ਲੱਗ ਰਿਹਾ ਨਾ। ਔਰ ਇਸ ਕਿੰਨੇ ਡੂੰਘੇ ਕਨਸੈਪਟ ਨੇ, ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਵੇਂ ਉਹ ਪਲੈਜ਼ਰ ਦੇ ਵਿੱਚ ਹੈ, ਭਾਵੇਂ ਪੇਨ ਦੇ ਵਿੱਚ ਹੈ, ਭਾਵੇਂ ਦੁੱਖ ਹੈ, ਭਾਵੇਂ ਸੁੱਖ ਹੈ। ਇਹ ਨਾ ਹੋਏ ਉਦੋਂ ਭਾਣਾ ਬਣਾ ਦਈਏ ਤੇ ਉਦੋਂ ਕਿਰਪਾ ਬਣਾ ਦਈਏ। ਇੱਦਾਂ ਹੀ ਅਸੀਂ ਉਹ ਕੌਂਟੈਕਸਟ ਸਾਰਾ ਚੇਂਜ ਕਰ ਦਿੰਦੇ ਹਾਂ। ਉਦੋਂ ਕੰਟਰੋਲ ਕਿਸੇ ਹੋਰ ਨੂੰ ਦੇ ਦਿੱਤਾ, ਉਦੋਂ ਕਿਸੇ ਹੋਰ ਨੂੰ। ਉਹਦਾ ਭਾਣਾ ਸੀ ਕੁੜੀ ਜੰਮ ਪਈ, ਇਹ ਵੀ ਚੱਲਦਾ ਨਾ। ਉਹਦਾ ਭਾਣਾ ਸੀ ਇਹ ਚਲੇ ਗਏ, ਉਹਦੀ ਕਿਰਪਾ ਹੋ ਗਈ ਮੈਨੂੰ ਗੱਡੀ ਮਿਲ ਗਈ। ਉਦੋਂ ਤੇ ਭਾਣਾ ਨਹੀਂ ਹੁੰਦਾ। ਇਹ ਲੈਂਗੁਏਜ ਅਸੀਂ ਕਿੱਥੋਂ, ਇਹਨੂੰ ਵਰਡ ਵਿਊ ਕਹਿ ਦਿੰਦੇ ਹਾਂ ਨਾ, ਕਿੱਥੋਂ ਅਸੀਂ ਇਹ ਚੇਂਜ ਕਰ ਲਈ। ਆਪਣੀ ਲੈਂਗੁਏਜ ਇਹ ਜਨਰੇਸ਼ਨ ਚੇਂਜ ਕਰ ਲਵੇ, ਚੇਂਜ ਕਰ ਲਓ। ਬੜੀ ਕਿਰਪਾ ਹੈ ਜੀ, ਘਰ ਵਿੱਚ ਬੱਚੀ ਨੇ ਜਨਮ ਲਿਆ। ਬੜੀ ਕਿਰਪਾ ਹੈ ਜੀ, ਇਹ ਆਪਣੇ ਸਵਾਸ ਜਿਹਨੇ ਮਿਲੇ ਸੀ, ਇਹ ਮਿਲ ਕੇ ਕਿਸੇ ਨੂੰ ਜਾ ਕੇ ਹਾਲੇ ਨਾ ਕਹਿਓ, ਉਹਨਾਂ ਨੇ ਤੁਹਾਨੂੰ ਕੁੱਟ ਦੇਣਾ। ਪਰ ਹੌਲੀ ਹੌਲੀ ਇਹ ਚੀਜ਼ ਜਿਹੜੀ ਹੈਗੀ ਹੈ ਚੇਂਜ ਕਰਨੀ ਪਏਗੀ। ਇਹ ਮੈਂਟਲ ਮਾइंड ਜਿਹੜਾ ਕਨਸੈਪਟ ਚੇਂਜ ਕਰਨਾ ਪਏਗਾ। ਠੀਕ ਹੈ। ਸੋ ਗੁਰੂ ਨਾਨਕ ਸਾਹਿਬ ਨੇ ਹੀ ਇਹ ਇਨਕਲਾਬ ਸ਼ੁਰੂ ਕਰ ਦਿੱਤਾ ਸੀਗਾ ਕਿ ਜਿਹੜੀ ਚੀਜ਼ ਠੀਕ ਨਹੀਂ ਹੈਗੀ ਉਹਦੇ ਖਿਲਾਫ ਬੋਲਣਾ। ਜੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਸਾਨੂੰ ਵੀ ਇਨਕਲਾਬ ਲਿਆਉਣਾ ਪਏਗਾ, ਇੱਕ ਸਟ੍ਰੈਟੇਜਿਕ ਤਰੀਕੇ ਦੇ ਨਾਲ ਲਿਆਉਣਾ ਪਏਗਾ। ਅੱਜ ਦੀ ਸ਼ਹੀਦੀ ਦੀ ਗੱਲ ਅਸੀਂ ਕਰ ਰਹੇ ਹਾਂ। ਹਾਂਜੀ ਹਾਂ, ਵੀਰ ਜੀ ਕਹਿ ਰਹੇ ਵੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਿ ਉਹਨੂੰ ਮਿੱਠਾ ਕਰਕੇ ਜਾਣਿਆ। ਉਹੀ ਚੱਲ ਰਿਹਾ, ਕੁਛ ਚੇਂਜ ਨਹੀਂ ਹੋਇਆ। ਜੋਤ ਤੇ ਇੱਕ ਹੀ ਹੈ ਨਾ, ਚੋਲਾ ਬਦਲ ਰਿਹਾ, ਜੋਤ ਤੇ ਇੱਕ ਹੈ, ਉਹੀ ਮੈਸੇਜ ਚੱਲ ਰਿਹਾ। ਅੱਛਾ, ਅੱਗੇ ਮੈਨੂੰ ਤੁਸੀਂ ਕੁਛ ਦੱਸੋ ਕਿ ਜੇ ਸ਼ਹੀਦਾਂ ਦੀ ਗੱਲ ਕਰੀਏ ਤਾਂ ਹਰ ਇੱਕ ਦੇ ਮਨ ਵਿੱਚ ਮੈਂ ਸੋਚ ਸਕਦੀ ਹਾਂ ਕਿ ਕੋਈ ਨਾ ਕੋਈ ਇੱਕ ਕੋਈ ਰੋਲ ਮਾਡਲ, ਕੋਈ ਇੰਸਪੀਰੇਸ਼ਨ ਸ਼ਹੀਦਾਂ ਦੇ ਵਿੱਚੋਂ ਕੋਈ ਹੋਏਗਾ। ਜੇ ਮੈਂ ਤੁਹਾਨੂੰ 10 ਸੈਕਿੰਡ ਦੇਵਾਂ ਆਪਣੇ ਆਪ 'ਚ ਰਿਫਲੈਕਟ ਕਰਨ ਲਈ, ਤਾਂ ਤੁਹਾਡੇ ਅੱਗੇ ਕੌਣ ਆਉਂਦੇ ਨੇ? ਠੀਕ ਹੈ, ਦੱਸਣਾ ਨਹੀਂ, ਸਿਰਫ ਸੋਚਣਾ ਹੈ 10 ਸੈਕਿੰਡ ਲਈ ਕੌਣ ਆਉਂਦੇ ਨੇ ਤੇ ਕਿਉਂ ਆਉਂਦੇ ਨੇ।
ਉਹਨਾਂ ਦੀ ਸਿਰਫ ਇੱਕ ਹੀ ਚੀਜ਼ ਤੁਸੀਂ ਸੋਚਣੀ ਹੈ ਕਿ ਮੈਨੂੰ ਆਹ ਚੀਜ਼ ਨੇ ਇੰਸਪਾਇਰ ਕੀਤਾ ਤੇ ਕਿਉਂ ਕੀਤਾ, ਤੇ ਤੁਹਾਡੀ ਲਾਈਫ 'ਚ ਉਹ ਕਿਉਂ ਮਾਇਨਾ ਰੱਖਦੀ ਹੈ। ਠੀਕ ਹੈ, ਟੇਕ ਫਿਊ ਸੈਕਿੰਡਸ, ਸੋਚੋ ਇਹਦੇ ਬਾਰੇ। ਹਾਂਜੀ, ਕੁਛ ਆਏ ਸਾਹਮਣੇ? ਹਾਂਜੀ, ਜਿਹੜੇ ਬਿਲਕੁਲ ਜਿਨ੍ਹਾਂ ਨੇ ਨਹੀਂ ਕੁਛ ਸ਼ੇਅਰ ਕੀਤਾ, ਜੇ ਉਹ ਕਰ ਸਕਣ ਤਾਂ ਬੈਟਰ ਹੈ। ਆਪਾਂ 2-3 ਐਗਜ਼ਾਮਪਲਸ ਲਾਵਾਂਗੇ। ਪਿੱਛੇ ਵੀਰ ਜੀ ਰਬਜੋਤ ਸਿੰਘ, ਉਹਨਾਂ ਨੂੰ ਦਿਓ। ਵਾਹਿਗੁਰੂ ਜੀ, ਸਭ ਤੋਂ ਪਹਿਲੇ ਬਾਬਾ ਦੀਪ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਸਭ ਤੋਂ ਜ਼ਿਆਦਾ ਇੰਸਪਾਇਰ ਕਰਦੇ ਨੇ, ਕਿਉਂਕਿ ਉਹਨਾਂ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਆਪਣੇ ਮਹਾਰਾਜ 'ਤੇ ਕਿੰਨਾ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ, ਅਤੇ ਉਸ ਭਰੋਸੇ ਦੇ ਕਾਰਨ ਸਾਡੇ ਅੰਦਰ ਕਿੰਨੀ ਸ਼ਕਤੀ ਆ ਸਕਦੀ ਹੈ। ਰਾਈਟ, ਅਤੇ ਅਸੀਂ ਅਗਰ ਉਸ ਚੀਜ਼ ਨੂੰ ਅੱਜ ਪ੍ਰੈਜ਼ੈਂਟ ਵਰਲਡ ਦੇ ਵਿੱਚ ਅਗਰ ਦੇਖੀਏ ਤਾਂ ਬਹੁਤ ਜ਼ਰੂਰੀ ਹੈ ਕਿ ਉਹ ਸਾਡੀ ਪ੍ਰੋਫੈਸ਼ਨਲ ਔਰ ਸਪਿਰਿਚੁਅਲ ਲਾਈਫ ਵਾਸਤੇ। ਅੱਛਾ, ਹੁਣ ਥੋੜ੍ਹਾ ਜਿਹਾ ਦੱਸੋ ਤੁਹਾਡੇ ਲਈ ਕਿਉਂ ਜ਼ਰੂਰੀ ਹੈ? ਪਰਸਨਲ ਆਪਣੇ 'ਤੇ ਗੱਲ ਕਰਾਂਗੇ ਆਪਾਂ। ਤੁਹਾਡੇ ਲਈ ਇਹਨਾਂ ਨੇ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਹੈ ਕਿ ਕਿੰਨਾ ਭਰੋਸਾ ਔਰ ਫੇਥ, ਔਰ ਇਹਨਾਂ ਨੂੰ ਸਿਰਫ ਇਹ ਪੁੱਛ ਰਹੇ ਹਾਂ ਕਿ ਇਹਨਾਂ ਲਈ ਪਰਸਨਲ ਲਾਈਫ ਲਈ ਕਿਉਂ ਜ਼ਰੂਰੀ ਹੈ। As you already mentioned ਕਿ spiritually ਤੇ professionally ਦੋਨੋਂ ਚੀਜ਼ਾਂ ਵਿੱਚ ਉਹ ਚੀਜ਼ ਹੈਲਪ ਕਰਦੀ ਹੈ। ਅਸੀਂ ਪ੍ਰੋਫੈਸ਼ਨਲੀ ਜਿੱਥੇ ਵੀ ਕੰਮ ਕਰ ਰਹੇ ਹਾਂ ਉੱਥੇ ਸਾਨੂੰ ਕੁਝ ਡਿਸੀਜਨਸ ਲੈਣੇ ਨੇ, ਸਟ੍ਰੈਟਜੀਜ਼ ਬਣਾਉਣੀਆਂ ਨੇ, ਅਤੇ ਉਹਦੇ ਵਿੱਚ ਬਹੁਤ ਸਾਰੇ ਚਾਂਸਿਸ ਇਹ ਵੀ ਹੁੰਦੇ ਨੇ ਜਦ ਸਾਨੂੰ ਇਹ ਆਪਸ਼ਨ ਲੈਣੇ ਪੈਂਦੇ ਨੇ ਕਿ ਮਹਾਰਾਜ ਕਿਰਪਾ ਕਰਨ ਤੇ ਇਹ ਚੀਜ਼ ਹੋ ਜਾਏ। ਰਾਈਟ, ਅਤੇ ਉਹ ਬਹੁਤ ਇੱਕ ਰਿਜਿਡ ਇੱਕ ਡਿਸੀਜਨ ਆ ਜਾਂਦਾ ਹੈ ਜਦ ਅਸੀਂ ਮਹਾਰਾਜ ਦਾ ਨਾਮ ਲੈ ਲੈਂਦੇ ਹਾਂ। ਸਾਨੂੰ ਇਹ ਵਿਸ਼ਵਾਸ ਹੁੰਦਾ ਕਿ ਮਹਾਰਾਜ ਆਪਣਾ ਕਰਾ ਦੇਣਗੇ। ਠੀਕ ਹੈ, ਭਰੋਸਾ ਹੋ ਗਿਆ, ਚਲੋ ਕੋਈ ਡਿਸੀਜਨ ਲੈ ਲਿਆ ਅਤੇ ਨਾਲ ਤੁਸੀਂ ਉਹਦੇ 'ਤੇ ਕੰਮ ਵੀ ਕੀਤਾ। ਠੀਕ ਹੈ, ਥੈਂਕ ਯੂ। ਹਾਂਜੀ, ਤੁਸੀਂ ਸ਼ੇਅਰ ਕਰੋਗੇ? ਹਾਂਜੀ, ਸੋ ਸਾਰੇ 10 ਕੁ ਸੈਕਿੰਡ 'ਚ ਸ਼ੇਅਰ ਕਰ ਦਿਓ ਕਿਉਂਕਿ ਮੇਰਾ ਸਮਾਂ ਹੋ ਗਿਆ ਤਾਂ ਮੈਂ ਰੈਪ ਅਪ ਕਰਨਾ। ਹਾਂਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਜਿਹੜਾ ਉਹਨਾਂ ਦੇ ਅੰਦਰ ਕੌਨਫੀਡੈਂਸ ਲੈਵਲ ਸੀਗਾ ਤੇ ਇੱਕ ਉਹਨਾਂ ਦੇ ਅੰਦਰ ਜਿਹੜੀ ਨਿਰਭਉ ਸੀਗੇ। ਠੀਕ ਹੈ, ਹੈ ਨਾ, ਉਹ ਚੀਜ਼ ਮੈਂ ਆਪਣੇ ਕੋਲ ਕਰਨਾ ਕਿ ਐਸਾ ਕੌਨਫੀਡੈਂਸ ਲੈਵਲ ਤੇ ਜਿਹੜੇ ਲੀਡਰ ਸੀਗੇ ਉਹ ਚੀਜ਼ ਮੇਰੇ ਕੋਲ। ਠੀਕ ਹੈ, ਇਹ ਕੀ ਕਹਿ ਰਹੇ ਨੇ ਵੀਰ ਜੀ, ਸੁਣਿਆ ਤੁਹਾਨੂੰ ਉੱਥੇ? ਸੋ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹ ਕਹਿ ਰਹੇ ਉਹ ਨੀਡਰ ਸੀਗੇ, ਨਿਰਭਉ ਸੀਗੇ, ਅਤੇ ਮੈਂ ਵੀ ਚਾਹੁੰਦਾ ਵੀ ਮੇਰੇ ਵਿੱਚ ਵੀ ਉਹ ਨਿਰਭਉ ਦੀ ਕੁਆਲਿਟੀ ਆ ਜਾਵੇ, ਕੌਨਫੀਡੈਂਸ ਵੀ ਆ ਜਾਵੇ। ਠੀਕ ਹੈ, ਇੱਥੇ ਹਾਂਜੀ ਉਹ ਵੀਰ ਜੀ ਦਾ ਇੱਕ ਐਗਜ਼ਾਮਪਲ ਲਵਾਂਗੇ ਆਪਾਂ। ਸੁਣ ਨਹੀਂ ਰਿਹਾ, ਮਾਈਕ ਚੱਲ ਰਿਹਾ ਵੀਰ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਸਪਾਇਰ ਜਾਂ ਯੂਟਿਲਾਈਜ਼ ਬਾਬਾ ਜੁਝਾਰ ਸਿੰਘ ਜੀ ਬਿਕੋਜ਼ ਅਪਰੋਕਸੀਮੇਟਲੀ ਜਦ ਸ਼ਹੀਦ ਹੋਏ ਸੀ ਜਦ ਮੇਰੀ ਏਜ 'ਤੇ ਸੀ, ਅਤੇ ਮੈਂ ਉਹਨਾਂ ਨੂੰ ਅਸਪਾਇਰ ਇਸ ਕਰਕੇ ਕਰਦਾ ਕਿ ਮਤਲਬ ਜੇ ਜਿੰਨਾ ਉਹ ਅੰਦਰ ਸਟਰੋਂਗ ਸੀ ਅਗਰ ਮੈਂ ਉਹਦੇ ਥੋੜ੍ਹਾ ਜਿਹਾ ਸਪੋਰਟ ਹੋ ਜਾਵਾਂ। ਠੀਕ ਹੈ, ਸੋ ਸਟਰੈਂਥ ਦੀ ਗੱਲ ਹੋ ਗਈ ਵੀ ਬਾਬਾ ਜੁਝਾਰ ਸਿੰਘ ਜੀ ਕਿੰਨੇ ਸਟਰੋਂਗ ਨੇ। ਠੀਕ ਹੈ ਜੀ, ਓਕੇ। ਹਾਂ, ਅੰਦਰੋਂ ਹਾਂ ਡੈਫੀਨਿਟਲੀ, ਬਾਹਰੋਂ ਤਾਂ ਬੜੇ ਬੋਡੀ ਬਿਲਡਰ ਫਿਰ ਰਹੇ ਨੇ, ਪਰ ਦੇਖੋ ਉਮਰ ਦੇ ਲਹਿਜੇ ਦੇ ਹਿਸਾਬ ਨਾਲ ਜਦੋਂ ਅੰਦਰੋਂ ਇੱਕ ਸਟਰੈਂਥ ਹੈਗੀ ਹੈ ਫਿਰ ਬਾਹਰਲਾ ਉਹ ਚੀਜ਼ ਮੈਟਰ ਨਹੀਂ ਕਰਦਾ। ਐਬਸੋਲਿਊਟਲੀ। ਤਾਂ ਅੱਛਾ, ਉਹ ਬੰਦ ਹੈ। ਇੱਕ ਤੁਸੀਂ ਬੀਬੀ ਬਲਬੀਰ ਕੌਰ ਜੀ ਦਾ ਨਾਮ ਸੁਣਿਆ? ਕਿਸੇ ਨੇ ਸੁਣਿਆ ਹੋਏ? ਤੁਸੀਂ ਸੁਣਿਆ? ਹੋਰ ਕਿੰਨੇ ਕੁ ਜਾਣੇ? ਹਾਂ, ਇਹਦਾ ਮੈਨੂੰ ਦੱਸੋ, ਸ਼ੋ ਆਫ ਹੈਂਡਸ। ਬੀਬੀ ਬਲਬੀਰ ਕੌਰ ਜੀ, ਠੀਕ ਹੈ। ਮੈਂ ਉਹਨਾਂ ਨਾਲ ਦਾਣਾ ਸ਼ੇਅਰ ਕਿਉਂਕਿ ਮੈਨੂੰ ਬੜੇ ਇੰਸਪਾਇਰ ਕਰਦੇ ਨੇ, ਤਾਂ ਮੇਰਾ ਜੀ ਕਰਦਾ ਵੀ ਹਾਂਜੀ ਤੁਸੀਂ ਕੁਛ ਕਹਿਣਾ? ਤਾਂ ਚਲੋ ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਉਹ ਮੈਨੂੰ ਇੰਸਪਾਇਰ ਕਰਦਾ ਤਾਂ ਮੇਰਾ ਜੀ ਕੀਤਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ। ਉਹ ਲੰਬੀ ਸਾਖੀ ਹੈ ਪਰ ਮੈਂ ਸਿਰਫ ਤੁਹਾਨੂੰ ਉਹਦਾ ਨਟ ਸ਼ੈਲ ਦੇ ਵਿੱਚ ਥੋੜ੍ਹੀ ਜਿਹੀ ਗੱਲ ਕਰਨੀ ਹੈ। ਬੀਬੀ ਬਲਬੀਰ ਕੌਰ ਜੀ ਇਹ ਇੱਕ ਯੰਗ ਬੀਬੀ ਹੈ, ਕਾਫੀ ਯੰਗ ਬੀਬੀ, ਔਰ ਇਹਨਾਂ ਕੋਲ ਇੱਕ ਛੋਟਾ ਬੇਬੀ ਹੈ। ਇੱਥੇ ਵੀ ਤੁਸੀਂ ਇੱਕ ਛੋਟਾ ਬੇਬੀ ਦੇਖਿਆ ਸੀ ਨਾ, ਮੋਢੇ ਹੀ ਲਾਏ ਜਿਹਨੂੰ ਹੁੰਦੇ ਕਹਿੰਦੇ, ਬੇਬੀ ਹੈ ਮਤਲਬ ਕੁਛ ਮਹੀਨਿਆਂ ਦੇ ਹੀ। ਔਰ ਇਹ ਉਸ ਵੇਲੇ ਦੀ ਚੀਜ਼ ਹੈਗੀ ਹੈ ਜਦੋਂ ਮੋਰਚੇ ਲੱਗੇ ਸੀਗੇ ਔਰ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਅਖੰਡ ਪਾਠ ਸਾਹਿਬ
ਇੰਟਰਪਟ ਕੀਤੇ ਗਏ ਸੀਗੇ। ਇਹ ਕਾਫੀ ਲੰਬਾ ਚੱਲਦਾ। ਰਿਪੂ ਦਮਨ ਉਦੋਂ ਰਾਜਾ ਸੀ, ਉਹਨੂੰ ਲਾ ਦਿੱਤਾ ਗਿਆ ਸੀ SGPC ਦੇ ਨਾਲ। ਇਹਨਾਂ ਨੇ ਫਿਰ ਐਜ਼ ਏ ਰੋਸ ਪੀਸਫੁਲ ਅਖੰਡ ਪਾਠ ਸਾਹਿਬ ਸ਼ੁਰੂ ਕੀਤੇ ਸੀਗੇ, ਪਰ ਉਹ ਵੀ ਇੰਟਰਪਟ ਕਰ ਦਿੱਤੇ ਗਏ ਸੀਗੇ। ਤਾਂ ਰੋਸ ਫਿਰ ਸਿੱਖਾਂ 'ਚ ਜ਼ਿਆਦਾ ਆ ਗਿਆ ਸੀ, ਆਉਣਾ ਵੀ ਚਾਹੀਦਾ ਕਿ ਇਹ ਚੀਜ਼ ਹੋ ਰਹੀ ਹੈ। ਤਾਂ ਉਦੋਂ ਫਿਰ ਡਿਸੀਜਨ ਲਿਆ ਸੀਗਾ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰਨੀ ਹੈ, ਜੱਥੇ ਦੇ ਜੱਥੇ ਜਾਣਗੇ ਔਰ ਪੀਸਫੁਲ ਪ੍ਰੋਟੈਸਟ ਕਰਨੀ ਹੈ, ਕੋਈ ਅਸੀਂ ਕਿਸੇ ਨੂੰ ਕੁਝ ਕਹਿਣਾ ਨਹੀਂ। ਤੇ 500 ਦੇ ਜੱਥੇ ਜਾਣੇ ਸੀਗੇ, ਇਹ ਇਦਾਂ ਡਿਸਾਈਡ ਕੀਤਾ ਸੀ। ਤਾਂ ਜਦੋਂ ਇਹ ਡਿਸੀਜਨ ਬਣਿਆ ਤੇ ਸਾਰੇ ਹੀ ਮਤਲਬ ਕੌਮ ਹੀ ਤੁਰ ਪਈ ਸੀ ਨਾਲ, ਸਾਰੀ ਕੌਮ ਤੁਰ ਪਈ ਸੀ ਇਸ ਤਰੀਕੇ ਨਾਲ ਕਿ ਅਸੀਂ ਵੀ, ਕਿਉਂਕਿ ਇੱਥੇ ਬੇਅਦਬੀ ਦੀ ਗੱਲ ਹੈਗੀ ਹੈ, ਅਸੀਂ ਸਾਰੇ ਇਕੱਠੇ ਚੱਲਾਂਗੇ। ਤੇ ਉਹਦੇ ਵਿੱਚ ਬੱਚੇ ਵੀ ਸੀ, ਬੀਬੀਆਂ ਵੀ ਸੀ, ਬਜ਼ੁਰਗ ਵੀ ਸੀਗੇ। ਤਾਂ ਜਿਹੜੀ ਉਸ ਵੇਲੇ ਦੇ ਜਥੇਦਾਰ ਸਾਹਿਬ ਸੀਗੇ, ਉਹਨਾਂ ਨੇ ਕੁਝ ਪੁਆਇੰਟ ਆ ਗਿਆ ਸੀ ਜਿਸ ਤੋਂ ਅੱਗੇ ਜਾ ਕੇ ਪਤਾ ਸੀ ਕਿ ਹੁਣ ਸ਼ਾਇਦ ਵਾਪਸ ਮੁੜ ਕੇ ਨਹੀਂ ਆਵਾਂਗੇ, ਸ਼ਾਇਦ ਕੀ ਪਤਾ ਹੀ ਸੀ। ਤਾਂ ਉਹਨਾਂ ਨੇ ਉੱਥੇ ਖੜ ਕੇ ਅਨਾਉਂਸਮੈਂਟ ਕੀਤੀ ਸੀ ਕਿ ਇੱਥੋਂ ਹੁਣ ਜਿੰਨੇ ਵੀ ਮਤਲਬ ਬਜ਼ੁਰਗ ਨੇ ਜਾਂ ਬੀਬੀਆਂ ਨੇ ਜਾਂ ਬੱਚੇ ਨੇ ਉਹ ਵਾਪਸ ਚਲੇ ਜਾਣ, ਕਿਉਂਕਿ ਤੁਹਾਡੀ ਸੇਵਾ ਹੋਰ ਹੈਗੀ ਹੈ। ਉਹਨਾਂ ਦਾ ਆਪਣਾ ਸਹੀ ਸੀ ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ, ਔਰ ਕਾਫੀ ਜਣੇ ਚਲੇ ਗਏ। ਕਾਫੀ ਅੱਗੇ ਫਿਰ ਵੀ ਤੁਰੀ ਰਹੇ, ਕੋਈ ਸਾਈਡਾਂ ਤੋਂ ਚਲਾ ਗਿਆ ਕਿ ਨਾਲ ਨਹੀਂ ਦੇਣ ਜਾ ਰਹੇ ਸੀਗੇ ਕਿ ਅਸੀਂ ਵਾਪਸ ਨਹੀਂ ਮੁੜ ਸਕਦੇ, ਮਨ ਨਹੀਂ ਮੰਨ ਰਿਹਾ। ਜਿਵੇਂ ਕਿਵੇਂ ਕਰਦੇ, ਲੰਬੀ ਸਾਖੀ ਹੈ, ਪਰ ਅੱਗੇ ਜਾ ਕੇ ਉਹਨਾਂ ਨੇ ਕਾਫੀ ਜਣੇ ਮੁੜ ਗਏ। ਇੱਕ ਬੀਬੀ ਸੀ, ਭੈਣ ਜੀ ਦੀ ਮੈਂ ਗੱਲ ਕਰ ਰਹੀ ਹਾਂ, ਬੀਬੀ ਬਲਬੀਰ ਕੌਰ ਜੀ, ਜਿਨ੍ਹਾਂ ਨੇ ਇੱਕ ਛੋਟਾ ਬੱਚਾ ਵੀ ਚੱਕਿਆ ਸੀ। ਉਹ ਜਦੋਂ ਅੱਗੇ ਪਹੁੰਚੇ ਤਾਂ ਉਹ ਮੁੜੇ ਨਹੀਂ। ਤਾਂ ਉਹਨੂੰ ਉਹਨਾਂ ਨੇ ਜਥੇਦਾਰ ਸਾਹਿਬ ਜੀ ਨੇ ਕੁਐਸਚਨ ਕੀਤਾ ਕਿ ਤੁਸੀਂ ਹੁਣ ਵਾਪਸ ਚੱਲੋ। ਤਾਂ ਉਹਨਾਂ ਨੇ, ਮੈਂ ਇੱਥੇ ਲਿਖਿਆ ਹੈਗਾ ਕਿ ਉਹਨਾਂ ਨੇ ਅੱਗੋਂ ਕੀ ਕਿਹਾ। ਤਾਂ ਉਹਨਾਂ ਨੇ ਐਵੇਂ ਕਿਹਾ, ਇਹ ਬੜੀ ਕਲੋਜ਼ ਹੈ, ਸੋ ਆਈ ਫੀਲ ਇਟ। ਸੋ ਉਹ ਕਹਿੰਦੇ ਵੀ ਮੈਨੂੰ ਰੋਕੋ ਨਾ ਵੀਰ ਜੀ, ਮੈਨੂੰ ਰੋਕੋ ਨਾ। ਇਹ ਜਿਹੜੀ ਸਾਰੀ ਮੇਰੀ ਜ਼ਿੰਦਗੀ ਹੈਗੀ ਹੈ, ਇਹ ਗੁਰੂ ਦੀ ਹੈ। ਮੇਰਾ ਪਿਤਾ ਕੌਣ ਹੈ? ਗੁਰੂ ਗੋਬਿੰਦ ਸਿੰਘ ਜੀ। ਤੇ ਮੈਨੂੰ ਤੁਸੀਂ ਰੋਕੋ ਨਾ ਕਿ ਮੈਂ ਇਹ ਸ਼ਹੀਦਾਂ ਦੀ ਸੇਵਾ ਕਰ ਸਕਾਂ, ਮੈਂ ਆਪਣੀ ਜੀਵਨ ਦੇ ਸਕਾਂ। ਮੇਰੇ ਕੋਲ ਪੜ੍ਹ ਵੀ ਨਹੀਂ ਹੁੰਦਾ ਕਿ ਕੀ ਲਿਖਿਆ। ਇਹ ਜੇ ਮੇਰੀ ਜ਼ਿੰਦਗੀ ਤਾਂ ਚਲੀ ਜਾਣੀ ਹੈ ਨਾ ਇੱਕ ਦਿਨ, ਤਾਂ ਮੈਂ ਕਿਉਂ ਇੱਥੋਂ ਮੁੜ ਜਾਵਾਂ। ਉਹਨਾਂ ਨੇ ਇਹ ਵੀ ਕਿਹਾ ਕਿ ਤੈਨੂੰ ਤੇਰੇ ਬੱਚੇ ਦਾ ਵਾਸਤਾ ਹੈਗਾ, ਤੇਰੇ ਕੋਲ ਛੋਟਾ ਬੱਚਾ ਹੈਗਾ। ਤਾਂ ਉਹ ਬੀਬੀ ਜੀ ਨੇ ਇਹ ਕਿਹਾ ਕਿ ਜੇ ਮੈਂ ਹੁਣੇ ਇੱਥੋਂ ਮੁੜ ਜਾਵਾਂ, ਮੇਰੇ ਸਵਾਸ ਕਿੰਨੇ ਮੈਨੂੰ ਪਤਾ ਨਹੀਂ ਹੈਗਾ, ਤੁਸੀਂ ਮੈਨੂੰ ਇਹ ਜਿਹੜਾ ਰਸ ਹੈ ਇਹ ਪੀ ਲੈਣ ਦਿਓ, ਜੇ ਸ਼ਹੀਦੀ ਹੈ ਤਾਂ ਸ਼ਹੀਦੀ ਹੀ ਹੈ। ਤਾਂ ਉਹਨਾਂ ਨੇ ਇਸ ਤਰ੍ਹਾਂ ਦੇ ਉੱਥੇ ਬੋਲੇ ਕਿ ਜਥੇਦਾਰ ਸਾਹਿਬ ਜੀ ਕੋਲੋਂ ਵੀ ਉਹਨਾਂ ਨੂੰ ਮੋੜਿਆ ਨਹੀਂ ਗਿਆ, ਇੱਕ ਪਿਆਰ ਦੇ ਵਿੱਚ। ਤਾਂ ਉਹਨਾਂ ਨੂੰ ਆਗਿਆ ਮਿਲ ਗਈ ਨਾਲ ਆਉਣ ਦੀ। ਔਰ ਜਦੋਂ ਅੱਗੇ ਜਾਂਦੇ ਨੇ ਤਾਂ ਅੱਗੇ ਜਾ ਕੇ ਥੋੜ੍ਹੀ ਦੇਰ ਬਾਅਦ ਬੱਚੇ ਦੇ ਸਿਰ ਵਿੱਚ ਗੋਲੀ ਲੱਗਦੀ ਹੈ। ਸੋ ਜਦੋਂ ਉਹਦੀ ਗੋਲੀ ਲੱਗੇਗੀ ਤਾਂ ਮਾਂ ਨੇ ਫੜਿਆ ਹੈ ਤੇ ਖੂਨ ਉੱਥੇ ਆਣਾ ਨਾ, ਨੈਚੁਰਲ ਜੀ ਗੱਲ ਹੈ। ਹੁਣ ਇੱਕ ਮਾਂ ਹੈ, ਤਾਂ ਤੁਸੀਂ ਵੀ ਦੇਖਿਆ ਹੋਵੇਗਾ ਛੋਟੇ ਬੱਚੇ ਦੇ। ਤਾਂ ਉਹਨੇ ਕੀ ਕੀਤਾ, ਉੱਥੇ ਸ਼ੁਕਰਾਨਾ ਕੀਤਾ ਕਿ ਇਹਦੀ ਨਿਭ ਗਈ, ਕਿ ਜਿਹੜਾ ਦਾ ਪਰਪਸ ਸੀ ਉਹ ਫੁੱਲਫਿਲ ਹੋਇਆ। ਉਹਨੇ ਉੱਥੇ ਹੀ ਉਹਨੂੰ ਥੱਲੇ ਰੱਖ ਦਿੱਤਾ, ਬੱਚੇ ਨੂੰ ਰੱਖ ਕੇ ਉਹ ਮਾਂ ਚੱਲੀ ਜਾ ਰਹੀ ਹੈ। ਮਾਂ ਰੁਕੀ ਨਹੀਂ ਕਿ ਉਹਦਾ ਪਰਪਸ ਫੁੱਲਫਿਲ ਹੋ ਗਿਆ ਤੇ ਮੈਂ ਤੁਰੀ ਜਾਣਾ। ਉਹ ਤੁਰੀ ਜਾ ਰਹੀ ਹੈ ਤੇ ਪਹਿਲਾਂ ਕਹਿੰਦੇ ਨੇ ਕਿ ਉਹਨਾਂ ਦੇ ਕੰਨ ਨੂੰ ਛੂ ਕੇ ਗੋਲੀ ਨਿਕਲੀ ਹੈ, ਉਹ ਫਿਰ ਵੀ ਜਾਈ ਜਾ ਰਹੀ ਹੈ ਕਿ ਮੇਰਾ ਹੁਣ ਇੱਥੇ ਪਰਪਸ ਕੁਝ ਹੋਰ ਹੈਗਾ। ਔਰ ਅੱਗੇ ਜਾ ਕੇ ਕਹਿੰਦੇ ਉਹਨਾਂ ਦੇ ਹਾਰਟ ਦੇ ਵਿੱਚ ਫਿਰ ਗੋਲੀ ਲੱਗੀ ਹੈਗੀ ਹੈ, ਔਰ ਉਹ ਉੱਥੇ ਫਿਰ ਆਪਣੇ ਸਵਾਸ ਪੂਰੇ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਚਲੇ ਗਏ ਨੇ। ਤਾਂ ਇਹ ਚੀਜ਼ ਮੈਨੂੰ ਕਿਉਂ ਇੰਸਪਾਇਰ ਕਰਦੀ ਹੈ, ਕਿਉਂਕਿ ਮੈਂ ਵੀ ਮਦਰ ਹਾਂ, ਅਤੇ ਇੱਕ ਮਦਰ ਦੀ ਆਪਣਾ ਬੱਚਾ ਬਹੁਤ ਪਿਆਰਾ ਹੁੰਦਾ ਕਿ ਉਹ ਆਪਣੀ ਜਾਨ ਵਾਰਨ ਨੂੰ ਤਿਆਰ ਹੁੰਦੀ ਹੈ। ਪਰ ਉਹਨੂੰ ਪਤਾ ਸੀ ਕਿ ਇੱਥੇ ਆਪਣੀ ਤਾਂ ਬੰਦਾ ਵਾਰ ਦੇਗਾ, ਜਦੋਂ ਉਹਨੂੰ ਪਤਾ ਹੈ ਕਿ ਮੇਰੇ ਬੱਚੇ ਨੇ ਵੀ ਚਲੇ ਜਾਣਾ, ਉਹ ਕੰਮ ਕਾਫੀ ਔਖਾ ਹੈਗਾ, ਉਹ ਅਗਲੀ ਖੇਡ ਹੈ। ਉਹ ਸ਼ੁਕਰਾਨੇ 'ਚ ਆ ਰਹੀ ਹੈ ਕਿ ਇਹਦਾ ਪਰਪਸ ਫੁੱਲਫਿਲ ਹੋ ਗਿਆ ਔਰ ਇਹਦੀ ਸੇਵਾ ਤੁਸੀਂ ਇਹਦੇ ਜੀਵਨ ਦੀ ਪੂਰੀ ਕਰਾ ਲਈ। ਉਹ ਕੁਛ ਅਗਲੀ ਖੇਡ ਹੈ। ਔਰ ਅਗੇਂਸਟ ਦਾ ਔਡਸ ਮਤਲਬ ਕਿ ਉੱਥੇ ਬੀਬੀਆਂ ਨੂੰ, ਬੱਚਿਆਂ ਨੂੰ ਜਾਣਾ ਅਲਾਉਡ ਵੀ ਨਹੀਂ ਸੀ। ਐਂਡ ਆਈ ਥਿੰਕ ਇਹ ਚੀਜ਼ ਮੈਨੂੰ ਪਰਸਨਲੀ ਬਹੁਤ ਇੰਸਪਾਇਰ ਕਰਦੀ ਹੈ। ਅਤੇ ਮੈਨੂੰ ਇੱਦਾਂ ਲੱਗਦਾ ਕਿ ਅੱਜ ਦੀਆਂ ਸਿੰਘਣੀਆਂ ਨੂੰ ਵੀ, ਅੱਜ ਦੀਆਂ ਭੈਣਾਂ ਨੂੰ ਵੀ ਬਹੁਤ ਇੰਸਪਾਇਰ ਕਰੇਗੀ ਕਿ ਆਪਣਾ ਥੋੜ੍ਹਾ ਕੁਛ ਪਿੱਛੇ ਰੱਖ ਕੇ, ਕਿਉਂਕਿ ਸਾਡੇ ਸੈਲਫ ਨੀਡਸ ਹੁੰਦੀਆਂ ਨੇ, ਥੋੜ੍ਹਾ ਜਿਹਾ ਉਹਨੂੰ ਪਿੱਛੇ ਰੱਖ ਕੇ ਜੇ ਅਸੀਂ ਕੌਮ ਲਈ ਇੱਕ ਸਟੈਪ ਵੀ ਲੈ ਲਈਏ, ਥੋੜ੍ਹਾ ਜੋ ਵੀ ਅੱਜ ਦੀ ਡਿਮਾਂਡ ਹੈ, ਉਹ ਹੋ ਸਕਦਾ ਕਿ ਤੁਹਾਡੇ ਏਰੀਆ ਵਿੱਚ ਗੁਰਮੁਖੀ ਸਿਖਾਉਣੀ ਹੋਏ, ਉਸ ਤਰ੍ਹਾਂ ਤੁਹਾਡੇ ਏਰੀਆ ਵਿੱਚ ਕੋਈ ਸ਼ਬਦ ਸਿਖਾਉਣਾ ਹੋਏ, ਕੋਈ ਕੀਰਤਨ ਸਿਖਾਉਣਾ ਹੋਏ, ਉਹ ਕੁਛ ਵੀ ਹੋ ਸਕਦਾ। ਜ਼ਰੂਰੀ ਨਹੀਂ ਹੈ ਕਿ ਸਾਰੇ ਜਣੇ ਇੱਥੇ ਖੜੇ ਹੋ ਕੇ ਬੋਲਣ ਜਾਂ ਕੀਰਤਨ ਹੀ ਕਰਨ।
ਜਿੱਥੇ ਜਿੱਥੇ ਵੀ ਤੁਹਾਨੂੰ ਆਪਣੇ ਏਰੀਆ 'ਚ 5 ਮਿੰਟ ਕੋਈ ਸੇਵਾ ਮਿਲਦੀ ਹੈ ਨਾ, ਕੋਈ ਤੁਸੀਂ ਕਿਸੇ ਰੂਹ ਨੂੰ ਸੰਭਾਲ ਸਕਦੇ ਹੋ, ਉਹ ਸੰਭਾਲ ਲਓ ਜੇ ਪੋਸੀਬਿਲਿਟੀ ਹੈਗੀ ਹੈ ਤਾਂ ਉਹ ਆਪਣਾ ਟਾਈਮ ਛੱਡ ਕੇ ਕਰਨਾ ਪਏਗਾ। ਉਹ ਮੰਨਦੇ ਹੋ, ਕਿਉਂਕਿ ਟਾਈਮ ਨਹੀਂ ਹੈ ਨਾ, ਆਪਣਾ ਟਾਈਮ ਛੱਡ ਕੇ ਹੀ ਕਰਨਾ ਪਏਗਾ, ਆਪਣਾ ਸੈਕਰੀਫਾਈਸ ਕਰਕੇ ਹੀ ਕਰਨਾ ਪਏਗਾ। ਸਾਡੇ ਕੋਲ ਬਹੁਤ ਇਸ ਤਰ੍ਹਾਂ ਦੀਆਂ ਭੈਣਾਂ ਨੇ, ਔਰ ਕਾਫੀ ਮੈਂ ਹੋਰ ਨਾਮ ਲਿਖੇ ਸੀ, ਤੁਸੀਂ ਥੋੜੀ ਰਿਸਰਚ ਕਰਿਓ। ਬੀਬੀ ਦਲੇਰ ਕੌਰ ਜੀ, ਬੀਬੀ ਦੀਪ ਕੌਰ ਜੀ, ਬੀਬੀ ਦੀਪ ਕੌਰ ਜੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਸਾਰੇ ਪਿੰਡ ਨੇ ਜਵਾਬ ਦੇ ਦਿੱਤਾ ਸੀ, ਸਿਰਫ ਜਦੋਂ ਜੱਥਾ ਆ ਰਿਹਾ ਸੀ। ਜੱਥਾ ਕੌਣ ਆ ਰਿਹਾ ਸੀ? ਜਿਹੜੇ ਅਨੰਦਪੁਰ ਸਾਹਿਬ ਜਾ ਰਹੇ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨ। ਤਾਂ ਰਸਤੇ 'ਚ ਸਾਰਿਆਂ ਨੂੰ ਜਿੱਦਾਂ ਅਸੀਂ ਸ਼ਬੀਲਾਂ ਲੱਗਦੀਆਂ ਨਾ, ਉਹਨਾਂ ਨੂੰ ਚਾਅ ਸੀ ਕਿ ਜੱਥਾ ਆਏਗਾ, ਅਸੀਂ ਕੁਛ ਸੇਵਾ ਕਰਾਂਗੇ, ਪ੍ਰਸ਼ਾਦਾ ਪਾਣੀ ਛਕਾਵਾਂਗੇ। ਮੁਗਲਾਂ ਦੇ ਡਰ ਕਰਕੇ ਸਾਰੇ ਪਿੰਡ ਨੇ ਨਾ ਕਰ ਦਿੱਤੀ ਕਿ ਅਸੀਂ ਨਹੀਂ ਜਾਵਾਂਗੇ ਤੁਹਾਡੇ ਨਾਲ, ਤੇ ਭੈਣ ਜੀ ਇਕੱਲੇ ਹੀ ਚਲੇ ਗਏ। ਭੈਣ ਜੀ ਕਹਿੰਦੇ ਸੋ ਵਾਟ, ਮੈਂ ਇਕੱਲੀ ਚੱਲ ਜਾਵਾਂਗੀ। ਤਾਂ ਉਹਨਾਂ ਨੇ ਉੱਥੇ ਵੇਟ ਕੀਤੀ, ਇੰਤਜ਼ਾਰ ਕੀਤਾ ਜਿੱਥੋਂ ਸਾਰਾ ਜੱਥਾ ਲੰਘਣਾ ਸੀ, ਔਰ ਉਹਨਾਂ ਨੂੰ ਘੋੜਿਆਂ ਦੀ ਪੌੜ ਸੁਣੇ, ਪੈਰ ਸੁਣੇ, ਉਹਨਾਂ ਨੂੰ ਚਾਅ ਪੈਦਾ ਹੋ ਗਿਆ ਕਿ ਜੱਥਾ ਆ ਗਿਆ। ਪਰ ਜਦੋਂ ਲੱਗ ਗਿਆ ਕਿ ਦੇਖਿਆ ਤਾਂ ਉਹ ਕੁਛ ਮੁਗਲ ਸੀਗੇ। ਤਾਂ ਮੁਗਲਾਂ ਨੇ ਜਦੋਂ ਦੇਖਿਆ ਵੀ ਇਕੱਲੀ ਬੀਬੀ ਹੈਗੀ ਹੈ, ਤਾਂ ਆਪਾਂ ਨੂੰ ਸਾਰੇ ਜਾਣਦੇ ਆ ਉਹਨਾਂ ਦੀ ਅੱਖ ਕਦੀ ਵੀ ਸਹੀ ਨਹੀਂ ਹੁੰਦੀ ਸੀ। ਤਾਂ ਉਹਨਾਂ ਨੇ ਪੁੱਛਿਆ ਤੂੰ ਕੌਣ ਹੈ? ਤਾਂ ਉਹ ਕਹਿ ਰਹੀ ਹੈ ਵੀ ਤੁਹਾਨੂੰ ਕੀ ਲੈਣਾ ਦੇਣਾ। ਫਿਰ ਜਦੋਂ ਵਿਚਾਰ 'ਤੇ ਗੱਲ ਹੋਈ ਤਾਂ ਸ਼ੀ ਸੈਡ ਕਿ ਮੈਂ ਸਿੰਘਣੀ ਹਾਂ। ਤਾਂ ਉਹ ਕਹਿੰਦੇ ਫਿਰ ਤੇਰਾ ਰੂਪ ਬਹੁਤ ਸੋਹਣਾ ਹੈ, ਤੂੰ ਸਾਡੇ ਨਾਲ ਹੀ ਚੱਲ, ਛੱਡ ਪਰੇ ਕੀ ਰੱਖਿਆ ਇਹਦੇ ਵਿੱਚ। ਅਤੇ ਉਹਨੇ ਤਾੜਨਾ ਦਿੱਤੀ ਵੀ ਮੇਰੇ ਲਾਗੇ ਨਾ ਆਇਓ, ਜੇ ਲਾਗੇ ਆਏ ਤਾਂ ਤੁਸੀਂ ਆਪਣੇ ਨੁਕਸਾਨ ਦੇ ਆਪ ਜ਼ਿੰਮੇਵਾਰ ਹੋਵੋਗੇ। ਮਤਲਬ ਤਿਆਰ ਦੀ ਗੱਲ ਆ। ਫਿਰ ਇੱਥੇ ਆਈ ਤਾਂ ਸੇਵਾ ਕਰਨ ਸੀ ਨਾ। ਉਹ ਕਹਿੰਦੇ ਇਹਨੇ ਕੀ ਕਰ ਲੈਣਾ, ਅਸੀਂ ਉਹ 3-4 ਜਣੇ ਸੀਗੇ। ਤਾਂ ਉਹਨਾਂ ਦਾ ਜਿਹੜਾ ਸਰਦਾਰ ਸੀ ਉਹ ਕੋਲ ਆਉਂਦਾ ਔਰ ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ। ਉਸੇ ਵੇਲੇ ਉਹਨੇ ਆਪਣੀ ਸਿਰੀ ਸਾਹਿਬ ਕੱਟ ਕੇ ਉਹਦੀ ਬਾਂਹ ਵੱਢ ਦਿੱਤੀ। ਉਸੇ ਵੇਲੇ ਉਹ ਜਦੋਂ ਬਾਂਹ ਵੱਢੀ ਜਾਏਗੀ ਤੇ ਤਕਲੀਫ ਹੋਏਗੀ, ਉਹ ਦਰਦ ਤੜਫਦਾ ਸਾਰੇ। ਹੁਣ ਉਸ ਵੇਲੇ ਉਹਨਾਂ ਦਾ ਮੋਡ ਚੇਂਜ ਹੋ ਗਿਆ, ਅਟੈਕ। ਉਹ ਬੀਬੀ ਜੀ ਤੇ ਅਟੈਕ ਹੁੰਦਾ। ਉਹ ਇਕੱਲੇ ਅੱਗੋਂ ਜਿੰਨਾ ਕਰ ਸਕਦੇ ਸੀ, ਜੂਝ ਸਕਦੇ ਸੀਗੇ, ਉਹ ਜੂਝਦੇ ਨੇ ਪਰ ਹਾਰਦੇ ਨਹੀਂ। ਉਹ ਸਾਰਿਆਂ ਦਾ ਸਿਸਟਮ ਸੈੱਟ ਕਰ ਦਿੰਦੇ ਨੇ, ਗੁੱਡ ਬਾਏ ਕਰਾ ਦਿੰਦੇ ਨੇ ਸਾਰਿਆਂ ਦੀ, ਪਰ ਆਪਣੇ ਆਪ 'ਤੇ ਵੀ ਬਹੁਤ ਜ਼ਖਮ ਹੋ ਜਾਂਦੇ ਨੇ ਔਰ ਉੱਥੇ ਬੇਹੋਸ਼ੀ ਦੀ ਹਾਲਤ 'ਚ ਉਹ ਵੀ ਨੇ। ਹੁਣ ਜੱਥਾ ਵੀ ਆ ਜਾਂਦਾ। ਜਦੋਂ ਜੱਥਾ ਆਉਂਦਾ ਤੇ ਉਹਨਾਂ ਨੂੰ ਫਿਰ ਸਟੋਰੀ ਸਮਝਣ 'ਚ ਟਾਈਮ ਨਹੀਂ ਲੱਗਿਆ, ਕਿਉਂਕਿ ਉਹ ਪਏ ਨੇ ਕੋਲ ਤੇ ਬੀਬੀ ਜੀ ਵੀ ਕੋਲ ਪਏ ਨੇ। ਤਾਂ ਉਹਨਾਂ ਨੂੰ ਉਹ ਨਾਲ ਹੀ ਚੁੱਕ ਕੇ ਨਾਲ ਹੀ ਲੈ ਜਾਂਦੇ ਨੇ। ਡੋਲੇ ਹੁੰਦੇ ਸੀ ਨਾ, ਨਾਲ ਹੀ ਲੈ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਬੀਬੀ ਕਿੱਥੋਂ ਆਈ ਏ, ਕੌਣ ਏ, ਇੱਥੇ ਠੀਕ ਕਰਨਾ ਸਵਾਸ ਚੱਲ ਰਹੇ ਨੇ। ਜਦੋਂ ਅੱਗੇ ਪਹੁੰਚਦੇ ਨੇ ਅਨੰਦਪੁਰ ਸਾਹਿਬ, ਤਾਂ ਅੱਗੇ ਕੀ ਹੋ ਰਿਹਾ? ਗੁਰੂ ਸਾਹਿਬ ਟਹਿਲ ਰਹੇ ਨੇ। ਟਹਿਲਦੇ ਸਮੇਂ ਤਾਂ ਇੱਥੇ ਕੁਝ ਦਾ ਉਵੇਂ ਨਹੀਂ, ਕਿਸੇ ਦੀ ਵੇਟ ਕਰ ਰਹੇ ਨੇ। ਜੇ ਤੁਹਾਡੇ ਘਰ ਕਿਸੇ ਨੇ ਆਉਣਾ ਹੋਏ, ਕੋਈ ਲੇਟ ਹੋ ਜਾਏ, ਉਹ ਦੇਖਦੇ ਨਹੀਂ ਤੁਸੀਂ ਵੇਟ ਕਰ ਰਹੇ ਹੋ, ਉੱਧਰ ਉੱਧਰ ਜਾ ਰਹੇ ਹੋ, ਉੱਧਰ ਉੱਧਰ ਜਾ ਰਹੇ ਆ, ਆਈ ਨਹੀਂ ਰਹੇ ਐਵੇਂ। ਉੱਥੇ ਪਹੁੰਚਦੇ ਆ ਤਾਂ ਜਦੋਂ ਜੱਥਾ ਪਹੁੰਚ ਜਾਂਦਾ ਤਾਂ ਗੁਰੂ ਸਾਹਿਬ ਆਪ ਆਉਂਦੇ ਨੇ, ਆ ਕੇ ਕਹਿੰਦੇ ਨੇ ਮੇਰੀ ਧੀ ਕਿੱਥੇ ਹੈ? ਇਹ ਪਹਿਲਾਂ ਪੁੱਛਦੇ ਨੇ। ਸਾਰੇ ਦੇਖਣ ਲੱਗ ਜਾਂਦੇ ਨੇ, ਧੀ ਐਡਾ ਵੱਡਾ ਮਤਲਬ ਸਤਿਕਾਰ, ਐਡੀ ਵੱਡੀ ਪੋਜੀਸ਼ਨ, ਐਡਾ ਵੱਡਾ ਸਟੇਟਸ, ਕੌਣ ਹੈ, ਕਿਹਦੀ ਗੱਲ ਕਰ ਰਹੇ ਨੇ? ਕਿਸੇ ਨੂੰ ਸਮਝ ਨਹੀਂ ਲੱਗਦੀ। ਕਹਿੰਦੇ ਮੇਰੀ ਧੀ ਕਿੱਥੇ ਹੈ? ਫਿਰ ਕਹਿੰਦੇ ਨੇ, ਫਿਰ ਉਹ ਆਪੇ ਹੀ ਜਿਹੜਾ ਉਹ ਡੋਲਾ ਸੀਗਾ ਉਹਦੇ ਕੋਲ ਜਾਂਦੇ ਨੇ, ਨਾਮ ਵੀ ਲੈਂਦੇ ਨੇ। ਤਾਂ ਜਾ ਕੇ ਪਿਆਰ ਕਰਦੇ ਨੇ, ਸਿਰ 'ਤੇ ਹੱਥ ਰੱਖਦੇ ਨੇ। ਕਿਉਂਕਿ ਕਹਿੰਦੇ ਜੇ ਮੇਰੀਆਂ ਸਾਰੀਆਂ ਧੀਆਂ ਕੌਮ ਦੀਆਂ ਇਹੋ ਜਿਹੀਆਂ ਹੋ ਜਾਣ ਤੇ ਕਦੀ ਵੀ ਕੌਮ ਥੱਲੇ ਨਹੀਂ ਜਾਏਗੀ, ਕਦੀ ਵੀ। ਤਿਆਰ ਮਨ ਕਰਕੇ, ਤਨ ਕਰਕੇ ਵੀ ਔਰ ਕਿਰਦਾਰ ਕਰਕੇ ਵੀ। ਇੰਨੀ ਦ੍ਰਿੜਤਾ ਹੋ ਗਈ। ਇਸੇ ਕਰਕੇ ਸਾਨੂੰ ਕੌਰ ਮਿਲਿਆ, ਇਸੇ ਕਰਕੇ ਸਾਨੂੰ ਧੀ ਦਾ ਕਿਰਦਾਰ ਮਿਲਿਆ ਔਰ ਸਿੰਘਾਂ ਨੂੰ ਵੀ ਮਿਲਿਆ, ਕਿਉਂਕਿ ਕੁਝ ਸਟੇਟਸ ਹੈ ਉਹਦੇ ਪਿੱਛੇ, ਇੱਕ ਰਾਇਲ ਸਟੇਟਸ ਹੈਗਾ, ਇੱਕ ਰਾਇਲਟੀ ਹੈਗੀ ਹੈ। ਤਾਂ ਸਾਰਾ ਕੁਝ ਆਪਣਾ ਛੱਡ ਕੇ ਕਿਸੇ ਦੀ ਪਰਵਾਹ ਨਹੀਂ ਕੀਤੀ ਕਿ ਕੀ ਹੋਣਾ, ਨਾਲ ਤੁਰ ਪੈਣਾ। ਹੁਣ ਜੋ ਵੀ ਤੁਹਾਨੂੰ ਇਨਸਪਾਇਰ ਕਰਦਾ ਨਾ, ਇਹ ਤਾਂ ਇੱਕ ਇਸ ਤਰ੍ਹਾਂ ਦਾ ਹੀ ਟੌਪਿਕ ਹੈਗਾ, ਲਿਸਟ ਇੰਨੀ ਲੰਬੀ ਹੈ ਕਿ ਅਸੀਂ ਵਿਚਾਰ ਕਰਦੇ ਰਹੀਏ ਤੇ ਅਪਣਾਉਂਦੇ ਰਹੀਏ। ਪਰ ਇਹਨੂੰ ਰੈਪ ਕਰਾਂਗੇ ਇੱਥੇ। ਤੁਸੀਂ ਕੋਈ ਵੀ, ਜਿੱਦਾਂ ਕਿਸੇ ਨੂੰ ਸਾਹਿਬਜ਼ਾਦੇ ਇੰਸਪਾਇਰ ਕਰਦੇ ਨੇ, ਕਿਸੇ ਨੂੰ ਬਾਬਾ ਦੀਪ ਸਿੰਘ ਜੀ ਇੰਸਪਾਇਰ ਕਰਦੇ ਨੇ, ਕੋਈ ਇੱਕ ਫਿਗਰ, ਤਾਂ ਕਿ ਤੁਸੀਂ ਉਹਨਾਂ ਕੋਲੋਂ ਸਿੱਖਦੇ ਰਹੋ ਤੇ ਚੱਲਦੇ ਰਹੋ ਤੇ ਇੰਸਪੀਰੇਸ਼ਨ ਚੱਲਦੀ ਰਹੇ। ਤੇ ਇਹ ਬੀਬੀ ਜੀ, ਜਿਹੜੇ ਬੀਬੀ ਬਲਬੀਰ ਕੌਰ ਜੀ ਨੇ, ਇੱਕ ਕੁਛ ਜਿੱਦਾਂ ਕਹਿੰਦੇ ਨਾ, ਕੁਛ ਹੁੰਦਾ ਐਕਸਪੀਰੀਅੰਸ, ਤੁਹਾਨੂੰ ਫੀਲ ਹੁੰਦਾ ਕੋਈ ਕਨੈਕਸ਼ਨ, ਤੁਹਾਨੂੰ ਵੀ ਇੱਦਾਂ ਹੁੰਦਾ ਹੋਏਗਾ ਕਿਸੇ ਨਾ ਕਿਸੇ ਨਾਲ। ਉਸ ਚੀਜ਼ ਹਮੇਸ਼ਾ ਆਪਣੇ ਸਾਹਮਣੇ ਰੱਖੋ ਔਰ ਇੰਸਪੀਰੇਸ਼ਨ ਲੈਂਦੇ ਰਹੋ ਔਰ ਤਿਆਰ ਰਹੋ ਸ਼ਹੀਦੀ ਲਈ। ਇਹ ਜ਼ਰੂਰੀ ਹੈ। ਅੰਤ ਉਹ ਕਿਸੇ ਕਿਸਮ ਦੀ ਵੀ ਹੋ ਸਕਦੀ ਹੈ ਸ਼ਹੀਦੀ, ਭਾਵੇਂ ਉਹ ਆਪਣੇ ਵਿਕਾਰਾਂ ਨਾਲ ਜੂਝਣਾ,
ਭਾਵੇਂ ਉਹ ਰਜਾਈ ਨਾਲ, ਮੈਂ ਸ਼ਹੀਦੀ ਦੀ ਗੱਲ, ਫਿਜ਼ੀਕਲ ਸ਼ਹੀਦੀ ਦੀ ਗੱਲ ਨਹੀਂ ਕਰ ਰਹੀ, ਮੈਂ ਸੈਕਰੀਫਾਈਸ ਦੀ ਗੱਲ ਕਰ ਰਹੀ ਹਾਂ ਇੱਥੇ। ਸੋ ਉਹਨੂੰ ਉਸੇ ਕੰਟੈਕਸਟ 'ਚ ਹੀ ਰੱਖਿਓ। ਸੈਕਰੀਫਾਈਸ ਕਿਸੇ ਕਿਸਮ ਦੇ ਵੀ ਡਿਮਾਂਡ ਹੋ ਸਕਦਾ, ਕਿਸੇ ਕਿਸਮ ਦਾ ਵੀ। ਸਵੇਰੇ ਉੱਠਣਾ ਵੀ ਇੱਕ ਸੈਕਰੀਫਾਈਸ ਹੈ। ਬਹੁਤ ਜ਼ਿਆਦਾ ਜੂਝਣਾ ਪੈਂਦਾ, ਸਾਰਾ ਦਿਨ ਆਪਣੀ ਹਉਮੈ ਦੇ ਨਾਲ ਜੂਝਣਾ ਹੈਗਾ। ਜਦੋਂ ਦੂਸਰੇ ਨੂੰ ਕੌੜੇ ਬੋਲ ਬੋਲਣੇ ਨੇ, ਉੱਥੇ ਵੀ ਜੂਝਣਾ ਹੈਗਾ ਕਿ ਕਿਸ ਤਰ੍ਹਾਂ ਅਸੀਂ ਉਹਨੂੰ ਚੇਂਜ ਕਰੀਏ। ਕਿਸੇ ਨੂੰ ਗਲਤ ਨਿਗਾਹ ਨਾਲ ਦੇਖਣਾ, ਉੱਥੇ ਵੀ ਜੂਝਣਾ ਹੈ। ਉਹ ਸੈਕਰੀਫਾਈਸ ਕਰ ਦੇਣਾ ਕਿ ਮੇਰੀ ਇਹ ਨਜ਼ਰ ਨਾ ਹੋਏ। ਕੁਛ ਗਲਤ ਸੁਣਨਾ ਹੈ, ਉਹਨੂੰ ਸੈਕਰੀਫਾਈਸ ਕਰ ਦੇਣਾ। ਕੁਛ ਬੋਲਣਾ ਹੈ, ਕੁਛ ਦਿਲ 'ਚ ਖਿਆਲ ਆ ਗਏ। ਲਿਸਟ ਅਗੇਨ ਇਟਸ ਲਿਮਿਟਲੈਸ। ਪਰ ਤੁਸੀਂ ਸਾਰੇ ਜਾਣਦੇ ਹੋ ਇਸ ਵੇਲੇ ਤੁਸੀਂ ਆਪਣੀ ਨੋਟਬੁੱਕ ਵਿੱਚ ਇੱਕ ਚੀਜ਼ ਲਿਖ ਲਓ ਕਿ ਮੈਂ ਇੱਕ ਚੀਜ਼ ਨੂੰ ਸੈਕਰੀਫਾਈਸ ਕਰਨਾ ਹੈ ਬਿਫੋਰ ਆਈ ਲੀਵ ਦ ਕੈਂਪ। ਮੇਰੀ ਲਾਈਫ ਦੇ ਵਿੱਚ ਉਸ ਚੀਜ਼ ਦੀ ਲੋੜ ਹੈ। ਜੇ ਮੈਂ ਇੰਨਾ ਕੁਝ ਸੁਣਿਆ, ਇੱਥੇ ਆਇਆ, ਕੱਲ੍ਹ ਵੀ ਕੁਛ ਹੋਮਵਰਕ ਦਿੱਤਾ ਸੀ, ਅੱਜ ਦਾ ਇਹ ਹੈ ਕਿ ਇੱਕ ਚੀਜ਼ ਲਿਖ ਲਓ, ਮੈਂ ਇਸ ਚੀਜ਼ ਨੂੰ ਸੈਕਰੀਫਾਈਸ ਕਰਨਾ। ਬੜੇ ਜਾਣਿਆਂ ਨੇ ਕਿਹਾ ਸੀ ਆਲਸ ਹੈ। ਕੱਲ੍ਹ ਕਿਸੇ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਛੱਡ ਨਹੀਂ ਹੁੰਦਾ। ਮੈਂ ਤੁਹਾਨੂੰ ਉਹ ਵੀ ਫਿਨਿਸ਼ ਕਰ ਦੇਵਾਂ, ਬਸ 1 ਮਿੰਟ 'ਚ ਮੈਂ ਫਿਨਿਸ਼ ਕਰਨ ਲੱਗੀ ਹਾਂ। ਤੁਹਾਨੂੰ ਮੈਂ ਕੱਲ੍ਹ ਇੱਕ ਬੀਬੀ ਜੀ ਦੀ ਗੱਲ ਦੱਸੀ ਸੀ ਨਾ ਕਿ 40 ਮਿੰਟ ਸਵੇਰੇ ਉੱਠ ਕੇ ਸੋਸ਼ਲ ਮੀਡੀਆ 'ਤੇ, ਉਹ ਮੈਨੂੰ ਅੱਗੋਂ ਦੱਸਣਾ ਭੁੱਲ ਗਿਆ ਕਿ ਅੱਗੇ ਕੀ ਹੋਇਆ। ਉਹ ਮੈਂ ਕਈਆਂ ਨਾਲ ਬਾਅਦ ਸ਼ੇਅਰ ਕੀਤਾ ਸੀ। ਉਹਨਾਂ ਨੂੰ ਮੈਂ ਫਿਰ ਸਵਾਲ ਪੁੱਛਿਆ ਸੀ ਕਿ ਤੁਸੀਂ ਸੱਚੀ ਛੱਡਣਾ ਚਾਹੁੰਦੇ ਹੋ? ਇੱਕ ਇੱਥੇ ਦਿੱਲੀ ਦੇ ਭੈਣ ਜੀ ਨੇ, ਉਹ ਆਪਣੇ ਆਪ ਤੋਂ ਇੰਨੇ ਪਰੇਸ਼ਾਨ ਹੋ ਗਏ ਸੀਗੇ ਕਿ ਬਿਮਾਰੀ ਲਾ ਲਈ ਸੀ ਉਹਨਾਂ ਨੇ। ਉਹ ਦੇਖ ਰਹੇ ਸੀ ਡਰਾਮੇ, ਸੀਰੀਅਲ ਡਰਾਮੇ, ਜੋ ਵੀ ਤੁਸੀਂ ਕਹਿੰਦੇ ਹੋ। ਉਹ ਛੱਡਣਾ ਚਾਹੁੰਦੇ ਆ ਪਰ ਦੇਖਦੇ ਫੋਨ 'ਤੇ ਸੀ, ਪਰ ਛੱਡ ਨਹੀਂ ਹੋ ਰਿਹਾ। ਪਰ ਇਹ ਪਰੇਸ਼ਾਨੀ 'ਚ ਗੱਲ ਕਰ ਰਹੇ ਆ। ਫਿਰ ਮੈਂ ਉਹਨਾਂ ਨਾਲ ਬਾਰ-ਬਾਰ ਫੋਨ 'ਤੇ ਗੱਲ ਹੋਈ। ਫਿਰ ਮੈਂ ਇੱਕ ਦਿਨ ਪੁੱਛਿਆ, ਮੈਂ ਕਿ ਤੁਸੀਂ ਸੱਚੀ ਛੱਡਣਾ ਚਾਹੁੰਦੇ ਹੋ? ਕਹਿੰਦੇ ਹਾਂ। ਮੈਂ ਕਿਹਾ ਪੱਕਾ? ਕਹਿੰਦੇ ਹਾਂ। ਦੇਖਦੇ ਕਿੱਥੇ ਸੀ? ਫੇਸਬੁੱਕ 'ਤੇ, ਬਈ ਉਹਨਾਂ ਦਾ ਕੋਈ ਜਿਵੇਂ ਵੀ ਹੋਣਾ। ਮੈਂ ਕਿਹਾ ਡਿਲੀਟ ਕਰ ਦਿਓ ਐਪ। ਫਿਰ ਕਹਿੰਦੇ ਕੀ? ਉਹ ਦਿਲ ਡਿੱਗ ਪਿਆ। ਜੇ ਸੱਚੀ ਛੱਡਣਾ ਚਾਹੁੰਦੇ ਹੋ, ਜੇ ਵਾਕਈ ਉੱਠਣਾ ਚਾਹੁੰਦੇ ਹੋ, ਫਿਰ ਆਲਸ ਨੂੰ ਅੱਜ ਹੀ ਡਰੋਪ ਕਰ ਦਿਓ। ਪਰ ਉਹ ਬੀਬੀ ਦਾ ਕਹਿ ਲਓ ਬ੍ਰੈਵੋ, ਅਸੀਂ ਕਹਿ ਦਿੰਦੇ ਹਾਂ ਵੀ ਵੈਲ ਡਨ। ਉਹਨੇ ਡਿਲੀਟ ਕਰਤਾ। ਉਹਨੇ ਮੈਨੂੰ ਮੈਸੇਜ ਕਰਕੇ ਦੱਸਿਆ, ਕਹਿੰਦੀ ਮੈਨੂੰ 3 ਮਹੀਨੇ ਤੇ ਕੁਛ ਦਿਨ ਹੋ ਗਏ ਨੇ, ਮੈਂ ਉਹ ਐਪ 'ਤੇ ਵਾਪਸ ਨਹੀਂ ਗਈ। ਜਿਹੜਾ ਵੀ ਐਪ ਉਹਨੂੰ ਆਪਣੇ ਤੋਂ ਦੂਰ ਕਰ ਰਿਹਾ ਸੀ। ਔਰ ਇਨਸਟੈਡ ਉਹਦੇ ਕੋਲ ਇੰਨਾ ਟਾਈਮ ਆ ਗਿਆ ਹੁਣ। ਪਹਿਲਾਂ ਟਾਈਮ ਨਹੀਂ ਸੀ ਮਿਲਦਾ। ਰਾਤੀ 2 ਵਜੇ ਸੌਣਾ, ਸਵੇਰੇ ਕਿੱਦਾਂ ਉੱਠ ਜਾਓਗੇ? ਕਿਉਂਕਿ ਫੋਨ 'ਤੇ ਪਤਾ ਨਹੀਂ ਲੱਗਦਾ 2 ਕਦੋਂ ਵੱਜ ਗਏ। ਹੁਣ ਉਹਦੇ ਕੋਲ ਅੰਮ੍ਰਿਤ ਵੇਲਾ ਵੀ ਆ ਗਿਆ। ਬੱਚਿਆਂ ਨਾਲ ਪਿਆਰ ਨਾਲ ਬੋਲਣ ਦੀ ਤਾਕਤ ਆ ਗਈ। ਕਿਉਂ? ਰਿਗਰੈਟ ਖਤਮ ਹੋ ਗਿਆ, ਸ਼ੇਮ ਖਤਮ ਹੋ ਗਈ। ਜਿਹੜੀ ਥਕਾਵਟ ਸੀ, ਰਾਤੀ ਨੀਂਦ ਨਹੀਂ ਪੂਰੀ ਹੋਈ, ਸਵੇਰੇ ਤੁਸੀਂ ਖਾਣ ਨੂੰ ਹੀ ਪੈਣਾ ਸਾਰਿਆਂ ਨੂੰ, ਉਹ ਅੰਦਰੋਂ ਪੂਰਤੀ ਹੋ ਗਈ ਇੱਕ ਚੀਜ਼ ਸਿਰਫ ਚੇਂਜ ਕਰਨ ਨਾਲ। ਅਤੇ ਉਹ ਤੁਸੀਂ ਆਪਣੀ, ਜੇ ਤੁਸੀਂ ਚਾਹੁੰਦੇ ਹੋ, ਆਪਣੀ ਡਾਇਰੀ 'ਚ ਇੱਕ ਚੀਜ਼ ਲਿਖ ਲਓ ਕਿ ਆਹ ਚੀਜ਼ ਮੈਂ ਇੱਥੇ ਸੈਕਰੀਫਾਈਸ ਕਰ ਜਾਣੀ ਹੈ ਕਿਉਂਕਿ ਮੇਰੇ ਭਲੇ ਲਈ ਹੈ। ਠੀਕ ਹੈ ਜੀ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।